सारे बोलो हालेलुया। हालेलुया। सारे बच्चों सुनने लिए तैयार? चलो ਆਪਾਂ ਪਰਮੇਸ਼ਵਰ ਦੇ ਵਚਨ ਵਿੱਚ ਚੱਲਾਂਗੇ ਔਰ ਆਪਾਂ ਦੇਖਾਂਗੇ ਪੁਰਾਣੇ ਨਿਯਮ ਦੇ ਵਿੱਚ ਦਾਨੀਅਲ ਉਹਦਾ 2 ਅਧਿਆਏ। ਦਾਨੀਅਲ ਪੁਰਾਣੇ ਨਿਯਮ ਦੇ ਵਿੱਚ पेज नंबर 1095। ਆਪਾਂ ਪੜਾਂਗੇ ਉਹਦਾ 2 ਅਧਿਆਏ 1 ਤੋਂ ਲੈ ਕੇ ਉਹਦੇ 13 ਤੱਕ। ਔਰ ਇੱਕ ਸ਼ਾਂਤੀ ਨਾਲ ਪੜਿਓ, ਉੱਚੀ ਆਵਾਜ਼ ਦੇ ਵਿੱਚ, ਤਾਂ ਕਿ ਸੁਣਨ ਵਾਲੇ ਨੂੰ ਵੀ ਸਮਝ ਆਵੇ। ਨਬੂਕਦਨਸਰ ਨੇ ਆਪਣੇ ਰਾਜ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਪਨੇ ਵੇਖੇ ਜਿਨ੍ਹਾਂ ਤੋਂ ਉਹਦੀ ਜਾਨ ਘਬਰਾ ਗਈ ਔਰ ਉਹਦੀ ਨੀਂਦ ਜਾਂਦੀ ਰਹੀ। ਤਦ ਰਾਜੇ ਨੇ ਹੁਕਮ ਦਿੱਤਾ ਕਿ ਜਾਦੂਗਰਾਂ, ਜੋਤਸ਼ੀਆਂ, ਮੰਤਰੀਆਂ ਅਤੇ ਕਾਸੀਆਂ ਨੂੰ ਸੱਦੋ। ਭਾਈ ਉਹ ਰਾਜੇ ਦਾ ਸੁਪਨਾ ਉਹਨੂੰ ਦੱਸਣ। ਸੋ ਉਹ ਆਏ ਅਤੇ ਰਾਜੇ ਦੇ ਦਰਬਾਰ ਖੜੇ ਹੋਏ। ਤਾਂ ਰਾਜੇ ਨੇ ਉਹਨਾਂ ਨੂੰ ਆਖਿਆ ਕਿ ਮੈਂ ਇੱਕ ਸੁਪਨਾ ਵੇਖਿਆ ਹੈ, ਪਰ ਮੇਰਾ ਆਤਮਾ ਉਸ ਸੁਪਨੇ ਨੂੰ ਸਮਝਣ ਦੇ ਲਈ ਘਬਰਾਇਆ ਹੋਇਆ ਹੈ। ਸਗੋਂ ਕਾਸੀਆਂ ਨੇ ਰਾਜੇ ਦੇ ਦਰਬਾਰ ਆਰਾਮੀ ਬੋਲੀ ਵਿੱਚ ਅਰਦਾਸ ਕੀਤੀ, ਭਾਈ ਹੇ ਮਹਾਰਾਜ, ਸਦਾ ਤਾਈਂ ਜਿਉਂਦੇ ਰਹੋ, ਆਪਣੇ ਬੰਦਿਆਂ ਨੂੰ ਸੁਪਨਾ ਸੁਣਾਓ ਅਤੇ ਅਸੀਂ ਉਹਦਾ ਅਰਥ ਦੱਸਾਂਗੇ। ਰਾਜੇ ਨੇ ਕਾਸੀਆਂ ਨੂੰ ਉੱਤਰ ਦਿੱਤਾ ਕਿ ਗੱਲ ਮੇਰੇ ਚੇਤੇ ਵਿੱਚੋਂ ਜਾਂਦੀ ਰਹੀ ਹੈ। ਜੇ ਤੁਸੀਂ ਸੁਪਨਾ ਨਾ ਦੱਸੋ ਅਤੇ ਉਹਦਾ ਅਰਥ ਨਾ ਸੁਣਾਓ ਤਾਂ ਤੁਸੀਂ ਟੁਕੜੇ ਟੁਕੜੇ ਕੀਤੇ ਜਾਓਗੇ ਅਤੇ ਤੁਹਾਡੇ ਘਰ ਕੂੜੇ ਦੀਆਂ ਢੇਰੀਆਂ ਬਣਨਗੇ। ਪਰ ਜੇ ਸੁਪਨਾ ਤੇ ਉਹਦਾ ਅਰਥ ਦੱਸੋ ਤਾਂ ਮੇਰੇ ਕੋਲੋਂ ਦਾਤਾਂ ਤੇ ਇਨਾਮ ਤੇ ਬਹੁਤ ਆਦਰ ਪਾਓਗੇ। ਸੋ ਸੁਪਨਾ ਔਰ ਉਹਦਾ ਅਰਥ ਮੈਨੂੰ ਦੱਸੋ। ਉਹਨਾਂ ਨੇ ਫਿਰ ਦੂਜੀ ਵਾਰੀ ਅਰਦਾਸ ਕਰਕੇ ਆਖਿਆ, ਮਹਾਰਾਜ ਆਪਣੇ ਬੰਦਿਆਂ ਨੂੰ ਸੁਪਨਾ ਸੁਣਾਵੇ ਤਾਂ ਅਸੀਂ ਉਹਦਾ ਅਰਥ ਦੱਸਾਂਗੇ। ਰਾਜੇ ਨੇ ਉੱਤਰ ਦਿੱਤਾ, ਮੈਂ ਨਿਸੰਗ ਜਾਣਦਾ ਹਾਂ ਕਿ ਤੁਸੀਂ ਟਾਲਣਾ ਚਾਹੁੰਦੇ ਹੋ, ਕਿਉਂ ਜੇ ਤੁਸੀਂ ਜਾਣਦੇ ਹੋ ਭਾਈ ਗੱਲ ਮੇਰੇ ਚਿੱਤੋਂ ਜਾਂਦੀ ਰਹੀ ਹੈ। ਪਰ ਜੇ ਤੁਸੀਂ ਮੈਨੂੰ ਸੁਪਨਾ ਨਾ ਦੱਸੋਗੇ ਤਾਂ ਤੁਹਾਡੇ ਲਈ ਇੱਕੋ ਹੀ ਹੁਕਮ ਹੈ, ਕਿਉਂ ਜੋ ਤੁਸੀਂ ਝੂਠ ਤੇ ਵਿਗਾੜ ਦੀਆਂ ਗੱਲਾਂ ਬਣਾਈਆਂ ਤਾਂ ਜੋ ਮੇਰੇ ਅੱਗੇ ਸੁਣਾਓ ਕਿ ਵਕਤ ਟਲ ਜਾਵੇ ਸੋ ਸੁਪਨਾ ਸੁਣਾਓ ਤਾਂ ਮੈਂ ਜਾਣ ਲਵਾਂਗਾ ਭਾਈ ਤੁਸੀਂ ਉਹਦਾ ਅਰਥ ਵੀ ਦੱਸ ਸਕਦੇ ਹੋ। ਕਾਸੀਆਂ ਨੇ ਰਾਜੇ ਦੇ ਦਰਬਾਰ ਉੱਤਰ ਦਿੱਤਾ ਕਿ ਧਰਤੀ ਉੱਤੇ ਕੋਈ ਮਨੁੱਖ ਨਹੀਂ ਜਿਹੜਾ ਰਾਜੇ ਦੀ ਗੱਲ ਦੱਸ ਸਕੇ, ਨਾ ਕੋਈ ਰਾਜਾ ਜਾਂ ਸਰਦਾਰ ਜਾਂ ਹਾਕਮ ਅਜਿਹਾ ਹੋਇਆ ਹੈ ਜਿਹਨੇ ਕਿਸੇ ਜਾਦੂਗਰ ਜਾਂ ਜੋਤਸ਼ੀ ਜਾਂ ਕਾਜ਼ੀ ਕੋਲੋਂ ਅਜਿਹੀ ਗੱਲ ਪੁੱਛੀ ਹੋਵੇ। ਜਿਹੜੀ ਗੱਲ ਰਾਜਾ ਪੁੱਛਦਾ ਹੈ ਬਹੁਤ ਅਨੋਖੀ ਹੈ ਅਤੇ ਦਿਉਤਿਆਂ ਬਿਨਾਂ ਜੋ ਦੇਵਧਾਰੀਆਂ ਨਾਲ ਨਹੀਂ ਵਸਦੇ ਕੋਈ ਰਾਜੇ ਦੇ ਦਰਬਾਰ ਉਹਨੂੰ ਦੱਸ ਨਹੀਂ ਸਕਦਾ। ਇਸ ਕਾਰਨ ਰਾਜਾ ਕ੍ਰੋਧਵਾਨ ਹੋ ਕੇ ਅੱਤ ਗਰਮ ਹੋਇਆ ਅਤੇ ਉਹਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਗਿਆਨੀਆਂ ਨੂੰ ਨਾਸ਼ ਕਰੋ। ਸੋ ਹੁਕਮ ਨਿਕਲਿਆ ਤੇ ਗਿਆਨੀਆਂ ਨੇ ਮਾਰੇ ਜਾਣਾ ਸੀ ਤੇ ਉਹਨਾਂ ਨੇ ਦਾਨੀਅਲ ਤੇ ਉਸਦੇ ਸਾਥੀਆਂ ਨੂੰ ਮਾਰੇ ਜਾਣ ਲਈ ਢੂੰਡਿਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ये परमेश्वर का वचन है जो परमेश्वर के आत्मा द्वारा लिखाया गया है। और प्रभु यीशु मसीह ने किया, आकाश धरती टल जाएगा पर मेरा वचन कदे नहीं टलेगा। इसलिए परमेश्वर के वचन ਨੂੰ बहुत ही ध्यान ਨਾਲ सुननागा और वचन ਨੂੰ इस तरह सुननागा कि ਅੱਜ जो परमेश्वर ने वो खास इस वचन के द्वारा मेरे नाल गलबात करने के लिए जा रहे हैं। अगर आप इस तरह सुनते वचन कि चलो वचन किसी होर दे लिए है, लेकिन फिर वो वचन इंसान के जीवन के काम नहीं करता। लेकिन अगर वचन ਨੂੰ ਸੁਣਨਾਗਾ ਤਾਂ ਇਸ ਤਰ੍ਹਾਂ ਸੁਣਨਾਗਾ कि वचन वो तो मेरे लिए है, क्योंकि मैं इस वचन ਨੂੰ अपने जीवन के आग्याकारी सहित इसनूं पूरा करनागा ਤੇ इस वचन ਨੂੰ अपने जीवन के सुन के लागू भी करनागा, क्योंकि साडे परमेश्वर अपने वचन के द्वारा की करते हैं, वो काम करते हैं। और वचन के द्वारा ही इंसान को शांति मिलती है, वचन के द्वारा इंसान के जीवन के आशीष आती है, वचन के द्वारा ही इंसान के जीवन के चंगाई आती है। मतलब जिन्ना भी काम है वो वचन के द्वारा ही होंदा गा। इस करके परमेश्वर के वचन ਨੂੰ बहुत ध्यान ਨਾਲ सुनियो, अपना ध्यान इत्थे बना के रखियो, क्योंकि साडे जो परमेश्वर ने वो पवित्र परमेश्वर ने। और परमेश्वर वो तो प्यार करने वाले परमेश्वर ने। और बाइबल के परमेश्वर का लिखा गा कि परमेश्वर की है, परमेश्वर प्यार है। और साडे परमेश्वर का प्यार जो है वो किस तरह का प्यार है, वो तो अपने वैरियां नूं प्यार करते हैं। जो मतलब परमेश्वर नूं
ਪਸੰਦ ਨਹੀਂ ਕਰਦੇ, ਜੋ ਲੋਕ ਪਰਮੇਸ਼ਵਰ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ, ਉਹਨਾਂ ਲੋਕਾਂ ਨੂੰ ਵੀ ਪ੍ਰਭੂ ਯਿਸੂ ਮਸੀਹ ਕੀ ਕਰਦੇ ਨੇ? ਪਿਆਰ ਕਰਦੇ ਨੇ। ਮਤਲਬ ਕਿ ਪਰਮੇਸ਼ਵਰ ਹਰ ਇੱਕ ਇਨਸਾਨ ਨੂੰ ਕੀ ਕਰਦੇ ਨੇ? ਪਿਆਰ ਕਰਦੇ ਨੇ। ਪਿਆਰ ਕਰਦੇ ਨੇ, ਇਸ ਲਈ ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨੂੰ ਵੀ ਇਹੀ ਸਿਖਾਉਂਦੇ ਨੇ ਕਿ ਤੁਸੀਂ ਕੀ ਕਰੋ? ਇੱਕ ਦੂਜੇ ਨੂੰ ਪਿਆਰ ਕਰੋ, ਇੱਕ ਦੂਜੇ ਨੂੰ ਕੀ ਕਰੋ? ਮਾਫ ਕਰੋ। ਸਹੀ ਦੇ ਵਿੱਚ ਸਾਡੇ ਪਰਮੇਸ਼ਵਰ ਇੰਨੇ ਪਵਿੱਤਰ ਪਰਮੇਸ਼ਵਰ ਨੇ, ਔਰ ਸਾਡੇ ਪਰਮੇਸ਼ਵਰ ਕਦੇ ਵੀ ਨਹੀਂ ਚਾਹੁੰਦੇ ਕਿ ਕੋਈ ਵੀ ਇਨਸਾਨ ਨਾਸ ਵਿੱਚ ਜਾਏ, ਲੇਕਿਨ ਪਰਮੇਸ਼ਵਰ ਕੀ ਚਾਹੁੰਦੇ ਨੇ? ਕਿ ਇਨਸਾਨ ਹੈ ਉਹ ਬਚਾਇਆ ਹੀ ਜਾਏ। ਉਹਦੇ ਜੀਵਨ ਦੇ ਵਿੱਚ ਚਾਹੇ ਸ਼ੈਤਾਨ ਕੋਈ ਵੀ ਯੋਜਨਾ ਬਣਾ ਕੇ ਬੈਠਾਗਾ, ਉਹਦੇ ਜੀਵਨ ਦੇ ਵਿੱਚ ਚਾਹੇ ਸ਼ੈਤਾਨ ਉਸ ਇਨਸਾਨ ਨੂੰ ਮਾਰ ਦੇਣਾ ਚਾਹੁੰਦਾਗਾ, ਚਾਹੇ ਸ਼ੈਤਾਨ ਉਸ ਇਨਸਾਨ ਦੇ ਜੀਵਨ ਦੇ ਵਿੱਚ ਐਸੀ ਬਿਮਾਰੀ ਪਾਤੀ ਜਾਂ ਐਸੀ ਸਮੱਸਿਆ ਖੜੀ ਕਰਤੀ ਕਿ ਉਹ ਬਿਮਾਰੀ ਦੇ ਵਿੱਚ, ਉਹ ਸਮੱਸਿਆ ਦੇ ਵਿੱਚ ਇਨਸਾਨ ਖਤਮ ਹੋ ਜਾਏ, ਲੇਕਿਨ ਪਰਮੇਸ਼ਵਰ ਦਾ ਪਿਆਰ ਦੇਖੋ ਉਸ ਇਨਸਾਨ ਨੂੰ ਬਚਾਉਣ ਦੇ ਲਈ ਉਹ ਉਸੇ ਦੀ ਸਮੱਸਿਆ ਦੇ ਵਿੱਚੋਂ, ਉਸੇ ਪਰੇਸ਼ਾਨੀ ਦੇ ਵਿੱਚੋਂ ਆਪਣੀ ਯੋਜਨਾ ਨੂੰ ਬਣਾਉਂਦੇ ਨੇ, ਤਾਂ ਕਿ ਪਰਮੇਸ਼ਵਰ ਕੀ ਕਰਨ? ਉਸ ਇਨਸਾਨ ਨੂੰ ਉਹ ਬਚਾ ਲੈਣ। ਇਹ ਸਭ ਕੁਝ ਇਸ ਤਰ੍ਹਾਂ ਕਿਉਂ ਹੁੰਦਾਗਾ? ਕਿਉਂਕਿ ਸਾਡੇ ਪਰਮੇਸ਼ਵਰ ਦਾ ਪਿਆਰ ਹੈ ਇਨਸਾਨ ਦੇ ਪ੍ਰਤੀ। ਇੱਕ ਵਾਰ ਇੱਕ ਇਨਸਾਨ ਆਇਆ ਪ੍ਰਭੂ ਯਿਸੂ ਮਸੀਹ ਦੇ ਕੋਲ। ਉਸਨੇ ਪੁੱਛਿਆ ਕਿ ਪ੍ਰਭੂ ਜੀ, ਮੈਂ ਅਨੰਤ ਕਾਲ ਦਾ ਜੀਵਨ ਪਾਵਾਂ, ਮਤਲਬ ਮੈਂ ਸਵਰਗ ਵਿੱਚ ਚਲਾ ਜਾਵਾਂ, ਮੈਂ ਕੀ ਕਰਾਂ? ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ, ਤੂੰ ਕੀ ਮੰਨਦਾਗਾ? ਤੂੰ ਤਾਂ ਆਪ ਲੋਕਾਂ ਨੂੰ ਸਿਖਾਉਣਾਗਾ, ਤੇਰਾ ਕੀ ਮੰਨਦਾਗਾ ਕਿ ਸਵਰਗ ਵਿੱਚ ਜਾਣ ਦੇ ਲਈ ਇਨਸਾਨ ਨੂੰ ਕੀ ਕਰਨਾ ਚਾਹੀਦਾਗਾ? ਤਾਂ ਉਸ ਇਨਸਾਨ ਨੇ ਕਿਹਾ ਕਿ ਮੈਂ ਤਾਂ ਜਿੱਥੋਂ ਤੱਕ ਜਾਣਦਾਗਾ, ਜੋ ਮੈਂ ਪੜ੍ਹਿਆਗਾ, ਮੈਂ ਤਾਂ ਇਹੀ ਪੜ੍ਹਿਆਗਾ ਕਿ ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਕੀ ਕਰ? ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਬੁੱਧ ਨਾਲ, ਆਪਣੇ ਸਾਰੇ ਜ਼ੋਰ ਨਾਲ ਕੀ ਕਰ? ਪਿਆਰ ਕਰ। ਤੇ ਦੂਜਾ ਕੀ ਕਰ? ਆਪਣੇ ਗੁਆਂਢੀ ਨੂੰ ਪਿਆਰ ਕਰ। ਮਤਲਬ ਮੈਂ ਤਾਂ ਇੰਨਾ ਕੁ ਜਾਣਦਾਗਾ। ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਪ੍ਰਭੂ ਯਿਸੂ ਮਸੀਹ ਦਾ ਬਹੁਤ ਖੁਸ਼ ਹੋ ਗਏ ਔਰ ਕੀ ਕਿਹਾ? ਤੈਂ ਬਿਲਕੁਲ ਸਹੀ ਕਿਹਾਗਾ, ਜਾ ਕੇ ਇਸ ਤਰ੍ਹਾਂ ਹੀ ਕਰ। ਮਤਲਬ ਕਿ ਸਾਡੇ ਪਰਮੇਸ਼ਵਰ ਸਾਨੂੰ ਇਹੀ ਦੱਸਣਾ ਚਾਹੁੰਦੇ ਨੇ, ਸਾਨੂੰ ਇਹੀ ਸਿਖਾਉਣਾ ਚਾਹੁੰਦੇ ਨੇ ਕਿ ਤੁਸੀਂ ਕੀ ਕਰੋ? ਪਿਆਰ ਕਰੋ। ਪਿਆਰ ਕਰੋ, ਇੱਕ ਦੂਜੇ ਨੂੰ ਕੀ ਕਰੋ? ਮਾਫ ਕਰੋ। ਇੱਕ ਦੂਜੇ ਨੂੰ ਕੀ ਕਰੋ? ਪਿਆਰ ਕਰੋ। ਹੁਣ ਕਹਿਣ ਦਾ ਮਤਲਬ, ਅਗਰ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੀ ਹੈ? ਪਿਆਰ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ? ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰ ਸਕਦੇ ਹਾਂ, ਇੱਕ ਦੂਜੇ ਦੇ ਲਈ ਅਸੀਂ ਵਰਤ ਕਰ ਸਕਦੇ ਹਾਂ। ਅਗਰ ਮਨ ਦੇ ਵਿੱਚ ਪਿਆਰ ਨਹੀਂ ਹੈ, ਅਗਰ ਮਨ ਦੇ ਵਿੱਚ ਆਪਣੇ ਹਮਦਰਦੀ ਨਹੀਂ ਹੈ, ਤਾਂ ਨਾ ਤਾਂ ਉਸ ਇਨਸਾਨ ਦੇ ਲਈ ਉਸ ਤਰ੍ਹਾਂ ਦੀ ਪ੍ਰਾਰਥਨਾ ਕਰ ਸਕਦੇ ਹਾਂ, ਤੇ ਨਾ ਹੀ ਉਸ ਇਨਸਾਨ ਦੇ ਲਈ ਉਸ ਤਰ੍ਹਾਂ ਦੀ ਵਰਤ ਰੱਖ ਸਕਦੇ ਹਾਂ। ਕਿਉਂ? ਕਿਉਂਕਿ ਇਨਸਾਨ ਨੂੰ ਲੱਗਦਾ ਹੀ ਨਹੀਂ ਕਿ ਇਹਦੇ ਜੀਵਨ ਦੇ ਵਿੱਚ ਮਤਲਬ ਕੋਈ ਐਸਾ ਕੰਮ ਹੋਵੇ। ਕਿਉਂ? ਉਹਦੇ ਪਿੱਛੇ ਉਹਦਾ ਪਿਆਰ ਨਹੀਂ ਹੈ। ਲੇਕਿਨ ਦੇਖੋ ਪ੍ਰਭੂ ਯਿਸੂ ਮਸੀਹ ਜਦ ਇਸ ਧਰਤੀ ਉੱਪਰ ਆਏ ਸੀਗੇ ਤਾਂ ਉਹਨਾਂ ਨੇ ਕਿੰਨਾ ਪਿਆਰ ਕੀਤਾ ਇਨਸਾਨ ਨੂੰ। ਜੋ ਇਨਸਾਨ ਦੁਖੀ ਸੀਗਾ ਤਾਂ ਦੇਖੋ ਉੱਥੇ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਆਨੰਦ ਵਿੱਚ ਬਦਲ ਦਿੱਤਾ। ਜੋ ਇਨਸਾਨ ਸਮੱਸਿਆ ਵਿੱਚ ਸੀਗਾ ਉਸ ਨੂੰ ਪ੍ਰਭੂ ਯਿਸੂ ਮਸੀਹ ਨੇ ਉਸ ਦੀ ਸਮੱਸਿਆ ਵਿੱਚੋਂ ਬਾਹਰ ਕੱਢਿਆ। ਮਤਲਬ ਜਿੱਥੇ ਜਿੱਥੇ ਪ੍ਰਭੂ ਯਿਸੂ ਮਸੀਹ ਨੇ ਦੇਖਿਆ, ਆਪਾਂ ਪੜ੍ਹਦੇ ਹਾਂ ਬਾਈਬਲ ਦੇ ਵਿੱਚ, ਤਾਂ ਜਿੱਥੇ ਜਿੱਥੇ ਲੋਕ ਦੁਖੀ ਸੀਗੇ, ਜਿੱਥੇ ਜਿੱਥੇ ਲੋਕਾਂ ਨੂੰ ਚੰਗਾਈ ਦੀ ਜ਼ਰੂਰਤ ਸੀ, ਉੱਥੇ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਚੰਗਾਈ ਨੂੰ ਪ੍ਰਾਪਤ ਕਰਦੇ ਸੀਗੇ। ਔਰ ਕਈ ਵਾਰ ਤਾਂ ਆਪਾਂ ਦੇਖਿਆ ਬਾਈਬਲ ਦੇ ਵਿੱਚ ਕਿ ਜਦ ਬਹੁਤ ਜ਼ਿਆਦਾ ਭੀੜ ਹੁੰਦੀ ਸੀ ਪ੍ਰਭੂ ਯਿਸੂ ਮਸੀਹ ਦੇ ਪਿੱਛੇ, ਤਾਂ ਹੁੰਦਾ ਕੀ ਸੀਗਾ ਕਿ ਉਹ ਸਮੇਂ ਦੇ ਵਿੱਚ ਕਿ ਜੋ ਬਾਜ਼ਾਰ ਸੀਗੇ ਜਾਂ ਪਿੰਡ ਸੀਗੇ ਉਹ ਤਾਂ ਬਹੁਤ ਦੂਰ ਹੁੰਦੇ ਸੀਗੇ, ਲੇਕਿਨ ਲੋਕਾਂ ਨੂੰ ਖਾਣ ਪੀਣ ਦੇ ਲਈ ਕੁਝ ਨਹੀਂ ਮਿਲਦਾ ਸੀਗਾ। ਲੇਕਿਨ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਦੇਖ ਕੇ ਉਹਨਾਂ ਪਰ ਤਰਸ ਕਰਦੇ ਸੀਗੇ ਔਰ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਖਾਣਾ ਵੀ ਖਵਾਉਂਦੇ ਸੀਗੇ। ਇਹਦਾ ਕਾਰਨ ਕੀ ਸੀਗਾ? ਕਿ ਪ੍ਰਭੂ ਯਿਸੂ ਮਸੀਹ ਦੇ ਅੰਦਰ ਉਹਨਾਂ ਲੋਕਾਂ ਪ੍ਰਤੀ ਕੀ ਸੀਗਾ? ਪਿਆਰ ਸੀਗਾ। ਪ੍ਰਭੂ ਯਿਸੂ ਮਸੀਹ ਦੇ ਅੰਦਰ ਉਹਨਾਂ ਲੋਕਾਂ ਪ੍ਰਤੀ ਕੀ ਸੀਗਾ? ਉਹ ਤਾਂ ਦਇਆ ਸੀਗੀ। ਔਰ ਉਹੀ ਕੰਮ ਪ੍ਰਭੂ ਯਿਸੂ ਮਸੀਹ ਕੀ ਕਰਦੇ ਸੀਗੇ? ਉਹੀ ਕੰਮ ਪ੍ਰਭੂ ਯਿਸੂ ਮਸੀਹ ਇਹ ਕਹਿੰਦੇ ਨੇ ਕਿ ਤੁਸੀਂ ਵੀ ਇੱਕ ਦੂਜੇ ਨਾਲ ਇਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਕੀਤਾਗਾ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਲੋਕਾਂ ਨੂੰ ਚੰਗੇ ਕਰਦੇ ਸੀਗੇ। ਪ੍ਰਭੂ ਯਿਸੂ ਮਸੀਹ ਲੋਕਾਂ ਵਾਸਤੇ ਰਾਤ ਨੂੰ ਪ੍ਰਾਰਥਨਾ ਵੀ ਕਰਦੇ ਸੀਗੇ। ਹੁਣ ਦੇਖੋ ਇਹ ਕਿਉਂ ਕਰਦੇ ਸੀਗੇ? ਜਦ ਕਿ ਪ੍ਰਭੂ ਯਿਸੂ ਮਸੀਹ ਤਾਂ ਕਿਸੇ ਦੇ ਲਈ ਪ੍ਰਾਰਥਨਾ ਕਰਨ ਦੀ ਜ਼ਰੂਰਤ ਨਹੀਂ ਸੀਗੀ, ਲੇਕਿਨ ਫਿਰ ਵੀ ਦੇਖੋ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਵੀ ਕਰਦੇ ਸੀਗੇ। ਔਰ ਉਹਦਾ ਕਾਰਨ ਕੀ ਸੀਗਾ? ਕਿ ਪ੍ਰਭੂ ਯਿਸੂ ਮਸੀਹ ਦੇ ਅੰਦਰ ਕੀ ਸੀਗੀ? ਦਇਆ ਸੀ। ਪ੍ਰਭੂ ਯਿਸੂ ਮਸੀਹ ਦੇ ਅੰਦਰ ਕੀ ਸੀਗਾ? ਉਹ ਤਾਂ ਪਿਆਰ ਸੀਗਾ। ਲੇਕਿਨ ਬਾਈਬਲ ਦੇ ਵਿੱਚ ਇੱਕ ਗੱਲ ਲਿਖੀ ਹੈ, ਆਪਾਂ ਪੜਾਂਗੇ ਮੱਤੀ ਉਹਦਾ 5 ਅਧਿਆਏ ਉਹਦਾ 43 ਔਰ 44। ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ। ਬਾਂਗਾ ਤੁਹਾਨੂੰ ਆਖਦਾ ਹਾਂ ਭਾਈ, ਆਪਣੇ ਵੈਰੀ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਨਾਲ ਪ੍ਰਾਰਥਨਾ ਕਰੋ। ਸ਼ਾਂਤੀ ਨਾਲ ਪੜੋ ਨਾ, ਉੱਚੀ ਆਵਾਜ਼ ਵਿੱਚ ਥੋੜਾ। ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ। ਦੇਖੋ ਪ੍ਰਭੂ ਯਿਸੂ ਮਸੀਹ ਗੱਲ ਕਰ ਰਹੇ ਨੇ ਕਿ ਤੁਸੀਂ ਤਾਂ ਇਹ ਗੱਲ ਸੁਣੀ ਹੋਈ ਸੀ ਪਹਿਲਾਂ, ਕੀ ਕਿ ਤੁਸੀਂ ਆਪਣੇ ਗੁਆਂਢੀ ਨੂੰ ਕੀ ਕਰੋ?
ਪਿਆਰ ਕਰ। ਲੇਕਿਨ ਜੇ ਤੁਹਾਡਾ ਵੈਰੀ ਹੈ ਉਹਦੇ ਨਾਲ ਕੀ ਰੱਖੋ? ਵੈਰ। ਵੈਰ ਰੱਖੋ। ਮਤਲਬ ਇਹ ਚੀਜ਼ ਤਾਂ ਤੁਸੀਂ ਪਹਿਲਾਂ ਸੁਣੀ ਹੋਈ ਹੈ, ਲੇਕਿਨ ਮੈਂ ਤੁਹਾਨੂੰ ਕੀ ਕਹਿੰਦਾਗਾ ਹੈ? ਪਰ ਮੈਂ ਤੁਹਾਨੂੰ ਆਖਦਾ ਹਾਂ ਦੇਖੋ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਆਖਦਾਗਾ, ਕੀ ਆਖਦਾਗਾ? ਭਾਈ ਆਪਣੇ ਵੈਰੀਆਂ ਨਾਲ ਪਿਆਰ ਕਰੋ। ਆਪਣੇ ਵੈਰੀ ਨਾਲ ਕੀ ਕਰੋ? ਪਿਆਰ ਕਰੋ। ਪਿਆਰ ਕਰੋ। ਹਾਂ, ਅਤੇ ਜੋ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰੋ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਕੀ ਲਿਖਿਆਗਾ? ਵੀ ਜੋ ਤੁਹਾਡੇ ਵੈਰੀ ਨੇ ਉਹਨਾਂ ਨੂੰ ਕੀ ਕਰੋ? ਤੁਸੀਂ ਪਿਆਰ ਕਰੋ। ਔਰ ਜੋ ਤੁਹਾਨੂੰ ਸਤਾਉਂਦੇ ਨੇ, ਜੋ ਤੁਹਾਨੂੰ ਪਰੇਸ਼ਾਨ ਕਰਦੇ ਨੇ, ਉਹਨਾਂ ਲਈ ਕੀ ਕਰੋ? ਤੁਸੀਂ ਪ੍ਰਾਰਥਨਾ ਕਰੋ। ਹੁਣ ਦੇਖੋ, ਇੱਕ ਤਾਂ ਵੈਰੀ ਹੈ, ਹੋ ਸਕਦਾਗਾ ਚਲੋ ਤੁਸੀਂ ਕਿਸੇ ਦੇ ਵੈਰੀ ਨਹੀਂ ਹੋ ਸਕਦਾ ਤੁਸੀਂ ਕਿਸੇ ਦਾ ਦੁਸ਼ਮਣ ਨਹੀਂ ਹੋ, ਲੇਕਿਨ ਸਾਹਮਣੇ ਵਾਲਾ ਅਗਰ ਤੁਹਾਨੂੰ ਦੁਸ਼ਮਣ ਮੰਨਦਾਗਾ, ਅਗਰ ਸਾਹਮਣੇ ਵਾਲਾ ਤੁਹਾਨੂੰ ਅਗਰ ਵੈਰੀ ਮੰਨਦਾਗਾ, ਤਾਂ ਉਹਨੂੰ ਕੀ ਕਰਨਾਗਾ? ਉਹਨੂੰ ਪਿਆਰ ਕਰਨਾਗਾ। ਔਰ ਅਗਰ ਉਹ ਦੁਸ਼ਮਣ ਮੰਨਦਾ ਤੁਹਾਨੂੰ, ਅਗਰ ਤੁਹਾਨੂੰ ਵੈਰੀ ਮੰਨਦਾਗਾ, ਤਾਂ ਉਹ ਕੀ ਕਰੇਗਾ? ਉਹ ਤੁਹਾਡੀ ਨਿੰਦਿਆ ਕਰੇਗਾ। ਉਹ ਕੀ ਕਰੇਗਾ? ਉਹ ਤੁਹਾਨੂੰ ਗਾਲਾਂ ਕੱਢੇਗਾ। ਹੋ ਸਕਦਾ ਉਹ ਤੁਹਾਡੇ ਨਾਲ ਲੜਾਈ ਝਗੜਾ ਵੀ ਕਰੇ। ਹੋ ਸਕਦਾ ਤੁਹਾਡੇ 2-4 ਥੱਪੜੇ ਵੀ ਮਾਰ ਦੇਵੇ, ਜਾਂ ਤੁਹਾਡੇ 2-4 ਚਪੇੜਾਂ ਮਾਰ ਦੇਵੇ। ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ? ਕੀ ਕਰੋ? ਉਹਨੂੰ ਪਿਆਰ ਕਰੋ। ਹੁਣ ਦੇਖੋ, ਇਹ ਕੀ ਕਰੋ? ਉਹਨੂੰ ਪਿਆਰ ਕਰੋ। ਔਰ ਫਿਰ ਕੀ ਲਿਖਿਆ? ਕਿ ਜਿਹੜਾ ਤੁਹਾਨੂੰ ਸਤਾਉਂਦਾ ਹੈਗਾ, ਮਤਲਬ ਜੋ ਤੁਹਾਡੀ ਨਿੰਦਿਆ ਕਰੇ, ਜੋ ਤੁਹਾਨੂੰ ਗਾਲਾਂ ਕੱਢੇ, ਜਾਂ ਤੁਹਾਡਾ ਬੁਰਾ ਕਰੇ, ਤਾਂ ਉਹਦੇ ਲਈ ਕੀ ਕਰੋ? ਉਹਦੇ ਲਈ ਪ੍ਰਾਰਥਨਾ ਕਰੋ। ਹੁਣ ਦੇਖੋ, ਇਹ ਕੰਮ ਬੜਾ ਔਖਾ ਗਾ ਉਸ ਇਨਸਾਨ ਦੇ ਲਈ, ਪ੍ਰਾਰਥਨਾ ਕਰਨੀ। ਪ੍ਰਾਰਥਨਾ ਕਦੋਂ ਹੁੰਦੀ ਹੈ? ਕਿ ਜਦ ਇਨਸਾਨ ਦੇ ਮਨ ਦੇ ਵਿੱਚ ਕੀ ਹੋਵੇ? ਕਿਸੇ ਦੇ ਪ੍ਰਤੀ ਪ੍ਰੇਮ ਹੈ। ਲੇਕਿਨ ਜਦ ਮਨ ਦੇ ਵਿੱਚ ਪ੍ਰੇਮ ਹੀ ਨਹੀਂ ਹੈ, ਤਾਂ ਉਸ ਇਨਸਾਨ ਦੇ ਲਈ ਪ੍ਰਾਰਥਨਾ ਕੈਸੀ ਹੋਊਗੀ? ਹੁਣ ਜ਼ਿਆਦਾਤਰ ਕੀ ਹੁੰਦਾਗਾ ਕਿ ਚਾਹੇ ਲੋਕ ਮਸੀਹ ਨੂੰ ਮੰਨਦੇ ਨੇ, ਅਗਰ ਕਿਸੇ ਨਾਲ ਲੜਾਈ ਝਗੜਾ ਹੋ ਜਾਏ, ਤਾਂ ਉਹ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਉਸ ਨੂੰ ਬਦਦੁਆ ਦਿੰਦੇ ਨੇ। ਮੈਂ ਸੁਣਦਾ ਕਈ ਵਾਰ ਐਸਾ ਕਿ ਉਹ ਬਦਦੁਆ ਦਿੰਦੇ ਨੇ, ਯਿਸੂ ਮਸੀਹ ਦਾ ਨਾਮ ਲੈ ਕੇ ਬਦਦੁਆ ਦਿੰਦੇ ਨੇ, ਮੂੰਹ ਦੇ ਵਿੱਚੋਂ ਅਨਾਪ ਸ਼ਨਾਪ ਗੱਲਾਂ ਬੋਲਦੇ ਨੇ, ਔਰ ਬੋਲਣਗੇ ਕਿ ਯਿਸੂ ਮਸੀਹ ਇਸ ਤਰ੍ਹਾਂ ਕਰੇ ਤੇਰੇ ਨਾਲ। ਚਲੋ ਉਹ ਲੋਕ ਤਾਂ ਅਣਜਾਣ ਨੇ ਚੀਜ਼ ਤੋਂ, ਉਹ ਲੋਕ ਨਹੀਂ ਜਾਣਦੇ, ਇਸ ਲਈ ਇਸ ਤਰ੍ਹਾਂ ਕਹਿੰਦੇ ਨੇ। ਕਿਉਂ? ਕਦੇ ਬਾਈਬਲ ਨਹੀਂ ਪੜ੍ਹੀ, ਕਦੇ ਬਾਈਬਲ ਦੇ ਵਿੱਚ ਵਚਨ ਨੂੰ ਸੁਣਿਆ ਨਹੀਂ ਹੈ, ਕਦੇ ਵਚਨ ਨੂੰ ਦੇਖਿਆ ਨਹੀਂ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ? ਕਿ ਤੁਸੀਂ ਆਪਣੇ ਸਤਾਉਣ ਵਾਲਿਆਂ ਦੇ ਲਈ ਕੀ ਕਰੋ? ਪ੍ਰਾਰਥਨਾ ਕਰੋ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰਨ ਦੇ ਲਈ ਕਿਉਂ ਕਹਿੰਦੇ ਨੇ? ਕਿਉਂਕਿ ਅਗਰ ਤੁਸੀਂ ਪ੍ਰਾਰਥਨਾ ਕਰੋਗੇ, ਤਾਂ ਤੁਹਾਡੀ ਪ੍ਰਾਰਥਨਾ ਸੁਣ ਕੇ ਮੈਂ ਕੀ ਕਰਾਂਗਾ? ਉਹਦਾ ਉੱਤਰ ਦੇਵਾਂਗਾ। ਇਹਦਾ ਮਤਲਬ ਕਿ ਪ੍ਰਭੂ ਯਿਸੂ ਮਸੀਹ ਸਾਡੀ ਪ੍ਰਾਰਥਨਾ ਨੂੰ ਸੁਣਨਾ ਚਾਹੁੰਦੇ ਨੇ। ਪ੍ਰਭੂ ਯਿਸੂ ਮਸੀਹ ਸਾਡੀ ਪ੍ਰਾਰਥਨਾ ਨੂੰ ਸੁਣਨਾ ਚਾਹੁੰਦੇ ਨੇ। ਔਰ ਪ੍ਰਾਰਥਨਾ ਵੀ ਦੇਖੋ, ਕਈ ਲੋਕ ਪ੍ਰਾਰਥਨਾ ਆਪਣੇ ਵੈਰੀ ਲਈ ਕਰਦੇ ਨੇ ਕਿ ਹੇ ਪ੍ਰਭੂ, ਮੈਂ ਤੇਰੇ ਨਾਮ ਦੇ ਵਿੱਚ ਪ੍ਰਾਰਥਨਾ ਕਰਦਾ ਹਾਂ, ਮੇਰਾ ਜੋ ਵੈਰੀ ਹੈ, ਮੇਰਾ ਜੋ ਦੁਸ਼ਮਣ ਹੈ, ਉਹਦਾ ਕੀ ਕਰ? ਉਹਦਾ ਇਸ ਤਰ੍ਹਾਂ ਕਰਦੇ, ਉਹਦਾ ਨੁਕਸਾਨ ਕਰ। ਤਾਂ ਕੀ ਪਰਮੇਸ਼ਵਰ ਦੀ ਪ੍ਰਾਰਥਨਾ ਸੁਣੇਗਾ? ਜਦ ਕਿ ਪਰਮੇਸ਼ਵਰ ਨੇ ਕਿਹਾ ਤੁਸੀਂ ਆਪਣੇ ਵੈਰੀ ਲਈ ਪ੍ਰਾਰਥਨਾ ਕਰੋ, ਆਪਣੇ ਵੈਰੀ ਲਈ ਪ੍ਰਾਰਥਨਾ ਕਰੋ। ਲੇਕਿਨ ਸਹੀ ਦੇ ਵਿੱਚ ਪ੍ਰਾਰਥਨਾ ਕੈਸੀ ਕਰਨੀ ਹੈ? ਪ੍ਰਾਰਥਨਾ ਕਿਸ ਤਰ੍ਹਾਂ ਦੀ ਹੁੰਦੀ ਹੈ? ਆਪਾਂ ਪੜਾਂਗੇ ਬਾਈਬਲ ਦੇ ਵਿੱਚ, ਪ੍ਰਕਾਸ਼ ਦੀ ਪੋਥੀ ਉਹਦਾ 5 ਅਧਿਆਇ, ਉਹਦਾ 8 ਵਚਨ। ਅਤੇ ਜਾਂ ਉਹਨੇ ਪੋਥੀ ਲੈ ਲਈ, ਤਾਂ ਚਾਰੇ ਜੰਤੂ ਅਤੇ 24 ਬਜ਼ੁਰਗ ਲੇਲੇ ਦੇ ਅੱਗੇ ਡਿੱਗ ਪਏ, ਅਤੇ ਹਰੇਕ ਦੇ ਕੋਲ ਰਬਾਬ ਅਤੇ ਧੂਪ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ, ਜਿਹੜੇ ਸੰਤਾਂ ਦੀਆਂ ਪ੍ਰਾਰਥਨਾ ਸਨ। ਦੇਖੋ, ਧੂਪ ਦੇ ਸੋਨੇ, ਧੂਪ ਦੇ ਭਰੇ ਹੋਏ ਸੋਨੇ ਦੇ ਕਟੋਰੇ ਸਨ। ਇਹ ਸਵਰਗ ਦੀ ਗੱਲ ਹੋ ਰਹੀ ਹੈ ਕਿ ਉੱਥੇ 4 ਜੰਤੂ ਔਰ 24 ਬਜ਼ੁਰਗ ਨੇ, ਜੋ ਲੈ ਅੱਗੇ ਕੀ ਕਰਦੇ ਸੀਗੇ? ਆਪਣੇ ਆਪ ਨੂੰ ਮਤਲਬ ਧੰਨਵਾਦ ਕਰਦੇ ਸੀਗੇ, ਆਪਣੇ ਆਪ ਨੂੰ ਉਹਦੇ ਸਾਹਮਣੇ ਨੀਵਾਂ ਕਰਦੇ ਸੀਗੇ। ਲੇਕਿਨ ਉਹ ਲੇਲਾ ਕੌਣ ਹੈ? ਲੇਲਾ ਤਾਂ ਪ੍ਰਭੂ ਯਿਸੂ ਮਸੀਹ ਹੈ। ਔਰ ਕੀ ਲਿਖਿਆ? ਕਿ ਧੂਪ ਦੇ ਭਰੇ ਹੋਏ ਸੋਨੇ ਦੇ ਕਟੋਰੇ ਸਨ, ਤੇ ਜਿਹੜੇ ਕੀ ਨੇ? ਸੰਤਾਂ ਦੀਆਂ ਪ੍ਰਾਰਥਨਾਵਾਂ। ਫਿਰ ਮੈਂ ਤੁਹਾਨੂੰ ਦੱਸਦਾ ਕਿ ਪੜ੍ਹੋ ਇੱਕ ਵਚਨ, ਤੇ ਪ੍ਰਕਾਸ਼ ਦੀ ਪੋਥੀ ਉਹਦਾ 8 ਅਧਿਆਇ, ਉਹਦਾ 3 ਅਤੇ 4। ਫਿਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲਈ ਜਗਵੇਦੀ ਉੱਤੇ ਜਾ ਖਲੋਤਾ, ਅਤੇ ਬਹੁਤ ਸਾਰੀ ਧੂਪ ਉਹਨੂੰ ਦਿੱਤੀ ਗਈ। ਭਈ ਉਹ ਉਸ ਨੂੰ ਸਭਨਾ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਨਾਲ ਉਸ ਸੋਨੇ ਦੀ ਜਗਵੇਦੀ ਉੱਤੇ ਪਠਾਉਂਦਾ ਰਹੇ, ਜਿਹੜੀ ਸਿੰਘਾਸਨ ਦੇ ਅੱਗੇ ਹੈ। ਹਾਂ, ਫਿਰ ਚਾਲੂ ਪੜੋ। ਅਤੇ ਧੂਪ ਦਾ ਧੂੰਆਂ ਸੰਤਾਂ ਦੀਆਂ ਪ੍ਰਾਰਥਨਾ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ਵਰ ਦੇ ਹਜ਼ੂਰ ਅੱਪੜ ਗਿਆ। ਸਾਰੇ ਬੋਲੋ ਹਾਲੇਲੂਇਆ। ਦੇਖੋ, ਇੱਥੇ ਗੱਲ ਹੋ ਰਹੀ ਹੈ ਧੂਪ ਦੀ, ਕਿ ਧੂਪ ਕੀ ਦੱਸਦੀ ਹੈ? ਕਿ ਉਹ ਹੈ ਪ੍ਰਾਰਥਨਾ। ਧੂਪ ਕੀ ਹੈ? ਪ੍ਰਾਰਥਨਾ। ਇੱਕ ਵਾਰ ਫਿਰ ਪੜੋ 8:3 ਨੂੰ ਸ਼ਾਂਤੀ ਨਾਲ। ਫਿਰ ਇੱਕ ਹੋਰ ਦੂਤ ਆਇਆ, ਫਿਰ ਇੱਕ ਦੂਤ ਹੋਰ ਆਇਆ ਅਤੇ ਸੋਨੇ ਦੀ ਧੂਪਦਾਨੀ ਲਈ, ਸੋਨੇ ਦੀ ਧੂਪਦਾਨੀ ਲਈ ਜਗਵੇਦੀ ਉੱਤੇ ਜਾ ਖਲੋਤਾ। ਮਤਲਬ ਜਗਵੇਦੀ ਬਣੀ ਹੋਈ ਉੱਥੇ, ਉਹਦੇ ਉੱਪਰ ਜਾ ਕੇ ਉਹ ਖੜਾ ਹੋ ਗਿਆ, ਅਤੇ ਬਹੁਤ ਸਾਰੀ ਧੂਪ ਉਹਨੂੰ ਦਿੱਤੀ ਗਈ। ਮਤਲਬ ਬਹੁਤ ਸਾਰੀ ਧੂਪ ਕੀ ਸੀਗੀ? ਉਹਨੂੰ ਦਿੱਤੀ ਗਈ। ਭਈ ਉਹ ਉਸ ਨੂੰ ਸਭਨਾ ਸੰਤਾਂ ਦੀਆਂ ਪ੍ਰਾਰਥਨਾ ਦੇ ਨਾਲ ਨਾਲ
ਉਸ ਸੋਨੇ ਦੀ ਜਗਵੇਦੀ ਉੱਤੇ ਦਿਖਾਉਂਦਾ ਰਹੇ। ਮਤਲਬ ਉਸ ਧੂਪ ਨੂੰ ਸੰਤਾਂ ਦੀਆਂ ਪ੍ਰਾਰਥਨਾ ਦੇ ਨਾਲ ਨਾਲ ਕੀ ਆ, ਉਹਨੂੰ ਦਿਖਾਉਂਦਾ ਰਹੇ। ਹੁਣ ਦੇਖੋ ਜੋ ਪ੍ਰਾਰਥਨਾ ਕੀ ਉਹ ਕਿਹਦੇ ਸਮਾਨ ਹੈ? ਉਹਦਾ ਧੂਪ ਦੇ ਸਮਾਨ ਹੈ। ਧੂਪ ਦੇਖੀਏ ਨਾ, ਜਦੋਂ ਇਨਸਾਨ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਕਈ ਵਾਰ ਖੁਸ਼ਬੂ ਵਾਸਤੇ ਲੋਕ ਧੂਪ ਨੂੰ ਲਾਉਂਦੇ ਨੇ। ਜੇ ਧੂਪ ਨੂੰ ਆਪਣੇ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਕਈ ਲੋਕ ਖੁਸ਼ਬੂ ਵਾਸਤੇ ਲਾਉਂਦੇ ਨੇ। ਹੁਣ ਧੂਪ ਦੇ ਵਿੱਚੋਂ ਕੀ ਨਿਕਲਦਾਗਾ? ਧੂਆਂ। ਧੂਆਂ ਕਿੱਥੇ ਜਾਂਦਾਗਾ? ਉਹ ਤਾਂ ਉੱਪਰ ਚਲਾ ਜਾਂਦਾਗਾ। ਧੂਆਂ ਉੱਪਰ ਜਾਣ ਦਾ ਕਾਰਨ ਕੀ ਹੈ? ਕਿਉਂਕਿ ਉਹ ਧੂਆਂ ਜੋ ਉਹ ਹਵਾ ਤੋਂ ਕੀ ਹੈ? ਹਲਕਾ ਹੁੰਦਾਗਾ, ਇਸ ਕਰਕੇ ਉੱਪਰ ਚਲਾ ਜਾਂਦਾਗਾ। ਜਦੋਂ ਉੱਪਰ ਚਲਾ ਜਾਂਦਾਗਾ, ਉੱਪਰ ਉਹਨੂੰ ਹਵਾ ਨਹੀਂ ਮਿਲਦੀ ਤਾਂ ਧੂਆਂ ਕੀ ਹੋ ਜਾਂਦਾਗਾ? ਉਹ ਪਾਣੀ ਵਿੱਚ ਬਦਲ ਜਾਂਦਾਗਾ। ਔਰ ਜੋ ਪਾਣੀ ਹੈ ਉਹ ਹਵਾ ਤੋਂ ਕੀ ਹੁੰਦਾਗਾ? ਭਾਰਾ ਹੁੰਦਾਗਾ। ਔਰ ਕੀ ਹੁੰਦੀ ਹੈ ਉਹ ਪਾਣੀ ਹੈ ਜੋ ਮਤਲਬ ਜੋ ਧੂਆਂ ਗਾ ਉਹ ਪਾਣੀ ਬਣ ਕੇ ਥੱਲੇ ਆ ਜਾਂਦਾਗਾ। ਹੁਣ ਦੇਖੋ ਪਰਮੇਸ਼ਵਰ ਨੇ ਕੀ ਕਿਹਾਗਾ ਕਿ ਆਪਣੇ ਬੈਰੀਆਂ ਲਈ ਕੀ ਕਰੋ? ਤੁਸੀਂ ਪ੍ਰਾਰਥਨਾ ਕਰੋ। ਪ੍ਰਾਰਥਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਹਲਕੀ ਹੋਣੀ ਚਾਹੀਦੀ ਹੈ। ਪ੍ਰਾਰਥਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਉਹਦੇ ਵਿੱਚ ਵਜਨ ਨਹੀਂ ਹੋਣਾ ਚਾਹੀਦਾ। ਲੇਕਿਨ ਪ੍ਰਾਰਥਨਾ ਕੈਸੀ ਹੋਣੀ ਚਾਹੀਦੀ ਹੈ? ਉਹ ਤਾਂ ਬਿਲਕੁਲ ਹਲਕੀ ਹੋਣੀ ਚਾਹੀਦੀ ਹੈ। ਕਿਸ ਤਰ੍ਹਾਂ ਦੀ? ਧੂਏ ਦੇ ਸਮਾਨ। ਧੂਆਂ ਕੀ ਕਰਦਾ? ਹਮੇਸ਼ਾ ਉੱਪਰ ਜਾਂਦਾਗਾ। ਔਰ ਜਾਣ ਤੋਂ ਬਾਅਦ ਕੀ ਹੁੰਦਾਗਾ? ਧੂਆਂ ਉਹ ਤਾਂ ਥੱਲੇ ਵੀ ਆਉਂਦਾਗਾ। ਇਹਦਾ ਮਤਲਬ ਕਿ ਅਗਰ ਕਿਸੇ ਲਈ ਪ੍ਰਾਰਥਨਾ ਕਰਨੀ ਹੈ ਤਾਂ ਕਿਸ ਤਰ੍ਹਾਂ ਦੀ ਪ੍ਰਾਰਥਨਾ ਕਰੋ? ਉਹ ਤਾਂ ਹਲਕੀ ਕਰੋ। ਮਤਲਬ ਕਿ ਪ੍ਰਾਰਥਨਾ ਜੋ ਉਹ ਦਿਖਾਵੇ ਦੀ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ। ਕਈ ਲੋਕ ਉੱਚੀ ਉੱਚੀ ਪ੍ਰਾਰਥਨਾ ਕਰਦੇ ਨੇ, ਕਈ ਲੋਕ ਤਾਂ ਜ਼ੋਰ ਜ਼ੋਰ ਦੀ ਪ੍ਰਾਰਥਨਾ ਕਰਦੇ ਨੇ ਔਰ ਪੂਰਾ ਜ਼ੋਰ ਲਾ ਕੇ ਪ੍ਰਾਰਥਨਾ ਕਰਦੇ ਨੇ। ਕਿਉਂ? ਕਿਉਂਕਿ ਦਿਖਾਵਾ ਵੀ ਕਰਦੇ ਨੇ ਕਈ ਲੋਕ। ਹੁਣ ਬੰਦਗੀ ਵਿੱਚ ਦੇਖੋ, ਹੁਣ ਚਲੋ ਆਪਣੇ ਜੋ ਕਰੋਨਾ ਵਾਇਰਸ ਹੈ ਇਹਦੇ ਕਰਕੇ ਹੁਣ ਬੰਦਗੀ ਨਹੀਂ ਕਿਤੇ ਲੱਗ ਰਹੀ, ਲੇਕਿਨ ਬੰਦਗੀਆਂ ਵਿੱਚ ਅਕਸਰ ਦੇਖਦੇ ਆ ਕਿ ਲੋਕ ਜਾਂ ਜ਼ਿਆਦਾਤਰ ਔਰਤ ਲੋਕਾਂ ਉਹ ਕੀ ਕਰਦੇ ਨੇ? ਜ਼ਿਆਦਾਤਰ ਇੱਕ ਦੂਜੇ ਤੋਂ ਜ਼ਿਆਦਾ ਜ਼ੋਰ ਲਗਾ ਕੇ ਪ੍ਰਾਰਥਨਾ ਕਰਦੇ ਨੇ। ਕਿਉਂ? ਕਿਉਂਕਿ ਦੂਜੇ ਨੂੰ ਸੁਣਾਈ ਦੇਵੇ ਔਰ ਦੂਜੇ ਨੂੰ ਕੀ ਲੱਗੇ ਕਿ ਅਸੀਂ ਧਰਮੀ ਆ। ਮਤਲਬ ਕਿ ਇੰਨੀ ਜ਼ੋਰ ਦੀ ਪ੍ਰਾਰਥਨਾ ਕਰਨਗੇ, ਉਹਦੇ ਸ਼ਬਦ ਇੰਨੇ ਭਾਰੀ ਹੋਣਗੇ ਕਿ ਜੋ ਪ੍ਰਾਰਥਨਾ ਗੀ ਉਹ ਉੱਪਰ ਨਹੀਂ ਜਾਂਦੀ। ਪ੍ਰਾਰਥਨਾ ਉੱਪਰ ਨਹੀਂ ਜਾਂਦੀ। ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਜੋ ਪ੍ਰਾਰਥਨਾ ਗੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਉਹ ਤਾਂ ਧੂਪ ਦੇ ਸਮਾਨ ਹੋਣੀ ਚਾਹੀਦੀ ਹੈ। ਜੋ ਧੂਪ ਦਾ ਧੂਆਂ ਗਾ ਉਹ ਕਿੱਥੇ ਹੈ? ਉਹ ਤਾਂ ਉੱਪਰ ਜਾਣਾ ਚਾਹੀਦਾਗਾ। ਔਰ ਜਦ ਉੱਪਰ ਜਾਂਦਾਗਾ ਉਸ ਤੋਂ ਬਾਅਦ ਜਦ ਪਾਣੀ ਬਣ ਕੇ ਥੱਲੇ ਆਉਂਦਾਗਾ, ਇਹਦਾ ਮਤਲਬ ਕਿ ਜੋ ਸਾਡੀ ਪ੍ਰਾਰਥਨਾ ਗੀ ਇਹ ਉੱਪਰ ਜਾਵੇ। ਉਸ ਤੋਂ ਬਾਅਦ ਪਰਮੇਸ਼ਵਰ ਸੁਣੇ। ਉਸ ਤੋਂ ਬਾਅਦ ਪਰਮੇਸ਼ਵਰ ਉਸੇ ਪ੍ਰਾਰਥਨਾ ਦਾ ਉੱਤਰ ਦੇਵੇ। ਉਸੇ ਪ੍ਰਾਰਥਨਾ ਦਾ ਉੱਤਰ ਦੇਵੇ। ਨਹੀਂ ਤਾਂ ਕਈ ਲੋਕ ਦੇਖੋ ਪ੍ਰਾਰਥਨਾ ਤਾਂ ਕਰਦੇ ਨੇ ਲੇਕਿਨ ਉਹਨਾਂ ਨੂੰ ਉੱਤਰ ਨਹੀਂ ਮਿਲਦਾ। ਉੱਤਰ ਨਹੀਂ ਮਿਲਦਾ। ਅੱਜ ਦੇਖੋ ਕਿੰਨੇ ਲੋਕ ਨੇ ਜੋ ਪਵਿੱਤਰ ਆਤਮਾ ਦੇ ਲਈ ਪ੍ਰਾਰਥਨਾ ਕਰ ਰਹੇ ਨੇ, ਪਵਿੱਤਰ ਆਤਮਾ ਦੇ ਲਈ ਪ੍ਰਾਰਥਨਾ ਕਰਦੇ ਨੇ, ਲੇਕਿਨ ਪਵਿੱਤਰ ਆਤਮਾ ਉਹਨਾਂ ਨੂੰ ਹਜੇ ਤੱਕ ਨਹੀਂ ਮਿਲ ਰਿਹਾ। ਕਈ ਲੋਕ ਤਾਂ 20 ਸਾਲ ਤੋਂ 25 ਸਾਲ ਤੋਂ ਕਈ 30 ਸਾਲ ਤੋਂ ਮਸੀਹ ਦੇ ਵਿੱਚ ਨੇ। ਉਹਨਾਂ ਲੋਕਾਂ ਨੇ ਵਰਤ ਵੀ ਕੀਤਾ, ਉਹਨਾਂ ਲੋਕਾਂ ਨੇ ਪ੍ਰਾਰਥਨਾ ਵੀ ਕੀਤੀ ਔਰ ਹੁਣ ਵੀ ਕਰਦੇ ਨੇ ਕਈ ਲੋਕ। ਲੇਕਿਨ ਦੇਖੋ ਜੋ ਪ੍ਰਾਰਥਨਾ ਸੁਣੀ ਜਾਣੀ ਚਾਹੀਦੀ ਹੈ ਉਹ ਪ੍ਰਾਰਥਨਾ ਪਰਮੇਸ਼ਵਰ ਸੁਣ ਨਹੀਂ ਰਹੇ। ਉਹਦਾ ਕਾਰਨ ਕੀ ਹੈ? ਕਿਉਂਕਿ ਜਿਸ ਤਰ੍ਹਾਂ ਦੀ ਪ੍ਰਾਰਥਨਾ ਪਰਮੇਸ਼ਵਰ ਚਾਹੁੰਦੇ ਨੇ ਉਸ ਤਰ੍ਹਾਂ ਦੀ ਪ੍ਰਾਰਥਨਾ ਇਨਸਾਨ ਉਹ ਕਰ ਨਹੀਂ ਰਿਹਾ। ਉਹ ਇਨਸਾਨ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਨਹੀਂ ਕਰ ਰਿਹਾ। ਕਿ ਜਦ ਕਿ ਪ੍ਰਾਰਥਨਾ ਕੀ ਜੋ ਉਹ ਪ੍ਰਾਰਥਨਾ ਤਾਂ ਇਨਸਾਨ ਨੂੰ ਕਰਨੀ ਚਾਹੀਦੀ ਹੈ। ਹੁਣ ਦੇਖੋ ਆਪਾਂ ਨੇ ਕਈ ਵਾਰ ਬਾਈਬਲ ਦੇ ਵਿੱਚੋਂ ਸੁਣਿਆਗਾ ਕਿ ਇੱਕ ਸੌਲਸ ਨਾਮ ਦਾ ਇਨਸਾਨ ਸੀਗਾ। ਸੌਲਸ ਮਤਲਬ ਜੋ ਹੁਣ ਲੋਕ ਨੂੰ ਪੌਲਸ ਕਹਿੰਦੇ ਨੇ। ਹੁਣ ਉਹ ਕੈਸਾ ਇਨਸਾਨ ਸੀਗਾ? ਉਹ ਤਾਂ ਐਸਾ ਇਨਸਾਨ ਸੀਗਾ ਕਿ ਅਗਰ ਕੋਈ ਵੀ ਇਨਸਾਨ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਉੱਪਰ ਵਿਸ਼ਵਾਸ ਕਰਦਾਗਾ, ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਕੱਠਾ ਹੁੰਦਾਗਾ, ਅਗਰ ਉਸਨੂੰ ਪਤਾ ਚੱਲ ਗਿਆ ਤਾਂ ਉਹ ਲੋਕ ਕੀ ਕਰਦਾ ਸੀਗਾ? ਉਹ ਤਾਂ ਆਪਣੇ ਨਾਲ ਲੋਕਾਂ ਨੂੰ ਲੈ ਕੇ ਜਾਂਦਾ ਸੀਗਾ। ਉੱਥੇ ਉਹਨਾਂ ਲੋਕਾਂ ਨੂੰ ਮਾਰਦਾ ਸੀ, ਕੁੱਟਦਾ ਸੀ। ਉੱਥੇ ਦੀਆਂ ਜੋ ਔਰਤਾਂ ਸੀਆਂ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਉਹਨਾਂ ਨੂੰ ਘਸੀਟਦਾ ਸੀਗਾ। ਮਤਲਬ ਬਹੁਤ ਜ਼ੁਲਮ ਕਰਦਾ ਸੀਗਾ। ਕਿਹਦੇ ਉੱਪਰ? ਕਲੀਸਿਆ ਦੇ ਉੱਪਰ। ਕਿਹੜੀ ਕਲੀਸਿਆ ਦੇ ਉੱਪਰ? ਜੋ ਪ੍ਰਭੂ ਯਿਸੂ ਮਸੀਹ ਦੀ ਕਲੀਸਿਆ ਸੀ। ਮਤਲਬ ਉਹਦਾ ਜੋ ਬੋਲਬਾਲਾ ਸੀ ਉਹ ਚਾਰੇ ਪਾਸੇ ਫੈਲਿਆ ਹੋਇਆ ਸੀਗਾ। ਲੋਕ ਉਹਦੇ ਨਾਮ ਤੋਂ ਵੀ ਡਰਦੇ ਸੀਗੇ। ਸੌਲਸ ਆਉਣ ਵਾਲਾ ਹੀ ਹੈ, ਸੌਲਸ ਹੈ। ਦੇਖਿਆ ਜਾਵੇ ਤਾਂ ਉਹ ਕੌਣ ਸੀਗਾ? ਉਹ ਤਾਂ ਬਹੁਤ ਖਤਰਨਾਕ ਸੀਗਾ। ਔਰ ਉਹਦੇ ਲਈ ਬਾਈਬਲ ਦੇ ਵਿੱਚ ਲਿਖਿਆ ਗਿਆ, ਆਪਾਂ ਪੜਾਂਗੇ ਰਸੂਲਾਂ ਉਹਦਾ 26 ਅਧਿਆਇ ਉਹਦਾ 11 ਵਚਨ। ਮੈਂ ਹਰੇਕ ਸਮਾਜ ਵਿੱਚ ਉਹਨਾਂ ਨੂੰ ਬਹੁਤ ਵਾਰੀ ਸਜ਼ਾ ਦੇ ਕੇ ਸ਼ਾਂਤੀ ਨਾਲ। ਮੈਂ ਹਰੇਕ ਸਮਾਜ ਵਿੱਚ ਉਹਨਾਂ ਨੂੰ ਬਹੁਤ ਵਾਰੀ ਸਜ਼ਾ ਦੇ ਕੇ ਕੁਫਰ ਬਕਵਾਉਣ ਲਈ ਉਹਨਾਂ ਨੂੰ ਤੰਗ ਕੀਤਾ। ਦੇਖੋ ਸੰਤ ਪੌਲਸ ਆਪਣੇ ਮੂੰਹ ਦੀ ਗੱਲ ਦੱਸ ਰਿਹਾਗਾ ਕਿ ਮੈਂ ਤਾਂ ਬਹੁਤ ਵਾਰੀ ਕੀ ਕਰਦਾ ਸੀਗਾ ਕਿ ਉਹਨਾਂ ਲੋਕਾਂ ਨੂੰ ਸਜ਼ਾ ਦਿੰਦਾ ਸੀਗਾ। ਸਜ਼ਾ ਕੈਸੀ? ਮਤਲਬ ਮੈਂ ਇੰਨਾ ਸਤਾਉਂਦਾ ਸੀਗਾ, ਇੰਨਾ ਮਾਰਦਾ ਸੀ, ਇੰਨਾ ਕੁੱਟਦਾ ਸੀਗਾ। ਕਾਹਦੇ ਲਈ? ਕਿ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਕੀ ਕਰੋ? ਪਰਮੇਸ਼ਵਰ ਨੂੰ ਕੁਫਰ ਬੋਲੋ। ਕੁਫਰ ਬੋਲੋ ਮਤਲਬ ਕਿ ਪਰਮੇਸ਼ਵਰ ਦਾ ਕੀ ਕਰੋ? ਇਨਕਾਰ ਕਰੋ। ਪਰਮੇਸ਼ਵਰ ਦਾ ਕੀ ਕਰੋ? ਇਨਕਾਰ ਕਰੋ। ਮਤਲਬ ਕੁਝ ਵੀ ਪਰਮੇਸ਼ਵਰ ਦੇ ਲਈ ਕੀ ਕਰੋ? ਤੁਸੀਂ ਆਪਣੇ ਮੂੰਹ ਦੇ ਵਿੱਚੋਂ ਐਸੇ ਸ਼ਬਦ ਬੋਲੋ, ਐਸੇ ਸ਼ਬਦ ਬੋਲੋ। ਮਤਲਬ ਪਰਮੇਸ਼ਵਰ ਦਾ ਕੀ ਕਰੋ? ਤੁਸੀਂ ਇਨਕਾਰ ਕਰੋ। ਹੁਣ ਦੇਖੋ ਖੁਦ ਸੰਤ ਪੌਲਸ ਇਸ ਗੱਲ ਨੂੰ ਆਪਣੇ ਮੂੰਹ ਤੋਂ ਬੋਲ ਰਿਹਾਗਾ, ਇਸ ਗੱਲ ਨੂੰ ਆਪਣੇ ਮੂੰਹ ਤੋਂ ਉਹ ਬਿਆਨ ਕਰ ਰਿਹਾਗਾ।
ਫਿਰ ਕੀ ਕਹਿੰਦਾ ਕਿ ਉਹਨਾਂ ਨੂੰ ਤੰਗ ਕੀਤਾ, ਸਗੋਂ ਉਹਨਾਂ ਦੇ ਵਿਰੋਧ ਵਿੱਚ ਆਤਮਦਾਈ ਹੋ ਕੇ ਦੇਖੋ ਮੈਂ ਉਹਨਾਂ ਨੂੰ ਤੰਗ ਕਰਦਾ ਸੀਗਾ, ਮੈਂ ਉਹਨਾਂ ਨੂੰ ਕੀ ਕਰਦਾ ਸੀਗਾ, ਪਰੇਸ਼ਾਨ ਕਰਦਾ ਸੀਗਾ। ਔਰ ਕੀ ਸੀਗਾ ਮੈਂ ਤਾਂ ਆਤਮ ਸੁਦਾਈ ਹੋ ਗਿਆ ਸੀਗਾ। ਹੁਣ ਸੁਦਾਈ ਕਿਹਨੂੰ ਕਹਿੰਦੇ ਨੇ ਲੋਕ? ਜਿਹੜਾ ਪਾਗਲ ਹੁੰਦਾ ਹੈਗਾ ਉਹਨੂੰ ਕੀ ਕਹਿੰਦੇ ਨੇ? ਉਹਨੂੰ ਸੁਦਾਈ ਕਹਿੰਦੇ ਨੇ। ਹੁਣ ਮੈਂ ਇੰਨਾ ਕੰਮ ਕਰਦਾ ਸੀਗਾ, ਮਤਲਬ ਮੈਂ ਇੰਨਾ ਪਾਗਲ ਹੋ ਗਿਆ ਸੀਗਾ ਕਿ ਮੈਨੂੰ ਜਿੱਥੇ ਕਿਤੇ ਮਸੀਹ ਦੇ ਲੋਕ ਮਿਲਣਗੇ, ਜਿੱਥੇ ਕਿਤੇ ਮੈਨੂੰ ਮਸੀਹ ਦੇ ਲੋਕ ਮਿਲਣਗੇ, ਮੈਂ ਕੀ ਹੈ ਉਹਨਾਂ ਦਾ ਨਾਸ਼ ਕਰਾਂਗਾ। ਚਾਹੇ ਕੁਝ ਵੀ ਹੋ ਜਾਏ, ਕਿਤੇ ਵੀ ਹੈ, ਦੂਰ ਹੈ ਚਾਹੇ ਨੇੜੇ ਹੈ, ਅਗਰ ਮੈਨੂੰ ਕੋਈ ਦੱਸ ਦੇਵੇ ਨਾ ਉੱਥੇ ਫਲਾਣੀ ਜਗ੍ਹਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਕੱਠੇ ਹੋ ਕੇ ਬੰਦਗੀ ਕਰਦੇ ਨੇ, ਪ੍ਰਾਰਥਨਾ ਕਰਦੇ ਨੇ, ਮੈਂ ਕਿਸ ਦੀ ਪਰਵਾਹ ਨਹੀਂ ਕਰਦਾ ਸੀਗਾ। ਮੈਂ ਕੀ ਸੀਗਾ, ਉੱਥੇ ਚਲਾ ਜਾਂਦਾ ਸੀਗਾ। ਕਾਹਦੇ ਲਈ? ਉਹਨਾਂ ਨੂੰ ਮਾਰਨ ਦੇ ਲਈ, ਉਹਨਾਂ ਨੂੰ ਕੁੱਟਣ ਦੇ ਲਈ। ਪੜੋਗੇ? ਆਤਮਦਾਈ ਹੋ ਕੇ ਮੈਂ ਪ੍ਰਦੇਸ਼ ਦੇ ਨਗਰਾਂ ਤੀਕ ਵੀ ਉਹਨਾਂ ਨੂੰ ਸਤਾਉਂਦਾ ਸਾਂ। ਦੇਖੋ ਮੈਂ ਕੀ ਸੀਗਾ, ਆਤਮ ਸਦਾਈ ਹੋ, ਮੈਂ ਤਾਂ ਇੰਨਾ ਪਾਗਲ ਸੀਗਾ ਇਸ ਕੰਮ ਦੇ ਲਈ ਕਿ ਮੈਂ ਦੇਸ਼ ਤਾਂ ਹੈਗਾ ਸੀ ਮੇਰਾ, ਮੈਂ ਕੀ ਸੀਗਾ ਪ੍ਰਦੇਸ਼ਾਂ 'ਚ ਚਲਾ ਜਾਂਦਾ ਸੀਗਾ, ਦੂਰ ਦੂਰ ਚਲਾ ਜਾਂਦਾ ਸੀਗਾ। ਕਾਹਦੇ ਲਈ? ਉਹਨਾਂ ਲੋਕਾਂ ਨੂੰ ਸਤਾਉਣ ਦੇ ਲਈ, ਉਹਨਾਂ ਨੂੰ ਮਾਰਨ ਦੇ ਲਈ, ਉਹਨਾਂ ਨੂੰ ਕੁੱਟਣ ਦੇ ਲਈ। ਕਾਰਨ ਕੀ ਸੀਗਾ? ਕਿਉਂਕਿ ਮੇਰੇ ਅੰਦਰ ਪਾਗਲਪਨ ਇੰਨਾ ਸੀਗਾ, ਮੈਂ ਤਾਂ ਸਦਾਈ ਸੀਗਾ। ਮੈਨੂੰ ਪਤਾ ਲੱਗ ਜੇ ਕਿ ਕੌਣ ਇਨਸਾਨ ਹੈ ਜੋ ਯਿਸੂ ਮਸੀਹ ਦਾ ਨਾਮ ਲੈਂਦਾ ਹੈਗਾ, ਕੌਣ ਇਨਸਾਨ ਹੈ ਜੋ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦਾ ਹੈਗਾ, ਕੌਣ ਇਨਸਾਨ ਹੈ ਜੋ ਯਿਸੂ ਮਸੀਹ ਦੇ ਨਾਮ ਦੀ ਮੁਨਾਦੀ ਕਰਦਾ ਹੈਗਾ। ਐਸਾ ਕੌਣ ਇਨਸਾਨ ਹੈ? ਐਸਾ ਕੌਣ ਇਨਸਾਨ ਹੈ ਕਿ ਜੋ ਇਸ ਤਰ੍ਹਾਂ ਦਾ ਕੰਮ ਕਰਦਾ ਹੈਗਾ? ਮਤਲਬ ਚਾਹੇ ਕੁਝ ਵੀ ਹੈ। ਮੈਂ ਕੀ ਕਰਦਾ ਸੀਗਾ? ਮੈਂ ਤਾਂ ਲੋਕਾਂ ਨੂੰ ਮਾਰਦਾ ਸੀ, ਲੋਕਾਂ ਨੂੰ ਕੁੱਟਦਾ ਸੀ, ਮੈਂ ਤਾਂ ਵਾਲਾਂ ਤੋਂ ਫੜ ਕੇ ਉਹਨਾਂ ਨੂੰ ਘੜੀਸ ਕੇ ਲਿਆਉਂਦਾ ਸੀਗਾ। ਕਿਉਂ? ਕਿਉਂਕਿ ਮੈਂ ਤਾਂ ਸਦਾਈ ਸੀਗਾ। ਹੁਣ ਦੇਖੋ ਇਹ ਵੀ ਕੰਮ ਕਰ ਰਿਹਾ ਹੈਗਾ। ਹੁਣ ਦੇਖੋ ਜਦ ਮਸੀਹ ਦੇ ਲੋਕ ਪ੍ਰਾਰਥਨਾ ਕਰਦੇ ਹੋਣਗੇ ਤਾਂ ਕੀ ਪ੍ਰਾਰਥਨਾ ਕਰਦੇ ਹੋਣਗੇ? ਹੇ ਪਰਮੇਸ਼ਵਰ, ਦੇਖ ਪੌਲਸ ਕਿਹੋ ਜਿਹਾ ਇਨਸਾਨ ਹੈ, ਉਹ ਤਾਂ ਤੇਰੇ ਲੋਕਾਂ ਨੂੰ ਮਾਰਦਾ ਹੈਗਾ, ਉਹ ਤੇਰੇ ਲੋਕਾਂ ਨੂੰ ਕੁੱਟਦਾ ਹੈਗਾ, ਔਰ ਉਹ ਤਾਂ ਕਿਸੇ ਦੀ ਪਰਵਾਹ ਨਹੀਂ ਕਰਦਾ। ਛੋਟੇ ਬੱਚੇ ਨਹੀਂ ਦੇਖਦਾ ਹੋਣਾ, ਔਰਤਾਂ ਨਹੀਂ ਦੇਖਦਾ ਹੋਣਾ, ਕੌਣ ਬਜ਼ੁਰਗ ਹੈ, ਕੌਣ ਕਿੰਨੀ ਉਮਰ ਦਾ ਹੈਗਾ, ਉਹਦਾ ਕੁਛ ਵੀ ਨਹੀਂ ਦੇਖਦਾ ਹੋਣਾ, ਲੇਕਿਨ ਉਹ ਤਾਂ ਮਾਰਦਾ ਹੋਊਗਾ, ਕੁੱਟਦਾ ਹੋਊਗਾ, ਨਾਲ ਸਿਪਾਹੀ ਲੈ ਕੇ ਜਾਂਦਾ ਸੀਗਾ। ਉਹ ਤਾਂ ਬੜਾ ਜ਼ਾਲਮ ਇਨਸਾਨ ਹੈ, ਉਹ ਤਾਂ ਬਹੁਤ ਕੁਝ ਕਰਦਾ ਹੈਗਾ। ਇਹਦਾ ਮਤਲਬ ਲੋਕ ਪ੍ਰਾਰਥਨਾ ਕਿਹੋ ਜਿਹੀ ਕਰਦੇ ਹੋਣਗੇ ਵੀ ਪਰਮੇਸ਼ਵਰ ਉਹਦਾ ਨੁਕਸਾਨ ਹੋ ਜਾਏ, ਪਰਮੇਸ਼ਵਰ ਉਹਦੇ ਲਈ ਐਸਾ ਹੋ ਜਾਏ। ਸਹੀ ਦੇ ਵਿੱਚ ਲੋਕਾਂ ਦੀ ਪ੍ਰਾਰਥਨਾ ਐਸੀ ਨਹੀਂ ਸੀ। ਲੋਕਾਂ ਨੇ ਪ੍ਰਾਰਥਨਾ ਕੀ ਕਰਦੇ ਹੋਣਗੇ? ਉਹ ਆਪਾਂ ਨੂੰ ਜੋ ਪੜ੍ਹਿਆ ਬਾਈਬਲ ਦੇ ਵਿੱਚ ਮੱਤੀ 5:43 ਦੇ ਵਿੱਚ 44 ਦੇ ਵਿੱਚ, ਆਪਣੇ ਵੈਰੀਆਂ ਲਈ ਕੀ ਕਰੋ? ਪ੍ਰਾਰਥਨਾ ਕਰੋ। ਹੁਣ ਦੇਖੋ ਪ੍ਰਾਰਥਨਾ ਕਿਵੇਂ ਕਰਦੇ ਹੋਣਗੇ ਕਿ ਜਿਹੜੇ ਲੋਕਾਂ ਨੂੰ ਪੌਲਸ ਕੀ ਕਰਦਾ ਸੀਗਾ, ਪਰੇਸ਼ਾਨ ਕਰਦਾ ਸੀਗਾ, ਮਾਰਦਾ ਸੀਗਾ, ਉਹਨਾਂ ਲੋਕਾਂ ਦੇ ਮੂੰਹ ਦੇ ਵਿੱਚੋਂ ਕੁਫਰ ਦੀਆਂ ਗੱਲਾਂ ਬਕਾਉਂਦਾ ਸੀਗਾ। ਉਹਦੇ ਲਈ ਉਹਨਾਂ ਦੇ ਮਨ ਦੇ ਵਿੱਚ ਕੀ ਸੀਗਾ? ਪਿਆਰ ਸੀਗਾ। ਚਾਹੇ ਪੌਲਸ ਉਹਨਾਂ ਲੋਕਾਂ ਨੂੰ ਪਿਆਰ ਨਹੀਂ ਕਰਦਾ, ਚਾਹੇ ਪੌਲਸ ਉਹਨਾਂ ਲੋਕਾਂ ਨੂੰ ਪਸੰਦ ਨਹੀਂ ਕਰਦਾ, ਲੇਕਿਨ ਉਹ ਲੋਕ ਤਾਂ ਪੌਲਸ ਨੂੰ ਕੀ ਕਰਦੇ ਸੀਗੇ? ਪਿਆਰ ਤਾਂ ਕਰਦੇ ਸੀਗੇ। ਕਿਉਂ? ਪਰਮੇਸ਼ਵਰ ਕੋਈ ਬਾਤ ਨਹੀਂ, ਅਸੀਂ ਤੁਹਾਡੇ ਉੱਪਰ ਵਿਸ਼ਵਾਸ ਕਰਦੇ ਹਾਂ, ਅਸੀਂ ਤੁਹਾਨੂੰ ਜਾਣਦੇ ਹਾਂ, ਲੇਕਿਨ ਪੌਲਸ ਕਿਹੜਾ ਤੁਹਾਨੂੰ ਜਾਣਦਾ ਹੈਗਾ? ਪਰਮੇਸ਼ਵਰ ਪੌਲਸ ਤੇ ਰਹਿਮ ਕਰ ਦਿਓ, ਪਰਮੇਸ਼ਵਰ ਉਹ ਸੌਲਸ ਤੇ ਰਹਿਮ ਕਰ ਦਿਓ, ਅਸੀਂ ਤੁਹਾਨੂੰ ਜਾਣਦੇ ਹਾਂ। ਪੌਲਸ ਦੇ ਮਨ ਦੇ ਵਿੱਚ ਕੀ ਸੀਗਾ? ਉਹਨਾਂ ਲੋਕਾਂ ਦੇ ਪ੍ਰਤੀ ਨਫ਼ਰਤ ਸੀ। ਪੌਲਸ ਦੇ ਮਨ ਦੇ ਵਿੱਚ ਕੀ ਸੀਗਾ? ਉਹਨਾਂ ਲੋਕਾਂ ਦੇ ਪ੍ਰਤੀ ਕੜੱਤਣ ਸੀਗੀ, ਈਰਖਾ ਸੀ। ਉਹ ਤਾਂ ਚਾਹੁੰਦਾ ਸੀਗਾ ਕਿ ਮੈਂ ਸਾਰੇ ਲੋਕਾਂ ਨੂੰ ਮਾਰ ਦੇਵਾਂ। ਲੇਕਿਨ ਜਿਹੜੇ ਮਸੀਹ ਨੂੰ ਮੰਨਦੇ ਸੀਗੇ, ਜਿਹੜੇ ਮਸੀਹ ਨੂੰ ਜਾਣਦੇ ਸੀਗੇ, ਤਾਂ ਉਹ ਤਾਂ ਵਚਨ ਨੂੰ ਜਾਣਦੇ ਸੀਗੇ, ਉਹ ਤਾਂ ਪਰਮੇਸ਼ਵਰ ਦੇ ਵਚਨਾਂ ਨੂੰ ਸੁਣ ਚੁੱਕੇ ਸੀਗੇ, ਉਹ ਤਾਂ ਵਚਨਾਂ ਨੂੰ ਪੜ੍ਹਦੇ ਸੀਗੇ। ਔਰ ਕੀ ਸਿੱਖਦੇ ਸੀਗੇ ਕਿ ਜੋ ਕੋਈ ਤੁਹਾਨੂੰ ਸਤਾਉਂਦਾ ਹੈਗਾ ਉਹਦੇ ਲਈ ਕੀ ਕਰੋ? ਤੁਸੀਂ ਪ੍ਰਾਰਥਨਾ ਕਰੋ। ਹੁਣ ਪ੍ਰਾਰਥਨਾ ਵੀ ਕੈਸੀ ਕਰਦੇ ਹੋਣਗੇ ਉਹ ਲੋਕ? ਉਹ ਤਾਂ ਹਲਕੀ ਪ੍ਰਾਰਥਨਾ ਕਰਦੇ ਹੋਣਗੇ, ਸ਼ਾਂਤੀ ਨਾਲ ਪ੍ਰਾਰਥਨਾ ਕਰਦੇ ਹੋਣਗੇ, ਪਿਆਰ ਨਾਲ ਪ੍ਰਾਰਥਨਾ ਕਰਦੇ ਹੋਣਗੇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਸ਼ਾਂਤੀ ਨਾਲ ਪ੍ਰਾਰਥਨਾ ਕਰਦੇ ਹੋਣਗੇ, ਬੋਝ ਰੱਖ ਕੇ ਪ੍ਰਾਰਥਨਾ ਕਰਦੇ ਹੋਣਗੇ। ਕਾਹਦੇ ਲਈ? ਪਰਮੇਸ਼ਵਰ ਪੌਲਸ ਹੈ, ਉਹ ਅਣਜਾਣ ਹੈ, ਉਹ ਨਹੀਂ ਜਾਣਦਾ ਤੁਹਾਨੂੰ, ਉਹ ਤੁਹਾਡੇ ਪਿਆਰ ਨੂੰ ਜਾਣਦਾ ਨਹੀਂ। ਪਰਮੇਸ਼ਵਰ ਸੌਲਸ ਤੇ ਰਹਿਮ ਕਰ ਦਿਓ, ਉਸ ਦਾ ਜੀਵਨ ਬਚਾ ਲਓ। ਹੁਣ ਨਾ ਜਾਣੇ ਕਿੰਨੇ ਲੋਕਾਂ ਨੇ ਸੌਲਸ ਲਈ ਪ੍ਰਾਰਥਨਾ ਕੀਤੀ, ਨਾ ਜਾਣੇ ਕਿੰਨੇ ਲੋਕਾਂ ਨੇ ਸੌਲਸ ਲਈ ਵਰਤ ਰੱਖਿਆ ਹੋਊਗਾ। ਮਤਲਬ ਕਿ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਊਗਾ ਉਹ ਤਾਂ ਪਿਆਰ ਨਾਲ ਕੀਤਾ ਹੋਊਗਾ। ਉਹਨਾਂ ਨੇ ਪਿਆਰ ਨਾਲ ਕੀਤਾ ਜੋ ਕੁਝ ਵੀ ਕੀਤਾ ਸੌਲਸ ਦੇ ਲਈ, ਮਤਲਬ ਜੋ ਪੌਲਸ ਹੈ, ਪੌਲਸ ਦੇ ਲਈ ਜੋ ਕੁਝ ਵੀ ਕੀਤਾ ਉਹਨਾਂ ਨੇ ਪਿਆਰ ਲਈ, ਪਿਆਰ ਦੇ ਨਾਲ ਕੀਤਾ। ਹੁਣ ਦੇਖੋ ਕਦੇ ਵੀ ਕਿਸੇ ਨੇ ਵੀ ਪੌਲਸ ਦਾ ਬੁਰਾ ਨਹੀਂ ਚਾਹਿਆ ਹੋਣਾ, ਕਿਉਂਕਿ ਅਗਰ ਬੁਰਾ ਚਾਹੁੰਦੇ ਤਾਂ ਪਰਮੇਸ਼ਵਰ ਕਦੇ ਵੀ ਕਿਸੇ ਦੀ ਪ੍ਰਾਰਥਨਾ ਨੂੰ ਸੁਣਦਾ ਹੀ ਨਹੀਂ। ਲੇਕਿਨ ਉਹਨਾਂ ਲੋਕਾਂ ਨੇ ਕੀ ਕੀਤਾ? ਪ੍ਰਾਰਥਨਾ ਕੀਤੀ। ਜਦ ਪ੍ਰਾਰਥਨਾ ਕੀਤੀ, ਕਿਸ ਤਰ੍ਹਾਂ? ਉਹ ਸਾਰੇ ਇਕਮਾਨ ਹੋ ਕੇ ਪ੍ਰਾਰਥਨਾ ਕਰਦੇ ਸੀਗੇ। ਕਲੀਸਿਆ ਦੇ ਲੋਕ ਪ੍ਰਾਰਥਨਾ ਕਰਦੇ ਹੋਣਗੇ, ਪਰਮੇਸ਼ਵਰ ਇਸ ਨੇ ਬਹੁਤ ਪਰੇਸ਼ਾਨ ਕੀਤਾ ਹੈਗਾ, ਅਸੀਂ ਤਾਂ ਇਹੀ ਚਾਹੁੰਦੇ ਹਾਂ ਪਰਮੇਸ਼ਵਰ ਇਹ ਤੁਹਾਡੀ ਸੇਵਾ ਕਰੇ। ਪਰਮੇਸ਼ਵਰ ਅੱਜ ਜੋ ਤੁਹਾਨੂੰ ਪਰੇਸ਼ਾਨ ਕਰਦਾ ਹੈਗਾ, ਅੱਜ ਜੋ ਤੁਹਾਡੇ ਲੋਕਾਂ ਨੂੰ ਪਰੇਸ਼ਾਨ ਕਰਦਾ ਹੈਗਾ, ਔਰ ਤੁਸੀਂ ਤਾਂ ਕਿਹਾ ਵੀ ਜੋ ਮੇਰੇ ਲੋਕਾਂ ਨੂੰ ਪਰੇਸ਼ਾਨ ਕਰੇ ਤਾਂ ਮੇਰੀ ਅੱਖ ਦੀ ਪੁਤਲੀ ਵਿੱਚ ਉਂਗਲ ਮਾਰਦਾ ਹੈਗਾ। ਹੁਣ ਦੇਖ ਤੇਰੇ ਲੋਕਾਂ ਨੂੰ ਪਰੇਸ਼ਾਨ ਕਰਦਾ ਹੈਗਾ, ਹੁਣ ਤੁਸੀਂ ਬਦਲਾ ਲਓ। ਲੇਕਿਨ ਅਸੀਂ ਇਸ ਨੂੰ ਮਾਫ ਕਰਦੇ ਹਾਂ। ਅਸੀਂ ਕੀ ਚਾਹੁੰਦੇ ਹਾਂ ਕਿ ਸਿਰਫ ਔਰ ਸਿਰਫ ਇਹ ਤੁਹਾਡੇ ਨਾਮ ਦੀ ਮੁਨਾਦੀ ਕਰੇ, ਤੁਹਾਡਾ ਹੀ ਕੰਮ ਕਰੇ।
ਹੁਣ ਦੇਖੋ ਇਹ ਪ੍ਰਾਰਥਨਾ ਕੈਸੀ ਸੀ? ਇਹ ਬਿਲਕੁਲ ਹਲਕੀ ਪ੍ਰਾਰਥਨਾ ਸੀ। ਪਰ ਇਹ ਪ੍ਰਾਰਥਨਾ ਕੀ ਹੋਈ? ਪਰਮੇਸ਼ਵਰ ਤੱਕ ਪਹੁੰਚੀ। ਸਾਰੇ ਬੋਲੋ ਹਾਲੇਲੂਇਆ। ਸਮਝ ਆ ਗਿਆ ਨਾ? ਇਹ ਪ੍ਰਾਰਥਨਾ ਕਿੱਥੇ ਪਹੁੰਚੀ? ਪਰਮੇਸ਼ਵਰ ਤੱਕ ਪਹੁੰਚੀ। ਪ੍ਰਾਰਥਨਾ ਕੈਸੀ ਸੀਗੀ? ਧੂਫ ਦੇ ਸਮਾਨ। ਜੋ ਧੂਫ ਦਾ ਕੀ ਹੁੰਦਾਗਾ? ਧੂਆਂ ਹੁੰਦਾਗਾ। ਜਦ ਇਹ ਪ੍ਰਾਰਥਨਾ ਪਰਮੇਸ਼ਵਰ ਤੱਕ ਪਹੁੰਚੀ, ਔਰ ਪਰਮੇਸ਼ਵਰ ਨੇ ਕੀ ਉਹਦਾ ਉੱਤਰ ਨਹੀਂ ਦਿੱਤਾ? ਪਰਮੇਸ਼ਵਰ ਨੇ ਤਾਂ ਉੱਤਰ ਦਿੱਤਾ, ਕਿਉਂਕਿ ਲਿਖਿਆ ਬਾਈਬਲ ਦੇ ਵਿੱਚ, ਰਸੂਲਾਂ ਦੇ ਕਿਤਾਬ ਉਹਦਾ 9 ਅਧਿਆਇ ਉਹਦਾ ਸ਼ੁਰੂਆਤ ਪੜੋ ਸ਼ਾਂਤੀ ਨਾਲ ਉੱਚੀ ਆਵਾਜ਼ ਦੇ ਵਿੱਚ। ਪਰ ਸੌਲਸ ਅਜੇ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ ਹੋਇਆ ਸਰਦਾਰ ਜਾਜਕ ਦੇ ਕੋਲ ਗਿਆ। ਹੁਣ ਦੇਖੋ ਸੌਲਸ ਹੈ, ਉਹ ਕਹਿੰਦਾ ਮੈਂ ਚੇਲਿਆਂ ਨੂੰ ਮਤਲਬ ਮੈਂ ਉਹਨਾਂ ਨੂੰ ਮਾਰ ਦਵਾਂ, ਉਹਨਾਂ ਨੂੰ ਮੈਂ ਦਬਕੇ ਮਾਰਾਂ। ਹਾਂ, ਇਹ ਗੱਲਾਂ ਕਰਦਾ ਹੋਇਆ ਕਿੱਥੇ ਚਲਾ ਗਿਆ? ਉਹਦਾ ਕਿਸੇ ਜਾਜਕ ਕੋਲ ਚਲਾ ਗਿਆ ਹੈ, ਅਤੇ ਉਸ ਕੋਲੋਂ ਦਮਿਸ਼ਕ ਦੀਆਂ ਸਮਾਜਾਂ ਦੇ ਨਾਂ ਇਸ ਪ੍ਰਕਾਰ ਦੀਆਂ ਚਿੱਠੀਆਂ ਮੰਗੀਆਂ, ਭਾਈ ਜੋ ਇਸ ਪੰਥ ਦੇ ਮੈਨੂੰ ਮਿਲਣ, ਭਾਵੇਂ ਮਨੁੱਖ ਭਾਵੇਂ ਤੀਵੀਂ, ਤਾਂ ਉਹਨਾਂ ਨੂੰ ਬੱਧੇ ਹੋਏ ਯਰੂਸ਼ਲਮ ਵਿੱਚ ਲਿਆਵਾਂ। ਹੁਣ ਦੇਖੋ ਜੋ ਸੌਲਸ ਹੈ ਇਹ ਤਾਂ ਕਿਤੇ ਹੋਰ ਰਹਿ ਰਹੇਗਾ, ਇਹ ਤਾਂ ਕਿਸੇ ਹੋਰ ਜਗ੍ਹਾ ਤੇ ਰਹਿ ਰਿਹਾ। ਲੇਕਿਨ ਜੋ ਇਹਨੂੰ ਪਤਾ ਲੱਗਿਆ ਕਿ ਦਮਿਸ਼ਕ ਵਿੱਚ ਹੈ ਮਸੀਹ ਦੇ ਉੱਪਰ ਵਿਸ਼ਵਾਸ ਕਰਨ ਵਾਲੇ ਲੋਕ, ਦਮਿਸ਼ਕ ਦੇ ਵਿੱਚ ਹੈਗੇ ਜੋ ਪਰਮੇਸ਼ਵਰ ਦੇ ਨਾਮ ਦੀ, ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਨਾਦੀ ਕਰਦੇ ਨੇ। ਦਮਿਸ਼ਕ ਦੇ ਵਿੱਚ ਲੋਕ ਹੈਗੇ ਜੋ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਕੱਠਾ ਹੁੰਦੇ ਨੇ। ਹੁਣ ਇਸ ਨੂੰ ਜਦ ਪਤਾ ਲੱਗਿਆ ਤਾਂ ਇਹ ਕਿਸੇ ਜਾਜਕ ਕੋਲ ਗਿਆ, ਔਰ ਉਹਨੂੰ ਕੀ ਕਿਹਾ? ਮੈਨੂੰ ਲਿਖ ਕੇ ਦੇ ਦਿਓ, ਮੈਨੂੰ ਚਿੱਠੀ ਦੇ ਦਿਓ, ਔਰ ਮੈਨੂੰ ਇਹ ਅਧਿਕਾਰ ਦੇ ਦਿਓ ਕਿ ਮੈਨੂੰ ਅਗਰ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਨ ਵਾਲੇ ਲੋਕ ਮਿਲਦੇ ਨੇ, ਚਾਹੇ ਤਾਂ ਉਹ ਮਰਦ ਨੇ ਚਾਹੇ ਉਹ ਔਰਤਾਂ ਨੇ, ਤਾਂ ਮੈਂ ਕੀ ਕਰਾਂ? ਉਹਨਾਂ ਨੂੰ ਬੰਨ੍ਹ ਕੇ ਜਰੂਸਲਮ ਦੇ ਵਿੱਚ ਲੈ ਕੇ ਆਵਾਂ। ਦੇਖੋ ਮਤਲਬ ਇਹਦੇ ਲਈ ਸੰਗਤ ਦੇ ਲੋਕ ਪ੍ਰਾਰਥਨਾ ਕਰ ਰਹੇ ਨੇ, ਮਸੀਹ ਲੋਕ ਪ੍ਰਾਰਥਨਾ ਕਰ ਰਹੇ ਨੇ। ਹੁਣ ਦੇਖੋ ਉਹਨਾਂ ਨੇ ਕਿੰਨੀ ਪ੍ਰਾਰਥਨਾ ਕਰੀ ਆਪਾਂ ਨੂੰ ਨਹੀਂ ਪਤਾ, ਕਿੰਨੇ ਦਿਨ ਪ੍ਰਾਰਥਨਾ ਕਰੀ ਇਹ ਨਹੀਂ ਪਤਾ। ਲੇਕਿਨ ਜੋ ਸੌਲਸ ਦਾ ਕੰਮ ਸੀਗਾ ਇਹ ਆਪਣਾ ਕੰਮ ਕਰ ਰਿਹਾ ਗਾ, ਔਰ ਜੋ ਮਸੀਹ ਦੇ ਲੋਕ ਸੀਗੇ ਉਹ ਆਪਣਾ ਕੰਮ ਕਰ ਰਹੇ ਸੀਗੇ। ਇਹ ਨਹੀਂ ਰੁਕਦਾ ਸੀਗਾ ਮਸੀਹ ਲੋਕਾਂ ਨੂੰ ਪਰੇਸ਼ਾਨ ਕਰਨ ਤੋਂ, ਤੇ ਮਸੀਹ ਦੇ ਲੋਕ ਸੀਗੇ ਉਹ ਕਿਹੜਾ ਰੁਕ ਰਹੇ ਸੀਗੇ ਇਹਦੇ ਲਈ ਪ੍ਰਾਰਥਨਾ ਕਰਨ ਤੋਂ। ਲੇਕਿਨ ਕੀ ਹੋਇਆ ਕਿ ਉਹਨਾਂ ਨੇ ਪ੍ਰਾਰਥਨਾ ਨਹੀਂ ਛੱਡੀ ਤੇ ਇਹਨੇ ਆਪਣਾ ਕੰਮ ਨਹੀਂ ਛੱਡਿਆ। ਇਹ ਆਪਣੇ ਕੰਮ ਦੇ ਵਿੱਚ ਬਿਜੀ ਸੀਗਾ, ਉਹ ਆਪਣੇ ਕੰਮ ਦੇ ਵਿੱਚ ਬਿਜੀ ਸੀ। ਪਰਮੇਸ਼ਵਰ ਸੌਲਸ ਨੂੰ ਬਚਾ ਲਓ, ਪਰਮੇਸ਼ਵਰ ਸੌਲਸ ਨੂੰ ਬਚਾ ਲਓ। ਉਹ ਬੇਸ਼ੱਕ ਸਾਡਾ ਵੈਰੀ ਹੈ, ਲੇਕਿਨ ਅਸੀਂ ਉਹਦੇ ਵੈਰੀ ਨਹੀਂ ਆ। ਹਾਂ, ਮਤਲਬ ਬੇਸ਼ੱਕ ਉਹ ਸਾਨੂੰ ਆਪਣਾ ਵੈਰੀ ਮੰਨਦਾਗਾ, ਲੇਕਿਨ ਅਸੀਂ ਉਸਨੂੰ ਆਪਣਾ ਵੈਰੀ ਨਹੀਂ ਮੰਨਦੇ। ਬੇਸ਼ੱਕ ਉਹ ਸਾਨੂੰ ਪਿਆਰ ਨਹੀਂ ਕਰਦਾ, ਲੇਕਿਨ ਅਸੀਂ ਉਸਨੂੰ ਪਿਆਰ ਕਰਦੇ ਹਾਂ। ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੀ ਕਰੋ? ਸੌਲਸ ਨੂੰ ਮਤਲਬ ਪੌਲਸ ਨੂੰ ਬਚਾ ਲਓ। ਕੁਝ ਵੀ ਕਰੋ, ਕਿਸੇ ਵੀ ਤਰ੍ਹਾਂ ਕਰੋ। ਹੁਣ ਦੇਖੋ ਜੋ ਸੌਲਸ ਸੀਗਾ ਇਸ ਨੂੰ ਨਹੀਂ ਪਤਾ ਕਿ ਹੁਣ ਮੈਂ ਦਮਿਸ਼ਕ ਵਿੱਚ ਜਾ ਰਿਹਾ ਕਿ ਮੇਰੇ ਨਾਲ ਕੀ ਹੋਣ ਵਾਲਾ ਗਾ। ਲੇਕਿਨ ਹੋਇਆ ਕਿ ਇਹ ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਉੱਥੇ ਚਲਾ ਗਿਆ। ਔਰ ਜਦ ਜਾ ਰਿਹਾ ਰਸਤੇ ਵਿੱਚ ਕੀ ਹੋਇਆ ਤਾਂ ਇੱਕ ਬਹੁਤ ਵੱਡੀ ਜੋਤ ਚਮਕੀ। ਜੋਤ ਵੀ ਚਮਕੀ ਕੈਸੀ ਕਿ ਦੇਖੋ ਸੂਰਜ ਹੈ। ਹੁਣ ਦੇਖਿਓ ਤਕਰੀਬਨ 1.5-2 ਘੰਟੇ ਬਾਅਦ ਦੇਖਿਓ ਜੋ ਸੂਰਜ ਦੀ ਲਾਈਟ ਹੈ, ਜੋ ਉਹਦਾ ਪ੍ਰਕਾਸ਼ ਹੈ, ਉਹ ਬਹੁਤ ਜ਼ਿਆਦਾ ਹੋ ਜਾਣਾਗਾ। ਪਰ ਕੋਈ ਵੀ ਇਨਸਾਨ ਇਸ ਨੂੰ ਨੰਗੀ ਅੱਖ ਨਾਲ ਨਹੀਂ ਦੇਖ ਸਕਦਾ। ਹੁਣ ਐਸਾ ਕੁਝ ਸਮਾਂ ਸੀਗਾ ਕਿ ਸੂਰਜ ਚੜ੍ਹਿਆ ਹੋਇਆ ਸੀਗਾ, ਲੇਕਿਨ ਕੀ ਹੋਇਆ ਕਿ ਇੱਕ ਲਾਈਟ ਚਮਕੀ, ਇੱਕ ਪ੍ਰਕਾਸ਼ ਚਮਕਿਆ। ਔਰ ਪ੍ਰਕਾਸ਼ ਵੀ ਕੈਸਾ ਦੇਖੋ, ਹੁਣ ਸੂਰਜ ਦੇ ਸਾਹਮਣੇ ਚਾਹੇ ਜਿੱਡਾ ਵੱਡਾ ਮਰਜ਼ੀ ਬਲਬ ਲਾ ਦਿਓ, ਜਿੱਡੀ ਵੱਡੀ ਮਰਜ਼ੀ ਟਿਊਬਲਾਈਟ ਲਾ ਦਿਓ, ਲੇਕਿਨ ਇਸ ਦੀ ਜੋ ਰੋਸ਼ਨੀ ਹੈ ਉਹ ਘਟਣੇ ਵਾਲੀ ਨਹੀਂ ਹੈ। ਲੇਕਿਨ ਜਦ ਪਰਮੇਸ਼ਵਰ ਦਾ ਪ੍ਰਕਾਸ਼ ਆਇਆ ਤਾਂ ਸੂਰਜ ਕੀ ਪੈ ਗਿਆ? ਮੱਧਮ ਪੈ ਗਿਆ ਉਹਦੇ ਸਾਹਮਣੇ। ਉਹਦੀ ਲਾਈਟ ਦੇ ਸਾਹਮਣੇ ਸੂਰਜ ਵੀ ਕੀ ਪੈ ਗਿਆ? ਮੱਧਮ ਪੈ ਗਿਆ, ਘਟ ਗਿਆ। ਹੁਣ ਦੇਖਿਆ ਤਾਂ ਸੰਤ ਪੌਲਸ ਨੇ ਇੱਕ ਜੋਤ ਦੇਖੀ, ਮਤਲਬ ਇੱਕ ਐਸੀ ਲਾਈਟ ਦੇਖੀ। ਔਰ ਲਾਈਟ ਦੇਖਣ ਦੇ ਨਾਲ ਕੀ ਹੋਇਆ ਕਿ ਉਹ ਜੋ ਸੌਲਸ ਸੀਗਾ ਮਤਲਬ ਪੌਲਸ ਸੀਗਾ, ਉਹ ਕਿੱਥੋਂ ਡਿੱਗ ਗਿਆ? ਉਹ ਤਾਂ ਘੋੜੇ ਤੋਂ ਥੱਲੇ ਡਿੱਗ ਗਿਆ। ਜਦ ਥੱਲੇ ਡਿੱਗਿਆ ਤਾਂ ਹੋਇਆ ਕਿ ਉਸ ਨੂੰ ਇੱਕ ਆਵਾਜ਼ ਆਈ। ਆਵਾਜ਼ ਕੀ ਸੀ? ਆਪਾਂ ਪੜਾਂਗੇ ਬਾਈਬਲ ਦੇ ਵਿੱਚ, ਇਹ ਰਸੂਲਾਂ ਉਹਦਾ 9 ਅਧਿਆਇ ਉਹਦਾ 4 ਵਚਨ। ਤਾਂ ਉਹ ਪੁੰਜੇ ਡਿੱਗ ਪਿਆ ਅਤੇ ਇੱਕ ਆਵਾਜ਼ ਸੁਣੀ ਜੋ ਉਹਨੂੰ ਕਹਿੰਦੀ ਸੀ, ਹੇ ਸੌਲਸ ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਹਾਂ, ਦੇਖੋ ਕੀ ਕਿਹਾ ਕਿ ਹੇ ਸੌਲਸ ਤੂੰ ਮੈਨੂੰ ਕਿਉਂ ਸਤਾਉਂਦਾਗਾ। ਜਦ ਇਹ ਗੱਲ ਉਸਦੇ ਕੰਨਾਂ ਵਿੱਚ ਪਈ ਤਾਂ ਫਿਰ ਉਹਨੇ ਆਖਿਆ, ਪ੍ਰਭੂ ਜੀ ਤੂੰ ਕੌਣ ਹੈ? ਉਸਨੇ ਕਿਹਾ, ਮੈਂ ਯੀਸ਼ੂ ਹਾਂ ਜਿਹਨੂੰ ਤੂੰ ਸਤਾਉਂਦਾ ਹੈ। ਦੇਖੋ ਉਹਨੇ ਕੀ ਕਿਹਾ ਕਿ ਪ੍ਰਭੂ ਤੂੰ ਕੌਣ ਹੈ? ਹੁਣ ਦੇਖੋ ਸਹੀ ਦੇ ਵਿੱਚ ਅੱਗੇ ਜਾ ਕੇ ਪੜ੍ਹ ਕੇ ਦੇਖਿਓ, ਸੌਲਸ ਦੀਆਂ ਅੱਖਾਂ ਉਹ ਬੰਦ ਹੋ ਚੁੱਕੀਆਂ ਸੀ, ਉਹ ਅੰਨਾ ਬਣ ਚੁੱਕਿਆ ਸੀਗਾ। ਲੇਕਿਨ ਉਸਨੇ ਕੀ ਕਿਹਾ ਕਿ ਪ੍ਰਭੂ ਤੂੰ ਕੌਣ ਹੈ? ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਮੈਂ ਯੀਸ਼ੂ ਹਾਂ ਜਿਹਨੂੰ ਤੂੰ ਸਤਾਉਂਦਾਗਾ। ਹੁਣ ਦੇਖੋ ਸਹੀ ਦੇ ਵਿੱਚ ਪੌਲਸ ਨੇ ਕਿਹਨੂੰ ਸਤਾਇਆ ਸੀਗਾ?
ਉਹ ਤਾਂ ਸੰਗਤ ਨੂੰ ਸਤਾਉਂਦਾ ਸੀਗਾ, ਉਹ ਤਾਂ ਲੋਕਾਂ ਨੂੰ ਸਤਾਉਂਦਾ ਸੀਗਾ। ਲੇਕਿਨ ਸਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਤੂੰ ਕੀ ਕਰਦਾਂਗਾ, ਤੂੰ ਤਾਂ ਮੈਨੂੰ ਸਤਾਉਂਦਾਗਾ, ਤੂੰ ਤਾਂ ਮੈਨੂੰ ਪਰੇਸ਼ਾਨ ਕਰਦਾਂਗਾ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਨੂੰ ਸਹੀ ਦੇ ਵਿੱਚ ਉਸਨੇ ਕਿੱਥੇ ਸਤਾਇਆਗਾ? ਉਹ ਤਾਂ ਪ੍ਰਭੂ ਯਿਸੂ ਮਸੀਹ ਨੂੰ ਜਾਣਦਾ ਹੀ ਨਹੀਂ। ਇੰਨਾ ਜ਼ਰੂਰ ਜਾਣਦਾ ਕਿ ਯਿਸੂ ਮਸੀਹ ਦਾ ਨਾਮ ਦਾ ਕੋਈ ਬੰਦਾ ਹੈ, ਬਸ ਇੰਨਾ ਜ਼ਰੂਰ ਜਾਣਦਾ ਸੀਗਾ। ਲੇਕਿਨ ਉਹ ਯਿਸੂ ਮਸੀਹ ਕੌਣ ਹੈ ਉਹਨੂੰ ਇਹ ਨਹੀਂ ਪਤਾ ਸੀਗਾ। ਲੇਕਿਨ ਇੰਨਾ ਜਾਣਦਾ ਸੀਗਾ ਕਿ ਕੁਝ ਲੋਕ ਨੇ, ਕੁਝ ਐਸੇ ਲੋਕ ਨੇ ਜੋ ਯਿਸੂ ਮਸੀਹ ਦੇ ਨਾਮ ਦਾ ਪ੍ਰਚਾਰ ਕਰਦੇ ਨੇ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਤੂੰ ਮੈਨੂੰ ਕਿਉਂ ਸਤਾਉਂਦਾਗਾ? ਤੇ ਜਦ ਇਹ ਗੱਲ ਹੋਈ ਤਾਂ ਉਸ ਤੋਂ ਬਾਅਦ ਉਸ ਦੀਆਂ ਜੋ ਅੱਖਾਂ ਸੀ ਉਸ ਦੀ ਰੋਸ਼ਨੀ ਜਾ ਚੁੱਕੀ ਸੀ। ਔਰ ਚਲੋ ਉਸ ਤੋਂ ਬਾਅਦ ਹੋ ਸਕੇ ਸਮਾਂ ਕੱਢ ਕੇ ਘਰੇ ਪੜ੍ਹ ਕੇ ਦੇਖਿਓ, ਲੇਕਿਨ ਆਪਾਂ ਉਹਦੀ ਡਿਟੇਲ ਵਿੱਚ ਨਹੀਂ ਜਾਂਦੇ। ਅੱਗੇ ਆਪਾਂ ਪੜਾਂਗੇ ਉਸ ਤੋਂ ਬਾਅਦ ਕਿ ਪਰਮੇਸ਼ਵਰ ਨੇ ਆਪਣੇ ਇੱਕ ਦਾਸ ਨਾਲ, ਹਨਨਿਆ ਨਾਮ ਦਾ ਇਨਸਾਨ ਸੀ, ਉੱਥੇ ਪਰਮੇਸ਼ਵਰ ਉਹਦੇ ਨਾਲ ਗੱਲ ਕੀਤੀ। ਕੀ ਗੱਲ ਕਰੀ ਕਿ ਤੂੰ ਇਹਨੂੰ ਇਸ ਤਰ੍ਹਾਂ ਕਰ ਕਿ ਜੋ ਸੌਲਸ ਨਾਮ ਦਾ ਇਨਸਾਨ ਹੈ ਉਹਦੇ ਲਈ ਜਾ ਕੀ ਕਰ, ਤੂੰ ਪ੍ਰਾਰਥਨਾ ਕਰ। ਹੁਣ ਪ੍ਰਾਰਥਨਾ ਕਰ, ਔਰ ਪ੍ਰਾਰਥਨਾ ਵੀ ਕਿਸ ਤਰ੍ਹਾਂ ਕਰਨੀ ਹੈ? ਉਹਦੇ ਸਿਰ ਦੇ ਉੱਪਰ ਹੱਥ ਰੱਖ ਕੇ ਕਰਨੀ ਹੈ। ਹੁਣ ਦੇਖੋ ਸੌਲਸ ਮਤਲਬ ਪੌਲਸ ਦਾ ਬੋਲਬਾਲਾ ਸਾਰੇ ਪਾਸੇ ਸੀਗਾ। ਸਾਰੇ ਲੋਕ ਪੌਲਸ ਦੇ ਨਾਮ ਤੋਂ ਡਰਦੇ ਸੀਗੇ, ਡਰਦੇ ਸੀ। ਮਤਲਬ ਉਹਨਾਂ ਨੂੰ ਇਹ ਸੀਗਾ ਕਿ ਪੌਲਸ ਜੋ ਉਹ ਬਹੁਤ ਖਤਰਨਾਕ ਹੈ। ਲੋਕ ਤਾਂ ਉਹਦਾ ਨਾਮ ਸੁਣ ਕੇ ਹੀ ਕੀ ਸੀਗੇ, ਘਬਰਾ ਜਾਂਦੇ ਸੀਗੇ, ਇੰਨਾ ਖਤਰਨਾਕ ਹੈ। ਉਹ ਤਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਨਾ ਤਾਂ ਬਜ਼ੁਰਗਾਂ ਦਾ ਲਿਹਾਜ਼ ਕਰੇ, ਨਾ ਬਜ਼ੁਰਗ ਮਾਤਾ ਦਾ ਲਿਹਾਜ਼ ਕਰੇ, ਨਾ ਤਾਂ ਔਰਤਾਂ ਦਾ ਲਿਹਾਜ਼ ਕਰੇ। ਉਹ ਤਾਂ ਕੀ ਹੈ, ਲੋਕਾਂ ਨੂੰ ਘੜੀਸ ਕੇ ਮਾਰਦਾ ਹੈਗਾ। ਮਤਲਬ ਉਸ ਤੋਂ ਡਰਦੇ ਸੀਗੇ। ਲੇਕਿਨ ਜਦ ਹਨਨਿਆ ਨੂੰ ਇਹ ਗੱਲ ਦਾ ਪਰਮੇਸ਼ਵਰ ਨੇ ਕਹੀ ਕਿ ਜਾ ਕੇ ਉਹਦੇ ਲਈ ਕੀ ਕਰ, ਤੂੰ ਪ੍ਰਾਰਥਨਾ ਕਰ। ਪ੍ਰਾਰਥਨਾ ਕਰ ਕਾਹਦੇ ਲਈ? ਕਿ ਉਹ ਦੇਖਣ ਲੱਗ ਜਾਏ। ਹੁਣ ਹਨਨਿਆ ਨੇ ਕੀ ਕਿਹਾ, ਪੜਾਂਗੇ ਆਪਾਂ 9:13। ਪਰ ਹਨਨਿਆ ਨੇ ਉੱਤਰ ਦਿੱਤਾ ਕਿ ਪ੍ਰਭੂ ਜੀ, ਮੈਂ ਬਹੁਤਿਆਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ ਜੋ ਇਹ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਕਿਹੜੀ ਬੁਰਾਈ ਕੀਤੀ ਹੈ। ਹੁਣ ਦੇਖੋ ਇਹ ਵੀ ਤਾਂ ਗੱਲ ਕਰ ਰਿਹਾ ਪਰਮੇਸ਼ਵਰ ਨਾਲ। ਇਹ ਪਰਮੇਸ਼ਵਰ, ਮੈਂ ਤਾਂ ਸੌਲਸ ਬਾਰੇ ਕੁਝ ਹੋਰ ਸੁਣਿਆ ਹੋਇਆਗਾ, ਮੈਂ ਤਾਂ ਪੌਲਸ ਬਾਰੇ ਕੁਝ ਹੋਰ ਸੁਣਿਆਗਾ। ਕੀ ਸੁਣਿਆਗਾ ਕਿ ਜਰੂਸਲਮ ਦੇ ਵਿੱਚ ਤੇਰੇ ਲੋਕਾਂ ਦੇ ਉੱਪਰ ਕਿੱਡੀ ਸਖਤੀ ਕਰਦਾਗਾ, ਕਿੰਨਾ ਪਰੇਸ਼ਾਨ ਕਰਦਾ ਉਹਨਾਂ ਲੋਕਾਂ ਨੂੰ, ਕਿੰਨਾ ਹੀ ਪਰੇਸ਼ਾਨ ਕਰਦਾ ਉਹਨਾਂ ਲੋਕਾਂ ਨੂੰ। ਲੇਕਿਨ ਸਹੀ ਦੇ ਵਿੱਚ ਜੋ ਪਰਮੇਸ਼ਵਰ ਸੀਗੇ, ਪਰਮੇਸ਼ਵਰ ਨੂੰ ਦੱਸਿਆ ਕਿ ਦੇਖ ਉਹ ਜੋ ਵੀ ਸੀਗਾ ਕਿਸੇ ਤਰ੍ਹਾਂ ਦਾ ਵੀ ਸੀਗਾ, ਲੇਕਿਨ ਹੁਣ ਮੇਰਾ ਪਸੰਦ ਕੀਤਾ ਹੋਇਆਗਾ। ਹੁਣ ਉਹ ਅੱਖਾਂ ਤੋਂ ਦੇਖ ਨਹੀਂ ਸਕਦਾ, ਲੇਕਿਨ ਹੁਣ ਮੇਰੇ ਲੋਕਾਂ ਨੇ ਮੇਰੇ ਅੱਗੇ ਪ੍ਰਾਰਥਨਾ ਕਰੀ ਹੈ, ਔਰ ਉਹਨਾਂ ਦੀ ਪ੍ਰਾਰਥਨਾ ਉਹ ਮੇਰੇ ਤੱਕ ਪਹੁੰਚੀ ਹੈ, ਔਰ ਮੈਂ ਪ੍ਰਾਰਥਨਾ ਉਹਨਾਂ ਦੀ ਸੁਣੀ ਹੈ, ਔਰ ਮੈਂ ਉਹਨਾਂ ਨੂੰ ਉੱਤਰ ਦਿੱਤਾਗਾ। ਹੁਣ ਇਹ ਪੌਲਸ ਹੈ ਜੋ, ਮਤਲਬ ਇਹ ਸੌਲਸ ਹੈ ਜੋ, ਹੁਣ ਇਹ ਪੌਲਸ ਹੋਊਗਾ। ਔਰ ਉਸ ਤੋਂ ਬਾਅਦ ਕੀ ਹੈ ਕਿ ਇਹ ਮੇਰੇ ਲਈ ਕੰਮ ਕਰੇਗਾ, ਔਰ ਮੇਰਾ ਕੰਮ ਕਰੇਗਾ, ਔਰ ਇਹਦਾ ਕੰਮ ਹੈ ਜੋ ਉਹ ਹੁਣ ਦੂਜੇ ਲੋਕ ਦੇਖਣਗੇ। ਔਰ ਸਹੀ ਦੇ ਵਿੱਚ ਇਸੇ ਤਰ੍ਹਾਂ ਹੀ ਹੋਇਆ ਕਿ ਜੋ ਹਨਨਿਆ ਸੀਗਾ ਉਹ ਉੱਥੇ ਗਿਆ, ਕਿੱਥੇ ਕਿ ਸੌਲਸ ਕੋਲ ਗਿਆ, ਔਰ ਸੌਲਸ ਦੇ ਜਾ ਕੇ ਉਹਨੇ ਪ੍ਰਾਰਥਨਾ ਕਰੀ। ਜਦ ਸੌਲਸ ਲਈ ਪ੍ਰਾਰਥਨਾ ਕਰੀ ਤਾਂ ਉਹਦੇ ਸਿਰ ਦੇ ਉੱਪਰ ਹੱਥ ਰੱਖ ਕੇ ਪ੍ਰਾਰਥਨਾ ਕਰੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਜੋ ਆਪਣਾ ਸੌਲਸ ਸੀਗਾ ਉਹ ਦੇਖਣ ਲੱਗ ਪਿਆ। ਤੇ ਉਸ ਤੋਂ ਬਾਅਦ ਦੇਖੋ ਪੌਲਸ ਹੈ ਜੋ, ਉਹਦਾ ਜੀਵਨ ਦੇਖੋ, ਫਿਰ ਕਿੰਨਾ ਦੁੱਖ ਸਹਿਣ ਕੀਤਾ ਉਹਨੇ। ਲੋਕਾਂ ਦੇ ਉੱਪਰ ਯਕੀਨ ਨਹੀਂ ਕੀਤਾ। ਜਦ ਉਹਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਜਦ ਦੱਸਿਆ ਕਿ ਯਿਸੂ ਮਸੀਹ ਮਤਲਬ ਉਹੀ ਸੱਚਾ ਪਰਮੇਸ਼ਵਰ ਹੈ, ਉਹੀ ਜੋ ਸੰਸਾਰ ਦੇ ਵਿੱਚ ਆਇਆ ਸੀਗਾ, ਜੋ ਮਾਰਿਆ ਗਿਆ, ਜੋ ਗੱਡਿਆ ਗਿਆ, ਔਰ ਜੋ ਤੀਜੇ ਦਿਨ ਜਿੰਦਾ ਹੋ ਗਿਆ। ਔਰ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਬਹੁਤ ਜਲਦੀ ਆਉਣ ਵਾਲੇ ਨੇ। ਜਦ ਪੌਲਸ ਨੇ ਪ੍ਰਚਾਰ ਕੀਤਾ ਤਾਂ ਲੋਕ ਡਰ ਗਏ ਵੀ ਇਹਦੀ ਕੋਈ ਸਾਜ਼ਿਸ਼ ਹੈ, ਇਹ ਮਤਲਬ ਕਿਸੇ ਨਾ ਕਿਸੇ ਬਹਾਨੇ ਸਾਨੂੰ ਮਾਰਨਾ ਚਾਹੁੰਦਾਗਾ। ਲੇਕਿਨ ਪੌਲਸ ਦਾ ਜਲਦੀ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ। ਲੇਕਿਨ ਦੇਖੋ ਫਿਰ ਉਸ ਤੋਂ ਬਾਅਦ ਜਦ ਪਰਮੇਸ਼ਵਰ ਨੇ ਪੌਲਸ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਤਾਂ ਅੱਜ ਉਸ ਪਰਮੇਸ਼ਵਰ ਦੇ ਦਾਸ ਦਾ ਜਦੋਂ ਨਾਮ ਲੈਂਦੇ ਨੇ ਲੋਕ, ਤਾਂ ਲੋਕ ਫਕਰ ਦੇ ਨਾਲ ਉਸ ਦਾ ਨਾਮ ਲੈਂਦੇ ਨੇ। ਦੇਖੋ ਉਹਦਾ ਕਾਰਨ ਕੀ? ਕਾਰਨ ਇਹੀ ਕਿ ਉਹਦੇ ਲਈ ਵੀ ਕਿਸੇ ਨੇ ਨਾ ਕਿਸੇ ਨੇ ਪ੍ਰਾਰਥਨਾ ਕਰੀ। ਉਹਦੇ ਲਈ ਕੀ ਸੀਗਾ? ਕਿਸੇ ਨਾ ਕਿਸੇ ਇਨਸਾਨ ਨੇ ਪ੍ਰਾਰਥਨਾ ਕਰੀ। ਜਦ ਉਹਦੇ ਲਈ ਪ੍ਰਾਰਥਨਾ ਕਰੀ, ਹੁਣ ਪ੍ਰਾਰਥਨਾ ਕਿੰਨੀ ਕਰੀ ਉਹਦੇ ਲਈ ਆਪਾਂ ਨਹੀਂ ਕਹਿ ਸਕਦੇ। ਕਿੰਨੇ ਵਰਤ ਰੱਖੇ ਹੋਣਗੇ ਆਪਾਂ ਨਹੀਂ ਕਹਿ ਸਕਦੇ। ਇਹਦਾ ਮਤਲਬ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਅਗਰ ਕੋਈ ਪਿਆਰ ਨਾਲ ਪ੍ਰਾਰਥਨਾ ਕਰੇ, ਪਿਆਰ ਨਾਲ ਪ੍ਰਾਰਥਨਾ ਕਰਦਾਗਾ, ਤਾਂ ਉਹਦੀ ਪ੍ਰਾਰਥਨਾ ਕੀ ਹੈ? ਉਹਦੀ ਪ੍ਰਾਰਥਨਾ ਨੂੰ ਪਰਮੇਸ਼ਵਰ ਪੱਕਾ ਸੁਣਦੇ ਨੇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਪੌਲਸ ਦੇਖੋ, ਪੌਲਸ ਇੰਨੀ ਮਾਰ ਖਾਧੀ, ਇੰਨਾ ਦੁੱਖ ਸਹਿਣ ਕੀਤਾ, ਇੰਨਾ ਪ੍ਰਚਾਰ ਕੀਤਾ ਪੌਲਸ ਨੇ ਪ੍ਰਭੂ ਯਿਸੂ ਮਸੀਹ ਦਾ ਕਿ ਅੱਜ ਬਾਈਬਲ ਦੇ ਵਿੱਚ ਦੇਖੋ ਸਭ ਤੋਂ ਜ਼ਿਆਦਾ ਰਸੂਲਾਂ ਦੇ ਵਿੱਚੋਂ ਅਗਰ ਕਿਤਾਬਾਂ ਲਿਖੀਆਂ ਨੇ ਉਹ ਕਿਹਨੇ ਲਿਖੀਆਂ ਨੇ? ਉਹ ਤਾਂ ਪੌਲਸ ਨੇ ਲਿਖੀਆਂ ਨੇ। ਅਗਰ ਸਭ ਤੋਂ ਜ਼ਿਆਦਾ ਮਾਰ ਖਾਣ ਵਾਲਾ ਗਾ ਪਰਮੇਸ਼ਵਰ ਦਾ ਚੇਲਾ, ਉਹ ਤਾਂ ਪੌਲਸ ਹੀ ਹੈ। ਮਤਲਬ ਪੌਲਸ ਦੇ ਬਰਾਬਰ ਅੱਜ ਕੋਈ ਵੀ ਨਹੀਂ ਹੈ। ਇਹਦਾ ਕਾਰਨ ਕੀ ਸੀਗਾ? ਇੱਕ ਸਮੇਂ ਦੇ ਵਿੱਚ ਪੌਲਸ ਜੋ ਸੌਲਸ ਦੇ ਨਾਮ ਤੋਂ ਜਾਣਿਆ ਜਾਂਦਾ ਸੀਗਾ, ਉਹਦਾ ਜੀਵਨ ਕਿਹਦਾ ਸੀਗਾ, ਲੇਕਿਨ ਉਹਦੇ ਲਈ ਵੀ ਕਿਸੇ ਨੇ ਨਾ ਕਿਸੇ ਨੇ ਪ੍ਰਾਰਥਨਾ ਕਰੀ। ਇਹਦਾ ਮਤਲਬ ਕੀ ਕਿ ਪ੍ਰਾਰਥਨਾ ਦੇ ਵਿੱਚ ਕੀ ਹੈ? ਉਹਦਾ ਸਾਮਰਥ ਹੈ। ਪ੍ਰਾਰਥਨਾ ਵਿੱਚ ਕੀ ਹੈ? ਪ੍ਰਾਰਥਨਾ ਵਿੱਚ ਤਾਂ ਬਹੁਤ ਹੀ ਸਾਮਰਥ ਹੈ। ਹੁਣ ਦੇਖੋ, ਲੇਕਿਨ ਪ੍ਰਾਰਥਨਾ ਇਨਸਾਨ ਕਰਦੇ ਨੇ, ਅੱਜ ਵੀ ਕਰਦੇ ਨੇ। ਲੇਕਿਨ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਇਨਸਾਨ ਨੂੰ? ਸਹੀ ਦੇ ਵਿੱਚ ਉਹ ਬਹੁਤ ਵੱਡੀ ਗੱਲ ਹੈ। ਉਹ ਕੀ ਹੈ? ਉਹ ਤਾਂ ਬਹੁਤ ਹੀ ਵੱਡੀ ਗੱਲ ਹੈ, ਕਿਉਂਕਿ ਲਿਖਿਆ ਬਾਈਬਲ ਦੇ ਵਿੱਚ ਆਪਾਂ ਪੜਾਂਗੇ
ਰਸੂਲਾਂ ਉਹਦਾ 12 ਦੇ ਆਏ। ਉੱਥੇ ਕੀ ਹੋਇਆ ਇੱਕ ਵਾਰ ਕਿ ਜੋ ਪ੍ਰਭੂ ਯਿਸੂ ਮਸੀਹ ਦੇ ਚੇਲੇ ਸੀਗੇ, ਹਾਂ, ਇਹਨਾਂ ਨੇ ਪ੍ਰਚਾਰ ਕੀਤਾ। ਮਤਲਬ ਜੋ ਪਤਰਸ ਸੀਗਾ, ਪਤਰਸ ਨੇ ਪ੍ਰਚਾਰ ਕੀਤਾ ਔਰ ਪਤਰਸ ਨੂੰ ਉਸ ਸਮੇਂ ਦੇ ਵਿੱਚ ਲੋਕਾਂ ਨੇ ਜੇਲ੍ਹ ਦੇ ਵਿੱਚ ਪਾਇਆ ਔਰ ਜੇਲ੍ਹ ਦੇ ਵਿੱਚ ਪਾ ਦਿੱਤਾ। ਤਾਂ ਉਸ ਤੋਂ ਬਾਅਦ ਕੀ ਹੋਇਆ ਆਪਾਂ ਪੜਾਂਗੇ ਬਾਈਬਲ ਦੇ ਵਿੱਚ। ਇਹ ਰਸੂਲਾਂ ਉਹਦਾ 12 ਦੇ ਆਏ, ਉਹਦਾ 4 ਵਚਨ। ਸੋ ਉਹਨੂੰ ਫੜ ਕੇ ਕੈਦਖਾਨੇ ਵਿੱਚ ਪਾ ਦਿੱਤਾ ਦੇਖੋ ਪਤਰਸ ਨੂੰ ਕੀ ਕੀਤਾ, ਕੈਦਖਾਨੇ ਵਿੱਚ ਪਾ ਦਿੱਤਾ ਹੈ ਅਤੇ ਚੌ ਸਿਪਾਹੀਆਂ ਦੇ ਚੌ ਪਹਿਰਿਆਂ ਦੇ ਹਵਾਲੇ ਕੀਤਾ। ਹਾਲੇਲੂਇਆ, ਹਾਲੇਲੂਇਆ। 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 ਮਤਲਬ 4 ਸਿਪਾਹੀ ਕਿੰਨੇ ਪਹਿਰੇ ਲਾਤੇ? 4 ਪਹਿਰੇ ਲਾਤੇ। ਹੁਣ ਦੇਖੋ ਪਤਰਸ ਇੱਕ ਹੈ, 4 ਸਿਪਾਹੀਆਂ ਦੇ 4 ਪਹਿਰੇ ਲੱਗ ਗਏ। ਹੁਣ ਇੱਕ ਪਹਿਰਾ ਇੱਥੇ ਹੋਊਗਾ, ਇੱਕ ਅੱਗੇ ਜਾ ਕੇ ਹੋਊਗਾ, ਉੱਥੇ 4 ਹੋਣਗੇ, ਅੱਗੇ 4 ਹੋਣਗੇ, ਅੱਗੇ ਜਾ ਕੇ 4 ਹੋਣਗੇ। ਮਤਲਬ ਕਿ 16 ਲੋਕਾਂ ਦੀ ਉੱਥੇ ਕੀ ਕੀਤੀ ਗਈ? ਪਹਿਰੇਦਾਰੀ ਰੱਖੀ ਗਈ। ਕਿਹਦੇ ਲਈ? ਪਤਰਸ ਦੇ ਲਈ। ਕਿਉਂ? ਕਿਉਂਕਿ ਪਤਰਸ ਕਿਤੇ ਭੱਜ ਨਾ ਜਾਵੇ, ਪਤਰਸ ਕਿਤੇ ਭੱਜ ਨਾ ਜਾਵੇ। ਇਸ ਕਰਕੇ ਉਹਨਾਂ ਨੇ ਕੀ ਕੀਤਾ? ਉਹ ਪਹਿਰਾ ਉੱਥੇ ਲਾਇਆ। ਜਦ ਪਹਿਰਾ ਲਾਇਆ ਤਾਂ ਫੇਰ ਪਰੋਗੇ ਜੀ ਭਾਈ ਉਹਦੀ ਚੌਕਸੀ ਕਰਨਾ ਅਤੇ ਦਾਇਆ ਕੀਤਾ ਜੋ ਉਹਨੂੰ ਪਛਾਣ ਦੇ ਤਿਉਹਾਰ ਦੇ ਪਿੱਛੋਂ ਲੋਕਾਂ ਦੇ ਅੱਗੇ ਕੱਢ ਲਿਆਵੇ। ਸੋ ਕੈਦ ਦੇ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ। ਦੇਖੋ ਪਤਰਸ ਕਿੱਥੇ ਹੈ? ਕੈਦ ਦੇ ਵਿੱਚ ਹੈ। ਲੇਕਿਨ ਫਿਰ ਵੀ ਲੋਕਾਂ ਨੂੰ ਜੋ ਸਮੇਂ ਦੇ ਵਿੱਚ ਸਿਪਾਹੀ ਲੋਕ ਸੀਗੇ ਜਾਂ ਉਸ ਸਮੇਂ ਦੇ ਵਿੱਚ ਜਿਹਨੇ ਸਾਨੂੰ ਕੈਦ ਵਿੱਚ ਸੁੱਟਿਆ ਸੀਗਾ ਉਸ ਨੂੰ ਫਿਰ ਵੀ ਯਕੀਨ ਨਹੀਂ ਹੈ। ਲੇਕਿਨ ਫਿਰ ਵੀ ਕੀ ਕਰਦੇ ਸੀ? ਕੈਦ ਵਿੱਚ ਉਹਦੀ ਰਾਖੀ ਕਰਦੇ ਸੀਗੇ। ਫਿਰ ਪਰ ਕਲੀਸਿਆ ਉਹਦੇ ਲਈ ਪਰਮੇਸ਼ਵਰ ਅੱਗੇ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ। ਦੇਖੋ ਪਤਰਸ ਕਿੱਥੇ ਹੈ? ਜੇਲ੍ਹ ਦੇ ਵਿੱਚ ਹੈ। ਹੁਣ ਦੇਖੋ ਜੋ ਕਲੀਸਿਆ ਸੀ, ਕਲੀਸਿਆ ਕੀ ਕਰਦੀ ਸੀ? ਮਨ ਲਾ ਕੇ ਪ੍ਰਾਰਥਨਾ ਕਰਦੀ ਸੀ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਦੇਖੋ ਕਲੀਸਿਆ ਦੇ ਲੋਕਾਂ ਨੇ ਭੱਜ ਨੱਠ ਨਹੀਂ ਕਰੀ। ਚਲੋ ਕਿਸੇ ਅਫਸਰ ਨੂੰ ਮਿਲਦੇ ਆ ਜਾ ਕੇ, ਜਾਂ ਕਿਸੇ ਐਸੇ ਮਿਨਿਸਟਰ ਨੂੰ ਮਿਲਦੇ ਆ, ਜਾਂ ਕਿਸੇ MLA ਨੂੰ ਮਿਲਦੇ ਆ, ਜਾਂ ਕਿਸੇ ਇਨਸਾਨ ਨੂੰ ਮਿਲਦੇ ਆ ਜਿਹਦੇ ਨਾਲ ਸਾਡੀ ਚੰਗੀ ਬਣਦੀ ਹੈ। ਐਸੀ ਲੋਕਾਂ ਨੇ ਕੁਝ ਵੀ ਨਹੀਂ ਕੀਤਾ। ਲੇਕਿਨ ਉਹਨਾਂ ਲੋਕਾਂ ਨੇ ਕੀ ਕਰਿਆ? ਕੋਈ ਬਾਤ ਨਹੀਂ, ਸਾਡਾ ਭਾਈ ਜੇਲ੍ਹ ਦੇ ਵਿੱਚ ਹੈ। ਔਰ ਜੇਲ੍ਹ ਦੇ ਵਿੱਚ ਕਿਉਂ ਹੈ? ਉਹ ਤਾਂ ਪਰਮੇਸ਼ਵਰ ਦਾ ਕੰਮ ਕਰਦਾ ਸੀਗਾ। ਜੇਲ੍ਹ ਦੇ ਵਿੱਚ ਕਿਉਂ ਹੈ? ਕਿਉਂਕਿ ਉਹਦਾ ਪਰਮੇਸ਼ਵਰ ਦਾ ਨਾਮ ਲੈਂਦਾ ਸੀਗਾ। ਜੇਲ੍ਹ ਦੇ ਵਿੱਚ ਕਿਉਂ ਹੈ? ਕਿਉਂਕਿ ਉਹਦਾ ਪਰਮੇਸ਼ਵਰ ਦਾ ਪ੍ਰਚਾਰ ਕਰਦਾ ਸੀਗਾ। ਜੇਲ੍ਹ ਦੇ ਵਿੱਚ ਕਿਉਂ ਹੈ? ਕਿਉਂਕਿ ਉਹਦਾ ਪਰਮੇਸ਼ਵਰ ਦੀ ਗਵਾਹੀ ਲੋਕਾਂ ਨੂੰ ਦੱਸਦਾ ਸੀਗਾ। ਲੋਕਾਂ ਨੇ ਕਿਸੇ ਅਫਸਰ ਦੀ ਗੱਲ ਨਹੀਂ ਕਰੀ, ਲੋਕਾਂ ਨੇ ਕਿਸੇ ਮਿਨਿਸਟਰ ਕੋਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਕਿਸੇ ਰਾਜੇ ਦੀ ਸਿਫਾਰਿਸ਼ ਨਹੀਂ ਲਵਾਈ, ਜਾਂ ਕਿਸੇ ਐਸੇ ਇਨਸਾਨ ਨੂੰ ਨਹੀਂ ਮਿਲੇ ਜਿਹੜਾ ਇਨਸਾਨ ਉਹਨਾਂ ਨੂੰ ਜਾਣਦਾ ਹੋਊਗਾ, ਜਾਂ ਜਿਸ ਇਨਸਾਨ ਦੇ ਨਾਲ ਉਹਨਾਂ ਦਾ ਚੰਗਾ ਰਿਸ਼ਤਾ ਹੋਊਗਾ। ਲੇਕਿਨ ਉਹਨਾਂ ਲੋਕਾਂ ਨੇ ਕੀ ਕੀਤਾ? ਪ੍ਰਾਰਥਨਾ ਕੀਤੀ। ਕਿਵੇਂ ਪ੍ਰਾਰਥਨਾ ਕੀਤੀ? ਮਨ ਲਾ ਕੇ ਪ੍ਰਾਰਥਨਾ ਕੀਤੀ। ਫਿਰ ਕੀ? ਇੱਕ ਵਾਰ ਫਿਰ ਪੜੋ। ਸੋ ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਰਹੀ। ਪਰ ਕਲੀਸਿਆ ਉਹਦੇ ਲਈ ਪਰਮੇਸ਼ਵਰ ਅੱਗੇ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ। ਹਾਂ ਦੇਖੋ ਕੈਦ ਵਿੱਚ ਤਾਂ ਪਤਰਸ ਹੈ, तो जो पहरेदार ने ਉਹਦੀ ਰਾਖੀ ਕਰ ਰਹੇ ਨੇ। ਜੇ ਇੱਧਰ ਕਲੀਸਿਆ ਕੀ ਕਰ ਰਹੀ ਹੈ? ਕਲੀਸਿਆ ਹੱਥ ਉੱਪਰ ਹੱਥ ਰੱਖ ਕੇ ਨਹੀਂ ਬੈਠੀ, ਲੇਕਿਨ ਉਹਨਾਂ ਨੇ ਕੀ ਕੀਤੀ? ਉਹਦਾ ਮਨ ਲਾਇਆ ਕਿਹਦੇ ਉੱਪਰ? ਪ੍ਰਾਰਥਨਾ ਦੇ ਉੱਪਰ। ਔਰ ਪ੍ਰਾਰਥਨਾ ਕਿਹਦੇ ਲਈ ਕਰਦੇ ਰਹੇ? ਪਤਰਸ ਦੇ ਲਈ। ਹਾਂ ਫਿਰ ਜਾਂ ਹੈਰੋਦੇਸ ਉਹਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ 2 ਸੰਗਲਾਂ ਨਾਲ ਜਕੜਿਆ ਹੋਇਆ ਸੀ। ਮਤਲਬ ਦੇਖੋ ਇੱਕ ਰਾਤ ਹੈ ਵਿਚਾਲੇ, ਉਸ ਤੋਂ ਅਗਲੇ ਦਿਨ ਉਹਨਾਂ ਨੇ ਕੀ ਕਰਨਾ ਸੀ? ਪਤਰਸ ਨੂੰ ਸਾਹਮਣੇ ਲੈ ਕੇ ਆਉਣਾ ਸੀ ਲੋਕਾਂ ਦੇ। ਲੇਕਿਨ ਉਸ ਰਾਤ 2 ਸੰਗਲਾਂ ਨਾਲ ਪਤਰਸ ਨੂੰ ਕੀ ਸੀਗਾ? ਬੰਨ ਕੇ ਰੱਖਿਆ ਹੋਇਆ ਸੀਗਾ। ਔਰ ਜੋ ਪਤਰਸ ਸੀਗਾ ਉਹ ਕੀ ਸੀਗਾ? 2 ਸਿਪਾਹੀਆਂ ਦੇ ਵਿਚਾਲੇ, ਮਤਲਬ ਇੱਕ ਇੱਧਰ ਤੇ ਇੱਕ ਇੱਧਰ, ਮਤਲਬ ਖੱਬੇ ਔਰ ਸੱਜੇ। ਔਰ ਵਿਚਾਲੇ ਕੌਣ ਹੈ? ਪਤਰਸ ਸੁੱਤਾ ਪਿਆਗਾ। ਔਰ ਸੁੱਤਾ ਵੀ ਕਿਵੇਂ ਪਿਆਗਾ? ਅਤੇ 2 ਸਿਪਾਹੀਆਂ ਦੇ ਵਿਚਕਾਰ ਸੁੱਤਾ ਪਿਆ ਸੀ। ਔਰ ਪਹਿਰੇ ਵਾਲੇ ਕੈਦਖਾਨੇ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ। ਹਾਂ, ਮਤਲਬ ਪਹਿਰੇ ਵਾਲੇ ਸੀ ਜੋ, ਉਹ ਕੀ ਕਰ ਰਹੇ ਸੀਗੇ? ਉਹ ਤਾਂ ਕੈਦਖਾਨੇ ਦੇ ਉੱਪਰ ਕੀ ਕਰ ਰਹੇ ਸੀਗੇ? ਪਹਿਰਾ ਦੇ ਰਹੇ ਸੀ। ਜਦ ਪਹਿਰਾ ਦੇ ਰਹੇ ਸੀ ਫਿਰ ਕੀ ਹੋਇਆ? ਤਾਂ ਦੇਖੋ ਪ੍ਰਭੂ ਦਾ ਇੱਕ ਦੂਤ ਆਣ ਖਲੋਤਾ ਅਤੇ ਉਸ ਕੋਠੜੀ ਵਿੱਚ ਚਾਨਣ ਚਮਕਿਆ ਤੇ ਉਸਨੇ ਪਤਰਸ ਦੀ ਬੱਖੀ ਤੇ ਹੱਥ ਮਾਰਿਆ ਅਤੇ ਉਹਨੂੰ ਜਗਾ ਕੇ ਆਖਿਆ ਕਿ ਛੇਤੀ ਉੱਠ, ਅਤੇ ਉਹਦੇ ਸੰਗਲ ਉਹਦੇ ਹੱਥਾਂ ਤੋਂ ਡਿੱਗ ਪਏ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ ਕਲੀਸਿਆ ਨੇ, ਸੰਗਤ ਦੇ ਲੋਕਾਂ ਨੇ ਮਨ ਲਾ ਕੇ ਪ੍ਰਾਰਥਨਾ ਕਰੀ। ਅਗਰ ਉਹ ਚਾਹੁੰਦੇ ਤਾਂ ਕੋਈ ਸਿਫਾਰਿਸ਼ ਲਾਉਂਦੇ, ਅਗਰ ਉਹ ਚਾਹੁੰਦੇ ਤਾਂ ਕਿਸੇ ਅਫਸਰ ਲਵੇ ਜਾ ਕੇ ਕੋਈ ਉਸ ਨੂੰ 200, 400, 500 ਰੁਪਇਆ, 1000, 2000 ਦੇ ਕੇ ਉਸਦਾ ਨਿਬੇੜਾ ਕਰਾ ਸਕਦੇ ਸੀਗੇ। ਲੇਕਿਨ ਕਲੀਸਿਆ ਨੇ ਸੋਚਿਆ ਅਗਰ ਸਾਡਾ ਕੋਈ ਕੰਮ ਕਰ ਸਕਦਾ ਹੈਗਾ ਤਾਂ ਉਹ ਕੌਣ ਹੈ? ਉਹ ਤਾਂ ਪ੍ਰਭੂ ਯਿਸੂ ਮਸੀਹ ਹੈ। ਇਸ ਲਈ ਉਹਨਾਂ ਨੇ ਸਾਰਿਆਂ ਨੇ ਇੱਕ ਮਨ ਹੋਏ, ਇੱਕ ਚਿੱਤ ਹੋ ਗਏ। ਅੱਜ ਇੱਕ ਮਨ ਹੋਏ, ਇੱਕ ਚਿੱਤ ਹੋਏ ਤਾਂ ਕੀ ਕੀਤੀ? ਉਹਨਾਂ ਨੇ ਪ੍ਰਾਰਥਨਾ ਕੀਤੀ। ਹੁਣ ਦੇਖੋ 4 ਸਿਪਾਹੀ, 4 ਪਹਿਰੇ ਇਦਾਂ ਬੈਠੇ ਹੋਏ ਨੇ, ਲਾ ਕੇ ਬੈਠੇ ਹੋਏ ਨੇ। ਉਹਦੇ ਵਿਚਕਾਰ ਦੇਖੋ 2 ਸਿਪਾਹੀ ਤਾਂ ਪਤਰਸ ਦੇ ਨਾਲ ਸੁੱਤੇ ਪਏ ਨੇ, ਔਰ ਪਤਰਸ ਉਹਨਾਂ ਦੇ ਵਿਚਾਲੇ ਸੁੱਤਾ ਪਿਆਗਾ। ਉਸ ਤੋਂ ਬਾਅਦ ਦੇਖੋ ਜਦ ਪ੍ਰਾਰਥਨਾ ਕਰੀ
ਕਿਹਨਾਂ ਨੇ? ਸੰਗਤ ਦੇ ਲੋਕਾਂ ਨੇ, ਕਲੀਸਿਆ ਦੇ ਲੋਕਾਂ ਨੇ। ਤਾਂ ਪਰਮੇਸ਼ਵਰ ਨੇ ਪ੍ਰਾਰਥਨਾ ਨੂੰ ਸੁਣਿਆ। ਹੁਣ ਉਹਨਾਂ ਦੀ ਪ੍ਰਾਰਥਨਾ ਕੈਸੀ ਸੀਗੀ? ਉਹ ਤਾਂ ਬਿਲਕੁਲ ਹਲਕੀ ਸੀ। ਕੈਸੀ ਸੀਗੀ? ਧੂਫ ਦੇ ਸਮਾਨ ਸੀਗੀ। ਮਤਲਬ ਉਹ ਪ੍ਰਾਰਥਨਾ ਪਰਮੇਸ਼ਵਰ ਤੱਕ ਪਹੁੰਚੀ। ਜਦ ਪਰਮੇਸ਼ਵਰ ਤੱਕ ਪਹੁੰਚੀ ਤਾਂ ਪਰਮੇਸ਼ਵਰ ਨੇ ਕੀ ਕਰਿਆ? ਉਸ ਪ੍ਰਾਰਥਨਾ ਨੂੰ ਸੁਣਿਆ ਔਰ ਉਸ ਦਾ ਉੱਤਰ ਦਿੱਤਾ। ਉੱਤਰ ਕਿਵੇਂ ਦਿੱਤਾ? ਕਿ ਪਰਮੇਸ਼ਵਰ ਨੇ ਆਪਣਾ ਇੱਕ ਸਵਰਗਦੂਤ ਭੇਜਿਆ ਔਰ ਸਵਰਗਦੂਤ ਆਇਆ। ਹੁਣ ਦੇਖੋ ਆ ਕੇ ਕੀ ਕਰਿਆ ਉਹਨੇ? ਪਤਰਸ ਦੇ ਸੁੱਤੇ ਪਏ ਦੇ ਵੱਖੀ ਦੇ ਵਿੱਚ ਹੱਥ ਮਾਰਿਆ। ਹੁਣ ਦੇਖੋ ਪਹਿਰਾ ਲੱਗਿਆ ਹੋਇਆਗਾ, ਬੇੜੀਆਂ ਲੱਗੀਆਂ ਹੋਈਆਂ ਨੇ, ਜੇਲ੍ਹ ਦੇ ਵਿੱਚ ਹੈ, ਲੇਕਿਨ ਪਤਰਸ ਕੀ ਹੈ? ਉਹ ਤਾਂ ਬੜੀ ਮਸਤੀ ਨਾਲ ਸੁੱਤਾ ਪਿਆਗਾ। ਉਸ ਨੂੰ ਕੋਈ ਫਿਕਰ ਹੀ ਨਹੀਂ, ਉਸ ਨੂੰ ਕੋਈ ਡਰ ਹੀ ਨਹੀਂ ਕਿ ਮੇਰਾ ਕੀ ਬਣੇਗਾ, ਮੈਨੂੰ ਕੀ ਹੋਵੇਗਾ, ਜਾਂ ਮੈਨੂੰ ਲੋਕ ਛਡਾਉਣਗੇ ਜਾਂ ਨਹੀਂ ਛਡਾਉਣਗੇ, ਜਾਂ ਮੇਰੀ ਸੰਗਤ ਦੇ ਲੋਕ, ਜਾਂ ਮੇਰੀ ਕਲੀਸਿਆ ਦੇ ਲੋਕ ਜਿਨ੍ਹਾਂ ਨੂੰ ਮੈਂ ਬਪਤਿਸਮਾ ਦਿੱਤਾਗਾ, ਜਿਨ੍ਹਾਂ ਨੂੰ ਮੈਂ ਵਚਨ ਸੁਣਾਉਣਾਗਾ, ਜਿਨ੍ਹਾਂ ਨੂੰ ਮੈਂ ਮਤਲਬ ਪਰਮੇਸ਼ਵਰ ਦੇ ਸਵਰਗਾਂ ਲਈ ਤਿਆਰ ਕਰਦਾਗਾ, ਕੀ ਕਰਦੇ ਹੋਣਗੇ ਮੇਰੇ ਲਈ? ਉਸਨੇ ਕੁਝ ਵੀ ਨਹੀਂ ਸੋਚਿਆ, ਲੇਕਿਨ ਉਸਨੇ ਪ੍ਰਾਰਥਨਾ ਵਾਸਤੇ ਕਿਹਾ ਹੋਊਗਾ, ਹੇ ਪ੍ਰਭੂ ਯਿਸੂ ਮਸੀਹ, ਮੈਂ ਸੌਣ ਲੱਗਿਆਗਾ, ਬਸ ਹੁਣ ਮੇਰੀ ਰਾਖੀ ਕਰੀ। ਉਸ ਤੋਂ ਬਾਅਦ ਦੇਖੋ ਸੌਂ ਗਿਆ। ਔਰ ਸੌਣ ਤੋਂ ਬਾਅਦ ਕੀ ਹੋਇਆ? ਜਦ ਸੰਗਤ ਦੇ ਲੋਕਾਂ ਨੇ ਪ੍ਰਾਰਥਨਾ ਕਰੀ ਤਾਂ ਦੂਤ ਆਇਆ, ਸਵਰਗਦੂਤ। ਉਸਨੇ ਆ ਕੇ ਪਤਰਸ ਦੀ ਵੱਖੀ ਵਿੱਚ ਹੱਥ ਮਾਰਿਆ ਔਰ ਉਸ ਤੋਂ ਬਾਅਦ ਕੀ ਆ? ਉੱਠ ਔਰ ਚੱਲ। ਦੇਖੋ ਉਸੇ ਘੜੀ ਕੀ ਹੋਇਆ ਕਿ ਪਤਰਸ ਦੇ ਨੂੰ ਜੋ ਬੇੜੀਆਂ ਲੱਗੀਆਂ ਸੀਗੀਆਂ ਉਹ ਆਪਣੇ ਆਪੇ ਖੁੱਲ ਗਈਆਂ। ਦੇਖੋ ਜੋ ਬੇੜੀ ਹੈ ਉਹ ਕਦੇ ਵੀ, ਜੋ ਹੱਥਕੜੀ ਹੁੰਦੀ ਹੈ ਉਹ ਚਾਬੀ ਨਾਲ ਖੁੱਲਦੀ ਹੈ ਹਮੇਸ਼ਾ ਹੀ, ਲੇਕਿਨ ਜਦ ਸਵਰਗਦੂਤ ਨੇ ਕੀ ਕਿਹਾ ਸੀਗਾ ਕਿ ਉੱਠ ਮੇਰੇ ਪਿੱਛੇ ਚੱਲ, ਉੱਠ ਔਰ ਦੂਤ ਨੇ ਉਹਨੂੰ ਕਿਹਾ ਕਿ ਲੱਕ ਬੰਨ ਅਤੇ ਆਪਣੀ ਜੁੱਤੀ ਪਾ। ਉੱਪਰ ਸੱਤ। ਤਾਂ ਵੇਖੋ ਪ੍ਰਭੂ ਦਾ ਇੱਕ ਦੂਤ ਆਣ ਖਲੋਤਾ ਤੇ ਕੋਠੜੀ ਵਿੱਚ ਚਾਨਣ ਚਮਕਿਆ ਔਰ ਉਸਨੇ ਪਤਰਸ ਦੀ ਬੱਖੀ ਤੇ ਹੱਥ ਮਾਰਿਆ ਅਤੇ ਉਹਨੂੰ ਜਗਾ ਕੇ ਆਖਿਆ ਕਿ ਛੇਤੀ ਉੱਠ ਅਤੇ ਉਹਦੇ ਸੰਦਲ ਉਹਦੇ ਹੱਥਾਂ ਡਿੱਗ ਪਏ। ਮਤਲਬ ਛੇਤੀ ਉੱਠ। ਤੇ ਹੁਣ ਦੇਖੋ ਉਹ ਬੇੜੀ ਵਿੱਚ ਸੀਗਾ, ਬੇੜੀ ਨਾਲ ਜਕੜਿਆ ਹੋਇਆ ਸੀਗਾ। ਹੁਣ ਪਤਰਸ ਉੱਠਿਆ ਤੇ ਨਾਲ ਦੇ ਨਾਲ ਕੀ ਹੋਏ? ਉਹਦੇ ਸੰਗਲ ਟੁੱਟ ਗਏ, ਸੰਗਲ ਖੁੱਲ ਕੇ ਥੱਲੇ ਡਿੱਗ ਗਏ। ਔਰ ਪਤਰਸ ਕੀ ਸੀਗਾ? ਉਹ ਤਾਂ ਪ੍ਰਭੂ ਇਹਦੇ ਸਵਰਗਦੂਤ ਦੇ ਪਿੱਛੇ ਚੱਲ ਰਿਹਾਗਾ। ਹੁਣ ਦੇਖੋ ਉੱਥੇ ਕੰਮ ਕੀ ਨਹੀਂ ਕੀਤਾ? ਉੱਥੇ ਵੀ ਪ੍ਰਾਰਥਨਾ ਨੇ ਕੰਮ ਕੀਤਾ। ਸਾਰੇ ਬੋਲੋ ਹਾਲੇਲੂਇਆ। ਹੁਣ ਕਲੀਸਿਆ ਨੇ ਪ੍ਰਾਰਥਨਾ ਕੀਤੀ ਕਿਹਦੇ ਲਈ? ਪਤਰਸ ਲਈ। ਪਤਰਸ ਲਈ ਪ੍ਰਾਰਥਨਾ ਕੀਤੀ। ਕਿਵੇਂ ਕੀਤੀ? ਪੂਰੇ ਬੋਝ ਨਾਲ, ਪੂਰੇ ਵਿਸ਼ਵਾਸ ਨਾਲ ਪ੍ਰਾਰਥਨਾ ਕੀਤੀ। ਔਰ ਉਹ ਵਿਸ਼ਵਾਸ ਨਾਲ ਪ੍ਰਾਰਥਨਾ ਕੀਤੀ ਗਈ ਨਾਲ ਉਹ ਇੱਕ ਮਨ ਇੱਕ ਚਿੱਤ ਹੋ ਕੇ ਜੋ ਪ੍ਰਾਰਥਨਾ ਕੀਤੀ, ਉਹ ਪ੍ਰਾਰਥਨਾ ਨੂੰ ਕੀ ਹੋਇਆ? ਉਸ ਪਰਮੇਸ਼ਵਰ ਨੇ ਸੁਣਿਆ ਔਰ ਉਹਦਾ ਕੀ ਦਿੱਤਾ? ਪਰਮੇਸ਼ਵਰ ਨੇ ਉਹਨਾਂ ਨੂੰ ਉੱਤਰ ਵੀ ਦਿੱਤਾ। ਕਹਿਣ ਦਾ ਮਤਲਬ ਕਿ ਜਦ ਇਨਸਾਨ ਪਰਮੇਸ਼ਵਰ ਦੀ ਪ੍ਰਾਰਥਨਾ ਕਰੇ, ਕਿਵੇਂ ਪ੍ਰਾਰਥਨਾ ਕਰੇ? ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ, ਤਾਂ ਪਰਮੇਸ਼ਵਰ ਕੀ ਕਰਦੇ ਨੇ? ਉਹਦੀ ਪ੍ਰਾਰਥਨਾ ਨੂੰ ਪੱਕਾ ਸੁਣਦੇ ਨੇ। ਪਰਮੇਸ਼ਵਰ ਉਹਦੀ ਪ੍ਰਾਰਥਨਾ ਨੂੰ ਪੱਕਾ ਸੁਣਦੇ ਨੇ। ਕਈ ਵਾਰ ਕੀ ਹੁੰਦਾਗਾ ਕਿ ਇਨਸਾਨ ਪ੍ਰਾਰਥਨਾ ਬਹੁਤ ਕਰਦਾਗਾ, ਲੇਕਿਨ ਉਹਦੀ ਪ੍ਰਾਰਥਨਾ ਉਹ ਪਰਮੇਸ਼ਵਰ ਸੁਣਦੇ ਨਹੀਂ। ਉਹਦਾ ਕਾਰਨ ਕੀ ਹੈ? ਕਿਉਂਕਿ ਇੱਕ ਬਾਈਬਲ ਦੇ ਵਿੱਚ ਵਚਨ ਲਿਖਿਆਗਾ, ਪੜਾਂਗੇ ਆਪਾਂ ਪਹਿਲਾਂ ਪਤਰਸ ਉਹਦਾ 3 ਅਧਿਆਇ ਉਹਦਾ 7 ਵਚਨ। ਪਹਿਲਾ ਪਤਰਸ ਉਹਦਾ 3 ਅਧਿਆਇ ਉਹਦਾ 7 ਵਚਨ। ਇਸੇ ਤਰ੍ਹਾਂ ਹੈ ਪਤੀਓ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵਸੋ ਅਤੇ ਇਸਤਰੀ ਨੂੰ ਆਪਣੇ ਨਾਲ ਕੋਮਲ ਸਰੀਰ ਜਾਣ ਕੇ, ਅਤੇ ਇਹ ਵੀ ਭਈ ਤੁਸੀਂ ਦੋਵੇਂ ਜੀਵਨ ਦੀ ਬਖਸ਼ੀਸ਼ ਦੇ ਸਾਂਝੇ ਅਧਿਕਾਰੀ ਹੋ, ਉਹਦਾ ਆਦਰ ਕਰੇ ਤਾਂ ਜੋ ਤੁਹਾਡੀਆਂ ਪ੍ਰਾਰਥਨਾ ਰੁਕ ਨਾ ਜਾਣ। ਹੁਣ ਦੇਖੋ ਪ੍ਰਾਰਥਨਾ ਰੁਕ ਵੀ ਜਾਂਦੀ ਹੈ ਇਨਸਾਨ ਦੀ, ਚਾਹੇ ਇਨਸਾਨ ਪ੍ਰਾਰਥਨਾ ਕਰੇ ਪਰਮੇਸ਼ਵਰ ਅੱਗੇ, ਲੇਕਿਨ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਜੇ ਪਤੀ ਪਤਨੀ ਅਗਰ ਝਗੜਾ ਕਰਕੇ ਬੈਠੇ ਹੋਣ ਉਸ ਤੋਂ ਬਾਅਦ ਪ੍ਰਾਰਥਨਾ ਕਰਨ ਤਾਂ ਪਰਮੇਸ਼ਵਰ ਕਹਿੰਦਾ ਹੈਗਾ ਉਹਨਾਂ ਦੀ ਪ੍ਰਾਰਥਨਾ ਸੁਣੀ ਨਹੀਂ ਜਾਂਦੀ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਮਤਲਬ ਕੋਈ ਵੀ ਇਨਸਾਨ ਅਗਰ ਪ੍ਰਾਰਥਨਾ ਕਰੇ, ਹਾਂ, ਅਗਰ ਤੁਹਾਨੂੰ ਲੱਗਦਾ ਹੈਗਾ ਕਿ ਮੇਰੀ ਪਰਮੇਸ਼ਵਰ ਪ੍ਰਾਰਥਨਾ ਸੁਣਦਾ ਗਾ, ਬਹੁਤ ਚੰਗੀ ਗੱਲ ਹੈ ਕਿ ਪਰਮੇਸ਼ਵਰ ਪ੍ਰਾਰਥਨਾ ਸੁਣਦੇ ਨੇ, ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਅਗਰ ਕੋਈ ਇਨਸਾਨ ਆਪਣੀ ਪਤਨੀ ਨਾਲ ਝਗੜਾ ਕਰੇ, ਪਤਨੀ ਨਾਲ ਝਗੜਾ ਕਰਕੇ ਪ੍ਰਾਰਥਨਾ ਕਰੇ ਤਾਂ ਉਹਦੀ ਪ੍ਰਾਰਥਨਾ ਕੀ ਹੈ? ਉਹ ਰੁਕ ਸਕਦੀ ਹੈ। ਅਗਰ ਪਤਨੀ ਪ੍ਰਾਰਥਨਾ ਕਰੇ ਆਪਣੇ ਪਤੀ ਨਾਲ ਝਗੜਾ ਕਰਕੇ ਤਾਂ ਉਹਦੀ ਪ੍ਰਾਰਥਨਾ ਕੀ ਹੈ? ਰੁਕ ਸਕਦੀ ਹੈ। ਪ੍ਰਭੂ ਯਿਸੂ ਮਸੀਹ ਵੀ ਕਹਿੰਦੇ ਨੇ ਕਿ ਅਗਰ ਤੁਸੀਂ ਮਤਲਬ ਪਰਮੇਸ਼ਵਰ ਦੇ ਸਾਹਮਣੇ ਜਾਂਦੇ ਹੋ ਔਰ ਤੁਹਾਨੂੰ ਚੇਤਾ ਆ ਜਾਏ ਕਿ ਤੁਹਾਡਾ ਕਿਸੇ ਨਾਲ ਕੋਈ ਝਗੜਾ ਗਾ, ਤਾਂ ਆਪਣੀ ਪੇਟ ਨੂੰ ਕੀ ਕਰੋ? ਉੱਥੇ ਛੱਡ ਦਿਓ ਔਰ ਫਿਰ ਪਹਿਲਾਂ ਜਾ ਕੀ ਕਰੋ? ਤੁਸੀਂ ਸੁਲਾਹ ਕਰੋ। ਪਹਿਲਾਂ ਕੀ ਕਰੋ? ਸੁਣਾਓ, ਸੁਲਾਹ ਕਰੋ। ਸੁਲਾਹ ਕਿਉਂ ਕਰੋ? ਕਿਉਂਕਿ ਕਿਤੇ ਤੁਹਾਡੀ ਪ੍ਰਾਰਥਨਾ ਰੁਕ ਨਾ ਜਾਏ। ਕਿਉਂਕਿ ਲਿਖਿਆ ਬਾਈਬਲ ਦੇ ਵਿੱਚ ਆਪਾਂ ਪੜਾਂਗੇ ਉਹਦਾ ਮੱਤੀ 5 ਅਧਿਆਇ ਉਹਦਾ 23-24। ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਡ ਚੜਾਉਣ ਲੱਗੇ ਔਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ,
ਤਾਂ ਉੱਥੇ ਆਪਣੀ ਭੇਟ ਯਹੋਵੇਦੀ ਦੇ ਸਾਹਮਣੇ ਛੱਡ ਕੇ ਚਲਿਆ ਜਾ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ, ਪਿੱਛੋਂ ਆਣ ਕੇ ਆਪਣੀ ਭੇਟ ਚੜਾ। ਹੁਣ ਦੇਖੋ ਪ੍ਰਭੂ ਯਿਸੂ ਸਾਫ਼ ਕਹਿੰਦੇ ਨੇ, ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਨੇ ਗੱਲ ਕਿਉਂ ਕਹੀ ਕਿ ਅਗਰ ਤੁਸੀਂ ਪ੍ਰਾਰਥਨਾ ਕਰਨੀ ਹੈ, ਅਗਰ ਕੁਝ ਮੇਰੇ ਸਨਮੁਖ ਤੁਸੀਂ ਆਉਣੇ ਹੋ, ਅਗਰ ਤੁਸੀਂ ਮੇਰੇ ਸਾਹਮਣੇ ਆਉਣਾ ਚਾਹੁੰਦੇ ਹੋ, ਇਹ ਗੱਲ ਪ੍ਰਭੂ ਯਿਸੂ ਮਸੀਹ ਨੇ ਕਿਉਂ ਕਹੀ? ਕਿਉਂਕਿ ਪ੍ਰਭੂ ਯਿਸੂ ਮਸੀਹ ਸਾਡੀ ਪ੍ਰਾਰਥਨਾ ਨੂੰ ਸੁਣਨਾ ਚਾਹੁੰਦੇ ਨੇ। ਪ੍ਰਭੂ ਯਿਸੂ ਮਸੀਹ ਚਾਹੁੰਦੇ ਨੇ ਕਿ ਤੁਹਾਡਾ ਕਿਸੇ ਨਾਲ ਵੈਰ ਨਾ ਹੋਵੇ। ਪ੍ਰਭੂ ਯਿਸੂ ਮਸੀਹ ਚਾਹੁੰਦੇ ਨੇ ਕਿ ਅਗਰ ਤੁਸੀਂ ਕਿਸੇ ਨਾਲ ਪ੍ਰਾਰਥਨਾ ਕਰਨੀ ਕਿਸੇ ਵਾਸਤੇ ਵੀ, ਕਿਸੇ ਵੀ ਕੰਮ ਦੇ ਲਈ, ਲੇਕਿਨ ਤੁਸੀਂ ਕੀ ਹੋ ਜਾਓ? ਇੱਕ ਮਨ ਹੋ ਜਾਓ, ਇੱਕ ਚਿੱਤ ਹੋ ਜਾਓ। ਫਿਰ ਤੁਹਾਡੇ ਮਨ ਦੇ ਵਿੱਚ ਇੱਕ ਦੂਜੇ ਪ੍ਰਤੀ ਕੀ ਹੋਣਾ ਚਾਹੀਦਾ ਗਾ? ਪਿਆਰ ਹੋਣਾ ਚਾਹੀਦਾ ਗਾ। ਤੁਹਾਡੇ ਮਨ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਕੀ ਹੋਣੀ ਚਾਹੀਦੀ ਹੈ? ਦਇਆ ਹੋਣੀ ਚਾਹੀਦੀ ਹੈ। ਜਦ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣਦਾਗਾ। ਅਗਰ ਤੁਹਾਡੇ ਮਨ ਦੇ ਵਿੱਚ ਵੈਰ ਹੈ, ਅਗਰ ਤੁਹਾਡੇ ਮਨ ਦੇ ਵਿੱਚ ਕੁਝ ਵੀ ਐਸੀ ਗੱਲ ਹੈ, ਤੇ ਅਗਰ ਤੁਸੀਂ ਫਿਰ ਪ੍ਰਾਰਥਨਾ ਕਰਦੇ ਹੋ ਤੇ ਫਿਰ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣਨ ਵਾਲਾ ਨਹੀਂ ਹਾਂ। ਇਸੇ ਕਰਕੇ ਪਰਮੇਸ਼ਵਰ ਨੇ ਕਿਹਾਗਾ ਕਿ ਪਤੀ ਪਤਨੀ ਕੀ ਹੈ, ਜੋ ਜੀਵਨ ਦੇ ਸਾਂਝੇ ਅਧਿਕਾਰੀ ਨੇ, ਉਹ ਵੀ ਕੀ ਕਰਨ? ਇੱਕ ਮਨ ਹੋ ਕੇ ਪ੍ਰਾਰਥਨਾ ਕਰਨ, ਇੱਕ ਚਿੱਤ ਹੋ ਕੇ ਪ੍ਰਾਰਥਨਾ ਕਰਨ। ਅਗਰ ਵੈਰ ਰੱਖਦੇ ਨੇ ਆਪਸ ਵਿੱਚ ਜਾਂ ਕੁਝ ਲੜਾਈ ਝਗੜਾ ਕਰਦੇ ਨੇ, ਉਸ ਤੋਂ ਬਾਅਦ ਪ੍ਰਾਰਥਨਾ ਕਰਦੇ ਨੇ, ਮੈਂ ਪ੍ਰਾਰਥਨਾ ਸੁਣਨ ਵਾਲਾ ਨਹੀਂ ਹਾਂ। ਫਿਰ ਪ੍ਰਭੂ ਯਿਸੂ ਮਸੀਹ ਇਹੀ ਕਹਿੰਦੇ ਨੇ ਕਿ ਅਗਰ ਤੁਹਾਡਾ ਕਿਸੇ ਨਾਲ ਵੈਰ ਹੈ ਤਾਂ ਕੀ ਕਰੋ? ਉਸ ਵੈਰ ਨੂੰ ਕੱਢ ਦਿਓ, ਉਸ ਨੂੰ ਮਾਫ ਕਰ ਦਿਓ। ਫਿਰ ਮੇਰੇ ਸਾਹਮਣੇ ਆਓ ਪ੍ਰਾਰਥਨਾ ਕਰਨ ਦੇ ਲਈ, ਮਤਲਬ ਮੈਂ ਤੁਹਾਡੀ ਪ੍ਰਾਰਥਨਾ ਸੁਣਾਂਗਾ। ਦੇਖੋ ਕਲੀਸਿਆ ਨੇ ਪ੍ਰਾਰਥਨਾ ਕਰੀ ਕਿਹਦੇ ਲਈ? ਪਤਰਸ ਲਈ। ਪਤਰਸ ਲਈ ਪ੍ਰਾਰਥਨਾ ਕੀਤੀ ਤਾਂ ਹੋਇਆ ਕੀ ਕਿ ਪਤਰਸ ਦੀ ਜੋ ਕੈਦ ਵਿੱਚੋਂ ਰਿਹਾਈ ਸੀ ਉਹ ਸਵਰਗਦੂਤ ਨੇ ਕਰੀ। ਔਰ ਇੱਕ ਵਚਨ ਲਿਖਿਆ ਬਾਈਬਲ ਦੇ ਵਿੱਚ ਕਿ ਇੱਕ ਵਾਰ ਪੌਲਸ ਸੀਗਾ ਤੇ ਉਹਦਾ ਸਾਥੀ ਸੀਗਾ ਸਿਲਾਸ। ਔਰ ਬਾਈਬਲ ਦੇ ਵਿੱਚ ਪੜਾਂਗੇ ਆਪਾਂ ਰਸੂਲਾਂ ਉਹਦਾ 16 ਅਧਿਆਇ ਉਹਦਾ 23 ਵਚਨ। ਉਹਨਾਂ ਨੂੰ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ, ਪਰ ਇਹ ਵੱਡੀ ਚੌਕਸੀ ਨਾਲ ਉਹਨਾਂ ਦੀ ਖਬਰਦਾਰੀ ਕਰ। ਦੇਖੋ ਇੱਥੇ ਪਰਮੇਸ਼ਰ ਦੇ ਦਾਸ ਲੋਕ ਨੇ, ਸੰਤ ਪੌਲਸ ਔਰ ਉਹਦਾ ਸਾਥੀ ਸਿਲਾਸ। ਇਹਨਾਂ ਨੂੰ ਕੀ ਸੀਗਾ? ਮਾਰਿਆ, ਕੁੱਟਿਆ, ਔਰ ਉਹ ਤੋਂ ਬਾਅਦ ਕੀ ਕੀਤਾ? ਇਹਨਾਂ ਨੂੰ ਕੈਦਖਾਨੇ ਵਿੱਚ ਪਾ ਦਿੱਤਾ ਗਿਆ। ਫਿਰ ਉਸਨੇ ਅਜਿਹਾ ਹੁਕਮ ਪਾ ਕੇ ਉਹਨਾਂ ਨੂੰ ਅੰਦਰਲੇ ਕੈਦਖਾਨੇ ਵਿੱਚ ਸੁੱਟਿਆ। ਸਾਰੇ ਬੋਲੋ ਹਾਲੇਲੂਇਆ। ਜਦ ਦਰੋਗੇ ਨੂੰ ਹੁਕਮ ਮਿਲਿਆ ਕਿ ਇਹਨਾਂ ਨੂੰ ਕੀ ਕਰਨਾ? ਕੈਦਖਾਨੇ ਵਿੱਚ ਪਾਉਣਾਗਾ, ਲੇਕਿਨ ਦਰੋਗੇ ਨੇ ਕੀ ਕੀਤਾ? ਜਿਹੜਾ ਅੰਦਰਲਾ ਕੈਦਖਾਨਾ ਸੀ, ਮਤਲਬ ਜਿਹੜੀ ਅੰਦਰਲੀ ਕੋਠੀ ਸੀ, ਉੱਥੇ ਕੀ ਸੀਗਾ? ਉੱਥੇ ਪਾਤਾ। ਹੁਣ ਅੰਦਰਲੀ ਕੋਠੀ ਮਤਲਬ ਕਿ ਉੱਥੇ ਸੂਰਜ ਵੀ ਦਿਖਾਈ ਨਹੀਂ ਦਿੰਦਾ, ਇੰਨਾ ਹਨੇਰਾ ਉੱਥੇ, ਸੂਰਜ ਚੜ੍ਹਦਾਗਾ, ਸੂਰਜ ਛੁਪਦਾਗਾ, ਉੱਥੇ ਕੁਝ ਵੀ ਨਹੀਂ ਪਤਾ। ਇਸ ਕਰਕੇ ਕੀ ਸੀਗਾ? ਉੱਥੇ ਇਹਨਾਂ ਨੂੰ ਪਾਇਆ ਗਿਆ। ਫਿਰ ਅਤੇ ਉਹਨਾਂ ਦੇ ਪੈਰੀ ਕਾਠ ਠੋਕ ਦਿੱਤਾ। ਉਹਨਾਂ ਦੇ ਪੈਰ 'ਚ ਕੀ ਸੀਗਾ? ਕਾਠ ਠੋਕਤਾ। ਹੁਣ ਕਾਠ ਚੀਜ਼ ਐਸੀ ਹੈ, ਸ਼ਾਇਦ ਆਪਾਂ ਕਦੇ ਨਹੀਂ ਦੇਖੀ ਹੋਣੀ ਜਾਂ ਨਾ ਦੇਖੀ ਹੋਵੇ, ਜਾਂ ਹੋ ਸਕਦਾ ਕਦੇ ਟੀਵੀ ਵਿੱਚ ਦੇਖੀ ਹੋਵੇ। ਕਾਠ ਕੈਸਾ ਗਾ ਕਿ ਅਗਰ ਉਹ ਪੈਰਾਂ ਵਿੱਚ ਪਾਇਆ ਜਾਏ, ਗਲੇ ਵਿੱਚ ਪਾਇਆ ਜਾਂਦਾਗਾ, ਤਾਂ ਇਨਸਾਨ ਇੱਧਰ ਰਹਿੰਦਾਗਾ ਬਸ। ਹੁਣ ਉਹ ਮਤਲਬ ਕਿ ਇੱਕ ਡਿੰਗ ਤਾਂ ਬਹੁਤ ਦੂਰ ਦੀ ਗੱਲ ਹੈ, 1 ਫੁੱਟ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨੂੰ ਉੱਥੋਂ ਪੈਰ ਪੁੱਟਣਾ ਵੀ ਔਖਾ ਹੋ ਜਾਂਦਾਗਾ। ਮਤਲਬ ਉਹ ਬਿਲਕੁਲ ਹੀ ਹਿੱਲ ਨਹੀਂ ਸਕਦਾ, ਉਹ ਇਨਸਾਨ ਉੱਥੋਂ ਬਿਲਕੁਲ ਹਿੱਲ ਨਹੀਂ ਸਕਦਾ। ਲੇਕਿਨ ਦੇਖੋ ਇਹ ਪਰਮੇਸ਼ਰ ਦੇ ਦਾਸ ਲੋਕ ਕਿਵੇਂ ਸੀਗੇ? ਅਜਿਹੀ ਕੈਦ ਵਿੱਚ ਪਾਏ ਹੋਏ ਸੀਗੇ। ਫਿਰ ਕੀ ਹੋਇਆ 25 ਵਿੱਚ? ਪਰ ਅੱਧੀ ਕੁ ਰਾਤ ਪੌਲਸ ਅਤੇ ਸਿਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਵਰ ਦਾ ਭਜਨ ਗਾਉਂਦੇ ਸਨ, ਔਰ ਕੈਦੀ ਉਹਨਾਂ ਦੀ ਸੁਣਦੇ ਸਨ। ਦੇਖੋ ਅੱਧੀ ਰਾਤ ਨੂੰ, ਹੁਣ ਇਹ ਦੇਖੋ ਪਰਮੇਸ਼ਰ ਦੇ ਦਾਸ ਲੋਕ, ਸਰੀਰ ਤੇ ਮਾਰ ਪਈ ਹੋਈ ਹੈ, ਕੋੜੇ ਖਾਦੇ ਹੋਏ ਨੇ, ਹਾਂ ਬੈਂਤਾਂ ਦੀ ਮਾਰ ਪਈ ਹੋਈ ਇਹਨਾਂ ਦੇ ਉੱਪਰ, ਬੈਂਤਾਂ ਦੀ ਮਾਰ ਪਈ ਹੈ। ਹੁਣ ਦੇਖੋ ਤਕਲੀਫ ਹੁੰਦੀ ਹੋਊਗੀ, ਪਰੇਸ਼ਾਨੀ ਹੁੰਦੀ ਹੋਊਗੀ, ਲੇਕਿਨ ਇਹਨਾਂ ਨੇ ਕੀ ਸੋਚਿਆ? ਦੋਨੋਂ ਸਾਥੀਆਂ ਨੇ, ਚਲੋ ਕੋਈ ਗੱਲ ਨਹੀਂ, ਜਿਨ੍ਹਾਂ ਨੇ ਮਾਰਿਆ ਪਰਮੇਸ਼ਰ ਉਹਨਾਂ ਨੂੰ ਮਾਫ ਕਰੇ, ਆਪਾਂ ਦੋਵੇਂ ਕੀ ਕਰੀਏ? ਪ੍ਰਾਰਥਨਾ ਕਰੀਏ। ਹੁਣ ਦੇਖੋ ਦੋਏ ਸਾਥੀ ਨੇ, ਦੋਏ ਦੁੱਖ ਦੇ ਵਿੱਚ ਨੇ, ਦੋਏ ਤਕਲੀਫ ਦੇ ਵਿੱਚ ਨੇ, ਲੇਕਿਨ ਦੋਏ ਕੀ ਹੋ ਗਏ? ਇੱਕ ਮਨ ਹੋ ਗਏ, ਇੱਕ ਚਿੱਤ ਹੋ ਗਏ। ਹੁਣ ਦੇਖੋ ਜਦ ਦੋਏ ਇੱਕ ਮਨ ਨੇ, ਦੋਏ ਇੱਕ ਚਿੱਤ ਨੇ, ਤਾਂ ਹੋਇਆ ਕੀ? ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਔਰ ਜਦ ਪ੍ਰਾਰਥਨਾ ਕਰੀ, ਔਰ ਪ੍ਰਾਰਥਨਾ ਦੇ ਨਾਲ ਇਹਨਾਂ ਨੇ ਜਦੋਂ ਪਰਮੇਸ਼ਰ ਦੀ ਆਰਾਧਨਾ ਵੀ ਕਰੀ, ਤਾਂ ਕੈਦੀ ਲੋਕਾਂ ਨੇ ਕੀ ਕਰਿਆ? ਉੱਥੇ ਉਹਨਾਂ ਨੇ ਸੁਣਿਆ। ਔਰ ਦੇਖੋ ਉੱਥੇ ਕੀ ਹੋਇਆ ਕਿ ਉਸੇ ਰਾਤ ਇੱਕ ਵੱਡਾ ਸਾਰਾ ਤੂਫਾਨ ਆ ਗਿਆ, ਭੂਚਾਲ ਆ ਗਿਆ, ਔਰ ਜਿਹਦੇ ਕਰਕੇ ਦਰਵਾਜ਼ੇ ਖੁੱਲ ਗਏ। ਲੇਕਿਨ ਉਸ ਤੋਂ ਬਾਅਦ ਦੇਖਿਓ ਅੱਗੇ ਜਾ ਕੇ ਪੜ੍ਹ ਕੇ ਕਿ ਉੱਥੇ ਪਰਮੇਸ਼ਵਰ ਨੇ ਸੰਤ ਪੌਲਸ ਦਾ ਤੇ ਸਿਲਾਸ ਦਾ ਕਿੰਨਾ ਵੱਡਾ ਇਸਤੇਮਾਲ ਕੀਤਾ। ਔਰ ਉਸ ਸਮੇਂ ਦੇ ਵਿੱਚ ਜੋ ਦਰੋਗਾ ਸੀਗਾ, ਮਤਲਬ ਜੋ ਉਸ ਟਾਈਮ ਦਾ ਜੇਲਰ ਸੀਗਾ, ਉਸਨੇ ਉਹਨਾਂ ਦੇ ਹੱਥੋਂ ਬਪਤਿਸਮਾ ਲਿਆਗਾ। ਕਿਉਂਕਿ ਇਹਨਾਂ ਨੇ ਪ੍ਰਾਰਥਨਾ ਕਰੀ। ਪ੍ਰਾਰਥਨਾ ਕਿਵੇਂ ਕਰੀ? ਇੱਕ ਮਨ ਹੋ ਕੇ ਕਰੀ। ਔਰ ਜਦੋਂ ਇਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਸੀ, ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਸੀ, ਤਾਂ ਜਦ ਇਹਨਾਂ ਨੇ ਪ੍ਰਾਰਥਨਾ ਕਰੀ ਤਾਂ ਪਰਮੇਸ਼ਵਰ ਨੇ ਇਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ। ਪ੍ਰਾਰਥਨਾ ਨੂੰ ਪਰਮੇਸ਼ਵਰ ਨੇ ਉਸੇ ਘੜੀ ਇਹਨਾਂ ਦੀ ਸੁਣਿਆ, ਔਰ ਉਸਦਾ ਕੀ ਦਿੱਤਾ? ਪਰਮੇਸ਼ਵਰ ਨੇ ਉੱਤਰ ਦਿੱਤਾ। ਹੁਣ ਦੇਖੋ ਅੱਜ ਲੋਕ ਪ੍ਰਾਰਥਨਾ ਕਰਦੇ ਨੇ, ਤਾਂ ਦੇਖੋ ਉਹਨਾਂ ਦੀ ਪ੍ਰਾਰਥਨਾ ਸੁਣੀ ਨਹੀਂ ਜਾਂਦੀ। ਉਹਦਾ ਕਾਰਨ ਕੀ? ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜੀ ਹੁੰਦੀ ਹੈ, ਜਦੋਂ ਗੜਬੜੀ ਹੁੰਦੀ ਹੈ ਤਾਂ ਹੁੰਦਾ ਕੀ ਹੈ?
ਕਿ ਪਰਮੇਸ਼ਵਰ ਉਹਦੀ ਸੁਣਦੇ ਨਹੀਂ ਹੈਗੇ। ਹਾਂ, ਪਰਮੇਸ਼ਵਰ ਉਹਦੀ ਸੁਣਦੇ ਨਹੀਂ। ਇਸ ਕਰਕੇ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਪਤੀ ਪਤਨੀ ਕੀ ਕਰਨਾ, ਪਤੀ ਪਤਨੀ ਆਪਸ ਵਿੱਚ ਸੁਲ੍ਹਾ ਕਰਨਾ। ਅਗਰ ਕੁਝ ਝਗੜਾ ਹੋਇਆਗਾ, ਤਾਂ ਕੀ ਹੋਵੇ ਇਹਨਾਂ ਦੀ ਆਪਸ ਵਿੱਚ ਸੁਲ੍ਹਾ ਹੋਵੇ। ਸੁਲ੍ਹਾ ਕਦੋਂ ਤੱਕ ਹੋਵੇ? ਸੂਰਜ ਡੁੱਬਣ ਤੋਂ ਪਹਿਲਾਂ, ਹੈਨਾ? ਸਾਰੇ ਬੋਲੋ ਹਾਲੇਲੂਇਆ। ਹਾਂ, ਸੂਰਜ ਡੁੱਬਣ ਤੋਂ ਪਹਿਲਾਂ ਕੀ ਹੈ? ਮਨ ਦੇ ਵਿੱਚ ਗੁੱਸਾ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਕੀ ਹੈ? ਪ੍ਰਾਰਥਨਾ ਕਰੋ। ਅਗਰ ਇਨਸਾਨ ਪ੍ਰਾਰਥਨਾ ਕਰਨ ਲਈ ਬੈਠਾ ਵੀ ਹੈ, ਉਸ ਨੂੰ ਚੇਤਾ ਆ ਜਾਏ, ਕੀ ਚੇਤਾ ਆ ਜਾਏ? ਵੀ ਮੇਰਾ ਕਿਸੇ ਨਾਲ ਝਗੜਾ ਹੈਗਾ, ਹੈਨਾ, ਕਿਸੇ ਨਾਲ ਮੇਰੀ ਵੈਰ ਹੈ, ਤਾਂ ਕੀ ਕਰੇ? ਉਹ ਪ੍ਰਾਰਥਨਾ ਛੱਡ ਦੇਵੇ। ਹਾਂ, ਪਰਮੇਸ਼ਵਰ ਪ੍ਰਾਰਥਨਾ ਕਰਨਾ ਛੱਡਣ ਨੂੰ ਮਨਾ ਨਹੀਂ ਕਰਦੇ, ਲੇਕਿਨ ਪਰਮੇਸ਼ਵਰ ਕਿਉਂ ਕਹਿੰਦੇ ਨੇ? ਉਹਦਾ ਕਾਰਨ ਇਹੀ ਹੈ ਕਿ ਅਗਰ ਤੇਰੇ ਮਨ ਦੇ ਵਿੱਚ ਗੁੱਸਾ ਗਾ, ਕੀ ਫਾਇਦਾ ਤੂੰ ਅੱਧਾ ਘੰਟਾ ਪ੍ਰਾਰਥਨਾ ਕਰੇਗਾ? ਕੀ ਫਾਇਦਾ ਤੂੰ ਘੰਟਾ ਪ੍ਰਾਰਥਨਾ ਕਰੇਗਾ? ਮੈਂ ਸੁਣਨੀ ਤਾਂ ਹੈ ਨਹੀਂ। ਇਸ ਤੋਂ ਬਿਹਤਰ ਹੈ ਕਿ ਪਹਿਲਾਂ ਜਾ ਕੇ ਕੋਈ ਬਾਤ ਨਹੀਂ, ਜਾ ਕੇ ਉਹਦੇ ਨਾਲ ਸੁਲ੍ਹਾ ਕਰ ਲੈ, ਉਹਦੇ ਨਾਲ ਆਪਣਾ ਸਮਝੌਤਾ ਕਰ ਲੈ। ਅਗਰ ਤੇਰਾ ਝਗੜਾ ਹੋਇਆ ਤਾਂ ਫਿਰ ਕੀ ਕਰ? ਫਿਰ ਮੇਰੇ ਸਾਹਮਣੇ ਪ੍ਰਾਰਥਨਾ ਦੇ ਲਈ, ਫਿਰ ਮੈਂ ਤੇਰੀ ਪ੍ਰਾਰਥਨਾ ਸੁਣਾਂਗਾ। ਹੁਣ ਦੇਖੋ, ਸੰਤ ਪੌਲਸ ਔਰ ਸਿਲਾਸ ਨੇ ਵੀ ਇਹੀ ਕੰਮ ਕੀਤਾ। ਹੱਥਾਂ ਪੈਰਾਂ ਦੇ ਵਿੱਚ, ਮਤਲਬ ਪੈਰਾਂ ਵਿੱਚ ਕਾਟ ਠੋਕਿਆ ਹੋਇਆਗਾ, ਸਰੀਰ ਤੇ ਬੈਂਤਾਂ ਦੀ ਮਾਰ ਪਈ ਹੋਈ ਹੈ, ਲੇਕਿਨ ਫਿਰ ਵੀ ਮਨ ਦੇ ਵਿੱਚ ਕਿਸ ਦੇ ਪ੍ਰਤੀ ਕੋਈ ਵੀ ਈਰਖਾ ਨਹੀਂ। ਜਿਨ੍ਹਾਂ ਨੇ ਮਾਰਿਆ, ਜਿਨ੍ਹਾਂ ਨੇ ਕੁੱਟਿਆ, ਜਾਂ ਜੋ ਵੀ ਕੀਤਾ ਉਹਨਾਂ ਨਾਲ, ਉਹਨਾਂ ਦੇ ਲਈ ਕੁਝ ਵੀ ਨਹੀਂ, ਉਹਨਾਂ ਲਈ ਪ੍ਰਾਰਥਨਾ ਕਰ ਰਹੇ ਨੇ। ਔਰ ਪਰਮੇਸ਼ਵਰ ਨੇ ਉਹਨਾਂ ਦੇ ਜੀਵਨ ਦੇ ਵਿੱਚ ਕਿੱਡਾ ਵੱਡਾ ਕੰਮ ਕੀਤਾ, ਕਿੱਡਾ ਵੱਡਾ ਪਰਮੇਸ਼ਵਰ ਨੇ ਕੰਮ ਕੀਤਾ। ਔਰ ਉਸ ਤੋਂ ਅੱਗੇ ਜਾ ਕੇ ਪੜ੍ਹ ਕੇ ਦੇਖਿਓ ਕਿ ਉਹਨਾਂ ਦੇ ਉੱਪਰ ਕੋਈ ਮੁਕੱਦਮਾ ਨਹੀਂ ਹੋਇਆ। ਉਸ ਤੋਂ ਬਾਅਦ ਉਹ ਲੋਕ ਰਿਹਾ ਹੋ ਗਏ, ਮਤਲਬ ਉੱਥੋਂ ਉਹ ਬਚ ਗਏ। ਕਹਿਣ ਦਾ ਮਤਲਬ ਕਿ ਪ੍ਰਾਰਥਨਾ ਇਨਸਾਨ ਕਦ ਕਰਦਾ ਹੈਗਾ? ਕਿ ਜਦ ਇਨਸਾਨ ਦੇ ਮਨ ਦੇ ਵਿੱਚ ਕਿਸ ਦੇ ਪ੍ਰਤੀ ਪਿਆਰ ਹੈ, ਜਦ ਇਨਸਾਨ ਦੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਹੈ, ਉਦੋਂ ਇਨਸਾਨ ਜਦੋਂ ਪਿਆਰ ਨਾਲ ਪ੍ਰਾਰਥਨਾ ਕਰਦਾ ਹੈਗਾ ਤਾਂ ਪਰਮੇਸ਼ਵਰ ਉਸ ਦੀ ਪ੍ਰਾਰਥਨਾ ਨੂੰ ਕੀ ਕਰਦੇ ਨੇ? ਸੁਣਦੇ ਨੇ। ਹੁਣ ਦੇਖੋ, ਇੱਕ ਬਾਈਬਲ ਦੇ ਵਿੱਚ ਵਚਨ ਲਿਖਿਆ ਗਿਆ, ਜ਼ਿਆਦਾਤਰ ਜਿਹੜੇ ਲੋਕ ਵਚਨ ਦਾ ਇਸਤੇਮਾਲ ਕਰਦੇ ਨੇ, ਮੱਤੀ ਉਹਦਾ 18 ਦੇ ਆਏ, ਉਹਦਾ 20 ਵਚਨ, ਤੇ ਤੁਹਾਡੇ ਮੂੰਹ 'ਚ ਨਹੀਂ ਯਾਦ ਹੋਣਾ ਚਾਹੀਦਾ ਸੀਗਾ। ਕਿਉਂਕਿ ਜਿੱਥੇ 2 ਜਾਂ 3 ਮੇਰੇ ਨਾਮ ਵਿੱਚ ਇਕੱਠੇ ਹੁੰਦੇ ਹਨ, ਉੱਥੇ ਮੈਂ ਉਹਨਾਂ ਦੇ ਵਿਚਕਾਰ ਹਾਂ। ਦੇਖੋ, ਬਾਈਬਲ ਦੇ ਵਿੱਚ ਜ਼ਿਆਦਾਤਰ ਜਦ ਇਨਸਾਨ ਪ੍ਰਾਰਥਨਾ ਕਰਨ ਬੈਠਦਾ, ਅਗਰ ਉਹ ਦੇਖਦੇ ਨੇ 2, 4, 5, 10 ਬੰਦੇ, 20, 50 ਲੋਕ ਇਕੱਠੇ ਹੋ ਜਾਂਦੇ ਨੇ, ਫਿਰ ਪ੍ਰਾਰਥਨਾ ਕਰਨਗੇ, ਹੇ ਪ੍ਰਭੂ ਯਿਸੂ, ਤੁਸੀਂ ਕਿਹਾਗਾ ਕਿ ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇਕੱਠੇ ਹੋਣ, ਉੱਥੇ ਉਹਨਾਂ ਦੇ ਵਿਚਕਾਰ ਹਾਂ ਮੈਂ। ਲੋਕ ਯਿਸੂ ਮਸੀਹ ਨੂੰ ਚੇਤਾ ਕਰਾਉਂਦੇ ਨੇ ਕਿ ਯਿਸੂ ਮਸੀਹ ਤੁਸੀਂ ਭੁੱਲ ਤਾਂ ਨਹੀਂ ਗਏ? ਤੁਸੀਂ ਜੋ ਵਚਨ ਲਿਖ ਕੇ ਦਿੱਤਾ ਸਾਨੂੰ, ਕੀ ਭੁੱਲ ਤਾਂ ਨਹੀਂ ਗਏ ਕਿ ਤੁਸੀਂ ਕਿਹਾ ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇਕੱਠੇ ਹੋਣ, ਉਹਨਾਂ ਦੇ ਵਿਚਕਾਰ ਹਾਂ ਮੈਂ। ਮਤਲਬ ਤੁਸੀਂ ਆ ਜਾਓ ਸਾਡੇ ਵਿਚਕਾਰ। ਹੁਣ ਉਹ ਲੋਕ ਕੀ ਕਰਦੇ ਨੇ? ਉਹ ਗਿਣਤੀ ਦੇਖਦੇ ਨੇ, ਅਸੀਂ ਤਾਂ 20, 50 ਹੋ ਗਏ, ਇੱਥੇ 100, 150 ਹੋ ਗਏ। ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਅਗਰ ਤੁਸੀਂ ਇੱਕ ਮਨ ਹੋ, ਅਗਰ ਤੁਸੀਂ ਇੱਕ ਚਿੱਤ ਹੋ, ਅਗਰ ਇੱਕ ਮਨ ਹੋ, ਇੱਕ ਚਿੱਤ ਹੋ, ਮੈਂ ਉੱਥੇ ਆਉਣਾਗਾ, ਮੈਂ ਉਹਨਾਂ ਦੇ ਵਿਚਕਾਰ ਹਾਂ। ਜੇ ਇੱਕ ਮਨ ਹੋ, ਇੱਕ ਚਿੱਤ ਹੋ, ਮੈਂ ਉੱਥੇ ਆ ਕੇ ਕੰਮ ਕਰ ਦਾਂਗਾ, ਮੈਂ ਉੱਥੇ ਆ ਕੇ ਪ੍ਰਾਰਥਨਾ ਨੂੰ ਸੁਣਦਾਗਾ। ਲੇਕਿਨ ਇਨਸਾਨ ਨੂੰ ਕੀ ਲੱਗਦਾ? ਅਸੀਂ ਕੀ ਆ? ਅਸੀਂ ਤਾਂ 1 ਤੋਂ ਜ਼ਿਆਦਾ ਆਂਗੇ, ਅਸੀਂ ਤਾਂ 2 ਤੋਂ ਜ਼ਿਆਦਾ ਆਂਗੇ, ਅਸੀਂ ਤਾਂ 4 ਤੋਂ ਜ਼ਿਆਦਾ ਆ, ਜਾਂ ਅਸੀਂ ਤਾਂ 150 ਆ। ਲੇਕਿਨ ਪਰਮੇਸ਼ਵਰ ਸਾਡੇ ਵਿਚਕਾਰ ਆਵੇ। ਲੇਕਿਨ ਸਹੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ, ਕਿਉਂਕਿ ਜਦੋਂ ਇਨਸਾਨ ਇੱਕ ਮਨ ਨਹੀਂ ਹੈ, ਜਦੋਂ ਇੱਕ ਚਿੱਤ ਨਹੀਂ ਹੈ, ਤਾਂ ਫਿਰ ਪਰਮੇਸ਼ਵਰ ਉੱਥੇ ਉਹਨਾਂ ਦੇ ਵਿਚਕਾਰ ਨਹੀਂ ਆਉਂਦੇ। ਕਿਉਂ? ਕਿਉਂਕਿ ਇਨਸਾਨ ਦੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਪ੍ਰਤੀ ਕੁਛ ਨਾ ਕੁਛ ਹੁੰਦਾ ਹੈਗਾ, ਫਿਰ ਉਹਨਾਂ ਦੀ ਪਰਮੇਸ਼ਵਰ ਪ੍ਰਾਰਥਨਾ ਵੀ ਨਹੀਂ ਸੁਣਦੇ। ਲੇਕਿਨ ਲੋਕਾਂ ਨੂੰ ਕੀ ਲੱਗਦਾ? ਅਸੀਂ ਹੁਣ ਬਹੁਤ ਲੋਕ ਬੈਠੇ ਨਾ, ਪ੍ਰਭੂ ਯਿਸੂ ਮਸੀਹ ਸਾਡੇ ਵਿਚਕਾਰ ਨੇ, ਫਿਰ ਲੋਕ ਪ੍ਰਾਰਥਨਾ ਵੀ ਕਰਦੇ ਨੇ। ਸਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਇਹੀ ਕਹਿਣਾ ਚਾਹੁੰਦੇ ਨੇ ਵੀ ਤੁਸੀਂ ਕੀ ਹੋਵੋ? ਸਾਰੇ ਪਹਿਲਾਂ ਇੱਕ ਮਨ ਹੋਵੋ, ਇੱਕ ਚਿੱਤ ਹੋਵੋ। ਅਗਰ ਇੱਕ ਮਨ, ਇੱਕ ਚਿੱਤ ਹੋ ਕੇ ਪ੍ਰਾਰਥਨਾ ਕਰੋਗੇ ਤਾਂ ਮੈਂ ਤੁਹਾਡੀ ਪ੍ਰਾਰਥਨਾ ਨੂੰ ਜ਼ਰੂਰ ਸੁਣਾਂਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਇੱਕ ਮਨ, ਇੱਕ ਚਿੱਤ ਹੋਣਾ ਮਤਲਬ ਕਿਵੇਂ? ਕਿ ਜਦ ਇਨਸਾਨ ਇੱਕ ਦੂਜੇ ਨੂੰ ਮਾਫ ਕਰਦਾਗਾ, ਜਦ ਇਨਸਾਨ ਇੱਕ ਦੂਜੇ ਨੂੰ ਪਿਆਰ ਕਰਦਾਗਾ, ਉਸ ਤੋਂ ਬਾਅਦ ਅਗਰ ਇੱਕ ਮਨ, ਇੱਕ ਚਿੱਤ ਹੋ ਜਾਏ ਤਾਂ ਫਿਰ ਪਰਮੇਸ਼ਵਰ ਦੇ ਜੀਵਨ ਦੇ ਵਿੱਚ ਕੰਮ ਕਰਦੇ ਨੇ। ਕਿਉਂਕਿ ਲਿਖਿਆ ਰੋਮੀਆਂ ਦੇ ਵਿੱਚ, ਉਹਦਾ 15 ਦੇ ਆਏ, ਉਹਦਾ ਪੜ੍ਹੋ ਤੁਸੀਂ 5 ਵਚਨ। ਪਰਮੇਸ਼ਵਰ ਤੁਹਾਨੂੰ ਦੁਬਾਰਾ ਫਿਰ ਪੜ੍ਹੋ। ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ਵਰ, ਦੇਖੋ, ਧੀਰਜ ਅਤੇ ਦਿਲਾਸੇ ਦਾ ਪਰਮੇਸ਼ਵਰ ਤੁਹਾਨੂੰ ਇਹ ਬਖਸ਼ੇ, ਤੁਹਾਨੂੰ ਇਹ ਵਰਦਾਨ ਦੇਵੇ ਜੋ ਮਸੀਹ ਯਿਸੂ ਦੇ ਅਨੁਸਾਰ, ਹਾਂ, ਜੋ ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ। ਆਪੋ ਵਿੱਚ ਕੀ ਰੱਖੋ? ਮੇਲ ਰੱਖੋ। ਫਿਰ ਤਾਂ ਜੋ ਤੁਸੀਂ ਹਾਂ ਇੱਕ ਮਨ ਹੋ ਕੇ, ਇੱਕ ਮਨ ਹੋ ਕੇ, ਇੱਕ ਜ਼ੁਬਾਨ ਨਾਲ, ਮਤਲਬ ਇੱਕ ਜ਼ੁਬਾਨ ਦੇ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਵਰ ਅਤੇ ਪਿਤਾ ਦੀ ਵਡਿਆਈ ਕਰੋ। ਦੇਖੋ ਪਰਮੇਸ਼ਵਰ ਕੀ ਕਹਿੰਦੇ ਨੇ? ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ, ਇੱਕ ਜ਼ੁਬਾਨ ਹੋ ਕੇ। ਇੱਕ ਜ਼ੁਬਾਨ ਹੋ ਕੇ ਮਤਲਬ ਜਿਸ ਕੰਮ ਲਈ ਪ੍ਰਾਰਥਨਾ ਕਰ ਰਹੇ ਹੋ। ਹੁਣ ਕਲੀਸਿਆ ਨੇ ਪ੍ਰਾਰਥਨਾ ਕਰੀ ਕਿਹਦੇ ਲਈ? ਪਤਰਸ ਦੇ ਲਈ। ਪਤਰਸ ਨੂੰ ਪ੍ਰਭੂ ਯਿਸੂ ਮਸੀਹ ਜੇਲ੍ਹ ਦੇ ਵਿੱਚੋਂ ਬਾਹਰ ਕੱਢੋ।
ਉਹ ਮਤਲਬ ਇੱਕ ਜ਼ੁਬਾਨ ਸੀਗੇ, ਇੱਕ ਮਨ ਸੀਗੇ, ਤਾਂ ਪਰਮੇਸ਼ਵਰ ਦੀ ਕੀ ਹੋਈ ਉੱਥੇ ਵਡਿਆਈ ਹੋਈ। ਵਡਿਆਈ ਕੀ ਹੋਈ ਕਿ ਪ੍ਰਭੂ ਯਿਸੂ ਮਸੀਹ ਨੇ ਉੱਥੋਂ ਸਵਰਗਦੂਤ ਭੇਜਿਆ। ਔਰ ਉਸ ਤੋਂ ਬਾਅਦ ਪਤਰਸ ਨੇ ਆਪਣੇ ਲੋਕਾਂ ਨੂੰ ਦੱਸਿਆ ਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ ਉੱਥੇ। ਦੇਖੋ ਪ੍ਰਭੂ ਯਿਸੂ ਮਸੀਹ ਦੀ ਵਡਿਆਈ ਹੋਈ। ਅਗਰ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਧਰਤੀ ਉੱਪਰ ਸਾਡੇ ਪਰਮੇਸ਼ਵਰ ਦੀ ਵਡਿਆਈ ਹੋਵੇ, ਸਾਡੇ ਪਰਮੇਸ਼ਵਰ ਦੀ ਮਹਿਮਾ ਹੋਵੇ, ਤਾਂ ਸਾਨੂੰ ਕੀ ਹੈ ਕਿ ਅਸੀਂ ਸਾਰੇ ਇੱਕ ਮਨ ਹੋਈਏ, ਸਾਰੇ ਕੀ ਹੋਈਏ, ਇੱਕ ਚਿੱਤ ਹੋਈਏ, ਔਰ ਫਿਰ ਅਸੀਂ ਪ੍ਰਾਰਥਨਾ ਕਰੀਏ ਇੱਕ ਜ਼ੁਬਾਨ ਦੇ ਵਿੱਚ। ਲੇਕਿਨ ਅੱਜ ਲੋਕ ਪ੍ਰਾਰਥਨਾ ਕੋਈ ਕਿਵੇਂ ਕਰਦਾ, ਕੋਈ ਕਿਵੇਂ ਕਰਦਾ ਕਿ ਨਾ ਤਾਂ ਇੱਕ ਮਨ ਨੇ, ਨਾ ਇੱਕ ਚਿੱਤ ਨੇ, ਨਾ ਹੀ ਇੱਕ ਜ਼ੁਬਾਨ ਹੁੰਦੇ ਨੇ। ਤੇ ਜਦ ਇੱਕ ਮਨ, ਇੱਕ ਜ਼ੁਬਾਨ, ਇੱਕ ਚਿੱਤ ਨਹੀਂ ਹੈਗੇ, ਤਾਂ ਫਿਰ ਚਾਹੇ 100 ਇਕੱਠਾ ਹੋ ਜਾਓ, ਚਾਹੇ 500 ਇਕੱਠਾ ਹੋ ਜਾਓ, ਚਾਹੇ 10,000 ਇਕੱਠਾ ਹੋ ਜਾਓ, ਮਤਲਬ ਪਰਮੇਸ਼ਵਰ ਵਿਚਕਾਰ ਨਹੀਂ ਹੈ। ਇਹਦਾ ਮਤਲਬ ਪਰਮੇਸ਼ਵਰ ਲੋਕਾਂ ਦੀ ਗਿਣਤੀ ਨਹੀਂ ਚਾਹੁੰਦੇ। ਲੋਕ ਪਰਮੇਸ਼ਵਰ ਤਾਂ ਹੀ ਚਾਹੁੰਦੇ ਚਾਹੇ ਤੁਸੀਂ ਦੋ ਹੀ ਹੋ, ਚਾਹੇ ਤੁਸੀਂ ਦੋ ਹੀ ਹੋ, ਲੇਕਿਨ ਕੀ ਹੋ ਜਾਓ, ਇੱਕ ਮਨ ਹੋ ਜਾਓ, ਇੱਕ ਚਿੱਤ ਹੋ ਜਾਓ, ਫਿਰ ਪ੍ਰਾਰਥਨਾ ਕਰੋ। ਇੱਕ ਮਨ ਇੱਕ ਚਿੱਤ ਹੋ ਕੇ ਪ੍ਰਾਰਥਨਾ ਕਰੋਗੇ ਤਾਂ ਫਿਰ ਮੈਂ ਤੁਹਾਡੇ ਜੀਵਨ ਦੇ ਵਿੱਚ ਕੀ ਕਰਾਂਗਾ, ਕੰਮ ਕਰਾਂਗਾ। ਫਿਰ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਕੰਮ ਕਰਨ ਦੀ ਕੀ ਰੱਖਦੇ ਨੇ, ਉਹ ਤਾਂ ਸਮਰੱਥਾ ਰੱਖਦੇ ਨੇ। ਅਗਰ ਇਨਸਾਨ ਇੱਕ ਮਨ ਇੱਕ ਚਿੱਤ ਨਹੀਂ ਹੈ ਤਾਂ ਫਿਰ ਇਨਸਾਨ ਦੇ ਜੀਵਨ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ। ਚਾਹੇ ਉਹ ਜਿੰਨੀ ਮਰਜ਼ੀ ਪ੍ਰਾਰਥਨਾ ਕਰੇ, ਚਾਹੇ ਉਹ ਜਿੰਨੀ ਮਰਜ਼ੀ ਵਰਤ ਰੱਖੇ, ਚਾਹੇ ਉਹ ਜਿੰਨੀ ਮਰਜ਼ੀ ਬਾਈਬਲ ਪੜ੍ਹੇ, ਜਿੰਨਾ ਮਰਜ਼ੀ ਬੰਦਗੀ ਵਿੱਚ ਜਾਏ, ਅਗਰ ਉਹ ਇੱਕ ਮਨ ਨਹੀਂ ਹੈ, ਇੱਕ ਚਿੱਤ ਨਹੀਂ ਹੈ, ਤਾਂ ਫਿਰ ਇੱਕ ਜ਼ੁਬਾਨ ਨਹੀਂ ਹੈ, ਤਾਂ ਫਿਰ ਉਹ ਇਨਸਾਨ ਪਰਮੇਸ਼ਵਰ ਦੇ ਕੋਲੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਇਹਦਾ ਮਤਲਬ ਕਿ ਅਗਰ ਪਰਮੇਸ਼ਵਰ ਕੋਲੋਂ ਕੁਝ ਪ੍ਰਾਪਤ ਕਰਨਾ ਹੈਗਾ, ਅਗਰ ਚਾਹੁੰਦੇ ਹੋ ਕਿ ਸਾਡੀ ਪ੍ਰਾਰਥਨਾ ਸੁਣੀ ਜਾਏ, ਅਗਰ ਚਾਹੁੰਦੇ ਹੋ ਕਿ ਸਾਨੂੰ ਸਾਡੀ ਪ੍ਰਾਰਥਨਾ ਦਾ ਉੱਤਰ ਮਿਲੇ, ਤਾਂ ਕੀ ਹੈ, ਸਾਨੂੰ ਇੱਕ ਮਨ, ਇੱਕ ਚਿੱਤ ਤੇ ਇੱਕ ਜ਼ੁਬਾਨ ਹੋਣਾ ਪਏਗਾ। ਅਗਰ ਇੱਕ ਮਨ, ਇੱਕ ਜ਼ੁਬਾਨ, ਇੱਕ ਚਿੱਤ ਨਹੀਂ ਆ, ਤਾਂ ਫਿਰ ਪ੍ਰਾਰਥਨਾ ਨਹੀਂ ਸੁਣੀ ਜਾਂਦੀ। ਹੁਣ ਦੇਖੋ ਲੋਕ ਬੰਦਗੀ ਵਿੱਚ ਜਾਂਦੇ ਨੇ, ਸੇਵਕ ਲਵੇ ਜਾਂਦੇ ਨੇ, ਪਾਸਟਰ ਲਵੇ ਜਾਂਦੇ ਨੇ, ਲੇਕਿਨ ਕੁਝ ਐਸੇ ਵਿਸ਼ਵਾਸੀ ਵੀ ਹੁੰਦੇ ਨੇ ਕਿ ਜੋ ਆਪਣੇ ਪਾਸਟਰ ਨੂੰ ਪਸੰਦ ਹੀ ਨਹੀਂ ਕਰਦੇ, ਲੇਕਿਨ ਉਸੇ ਕਲੀਸਿਆ ਵਿੱਚ ਬੈਠੇ ਹੁੰਦੇ ਨੇ, ਉਸੇ ਕਲੀਸਿਆ ਵਿੱਚ ਉਹ ਲੋਕ ਬੈਠੇ ਹੁੰਦੇ ਨੇ। ਜਦ ਉੱਥੇ ਬੈਠੇ ਹੁੰਦੇ ਨੇ ਤੇ ਜਦ ਇੱਕ ਮਨ ਹੀ ਨਹੀਂ ਹੋ, ਆਪਣੇ ਸੇਵਕ ਨਾਲ ਇੱਕ ਮਨ ਨਹੀਂ ਹੋ, ਆਪਣੇ ਪਾਸਟਰ ਨਾਲ ਇੱਕ ਮਨ ਨਹੀਂ ਹੋ, ਕਲੀਸਿਆ ਨਾਲ ਇੱਕ ਮਨ ਨਹੀਂ ਹੋ, ਫਿਰ ਇੱਕ ਚਿੱਤ ਕਿਵੇਂ ਹੋਵੋਗੇ? ਜਦ ਇੱਕ ਚਿੱਤ ਹੀ ਨਹੀਂ ਹੋ, ਫਿਰ ਇੱਕ ਜ਼ੁਬਾਨ ਕਿਵੇਂ ਹੋਵੋਗੇ, ਇੱਕ ਪ੍ਰਾਰਥਨਾ ਕਿਵੇਂ ਕਰੋਗੇ? ਇਹਦਾ ਮਤਲਬ ਕਿ ਫਿਰ ਉਹ ਗੜਬੜੀ ਸ਼ੁਰੂ ਹੋ ਜਾਂਦੀ ਹੈ, ਉਹ ਗੜਬੜੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਪਰਮੇਸ਼ਵਰ ਨਾਲ ਲੋਕਾਂ ਦੀ ਪ੍ਰਾਰਥਨਾ ਸੁਣਦੇ ਨਹੀਂ। ਜਿਸ ਤਰ੍ਹਾਂ ਪਰਮੇਸ਼ਵਰ ਦੀ ਪ੍ਰਾਰਥਨਾ ਨਹੀਂ ਸੁਣਦੇ, ਤਾਂ ਫਿਰ ਇਨਸਾਨ ਨੂੰ ਲੱਗਦਾ ਅਸੀਂ ਤਾਂ ਬਹੁਤ ਪ੍ਰਾਰਥਨਾ ਕਰੀ, ਲੇਕਿਨ ਪਰਮੇਸ਼ਵਰ ਨੇ ਸਾਡੀ ਪ੍ਰਾਰਥਨਾ ਨੂੰ ਸੁਣਿਆ ਹੀ ਨਹੀਂ। ਇਸ ਕਰਕੇ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਤੁਸੀਂ ਕੀ ਹੋਵੋ, ਇੱਕ ਮਨ ਹੋਵੋ, ਇੱਕ ਚਿੱਤ ਹੋਵੋ, ਤਾਂ ਇੱਕ ਜ਼ੁਬਾਨ ਹੋ ਕੇ ਪ੍ਰਾਰਥਨਾ ਕਰੋ, ਫਿਰ ਪਰਮੇਸ਼ਵਰ ਦੀ ਵਡਿਆਈ ਹੋਊਗੀ। ਫਿਰ ਕੀ ਹੈ, ਫਿਰ ਪਰਮੇਸ਼ਵਰ ਦੀ ਵਡਿਆਈ ਹੋਊਗੀ। ਅੱਜ ਆਪਾਂ ਜੋ ਵਚਨ ਪੜ੍ਹਿਆਗਾ ਦਾਨੀਏਲ ਉਹਦਾ 20 ਅਧਿਆਇ, ਹਾਂ ਉਹਦਾ 2 ਅਧਿਆਇ 1 ਤੋਂ ਲੈ ਕੇ ਆਪਾਂ ਪੜ੍ਹਿਆ ਸੀਗਾ 13 ਤੱਕ। ਹਾਂ ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਧਿਆਨ ਨਾਲ ਪਰਮੇਸ਼ਵਰ ਦੇ ਵਚਨ ਨੂੰ ਸੁਣਿਓ। ਔਰ ਉੱਥੇ ਕੀ ਹੋਇਆ ਕਿ ਇੱਕ ਰਾਜਾ ਸੀ ਨਬੂਕਦਨੇਸਰ ਨਾਮ ਦਾ, ਜੋ ਪੂਰੀ ਦੁਨੀਆ ਦੇ ਉੱਪਰ ਰਾਜ ਕਰ ਰਿਹਾ ਸੀਗਾ। ਜਦ ਪੂਰੀ ਦੁਨੀਆ ਉੱਪਰ ਰਾਜ ਕਰ ਰਿਹਾ ਹੈਗਾ, ਤਾਂ ਹੋਇਆ ਕਿ ਇੱਕ ਵਾਰ ਉਸਨੂੰ ਰਾਤ ਨੂੰ ਸੁਪਨਾ ਆਇਆ। ਔਰ ਰਾਤ ਨੂੰ ਜਦ ਸੁਪਨਾ ਆਇਆ ਤਾਂ ਹੋਇਆ ਕਿ ਉਸ ਨੂੰ ਜੋ ਸੁਪਨਾ ਸੀਗਾ, ਸੁਪਨਾ ਸੁਣ ਕੇ ਉਹ ਤਾਂ ਘਬਰਾ ਗਿਆ, ਸੁਪਨਾ ਸੁਣ ਕੇ ਉਹ ਤਾਂ ਡਰ ਗਿਆ। ਔਰ ਡਰ ਗਿਆ ਤਾਂ ਉਸਨੇ ਕੀ ਕਰਿਆ, ਉਸਦੇ ਰਾਜ ਦੇ ਵਿੱਚ ਜਿੰਨੇ ਵੀ ਲੋਕ ਸੀਗੇ, ਜੋ ਗਿਆਨੀ ਲੋਕ ਸੀਗੇ, ਜੋ ਜੋਤਸ਼ੀ ਲੋਕ ਸੀਗੇ, ਜਾਂ ਜੋ ਜਾਦੂਗਰ, ਜੋ ਵੀ ਲੋਕ ਸੀਗੇ, ਉਹਨਾਂ ਨੂੰ ਬੁਲਾਇਆ, ਉਹਨਾਂ ਨੂੰ ਇਕੱਠਾ ਕਰਿਆ। ਔਰ ਕੀ ਕਿਹਾ ਕਿ ਭਾਈ ਇਕੱਠੇ ਹੋ ਜਾਓ। ਤਾਂ ਉਹ ਲੋਕ ਇਕੱਠੇ ਹੋ ਗਏ। ਔਰ ਰਾਜੇ ਨੇ ਕਿਹਾ ਵੀ ਦੇਖੋ ਇਸ ਤਰ੍ਹਾਂ ਦੀ ਗੱਲਬਾਤ ਹੈ ਕਿ ਇੱਕ ਮੈਨੂੰ ਸੁਪਨਾ ਆਇਆ ਗਾ। ਸਾਰੇ ਬੋਲੋ ਹਾਲੇਲੂਇਆ। ਆਪਣਾ ਧਿਆਨ ਬਣਾ ਕੇ ਰੱਖੋ, ਸੁਣਿਓ ਧਿਆਨ ਨਾਲ ਵਚਨ ਨੂੰ। ਔਰ ਉਹਨਾਂ ਨੇ ਕੀ ਕਿਹਾ ਕਿ ਮੈਨੂੰ ਇੱਕ ਸੁਪਨਾ ਆਇਆ ਗਾ, ਔਰ ਮੈਨੂੰ ਉਹਦਾ ਅਰਥ ਦੱਸੋ। ਤਾਂ ਹੁਣ ਜੋ ਉੱਥੇ ਲੋਕ ਖੜੇ ਹੋਏ ਸੀਗੇ ਉਹ ਕਹਿੰਦੇ ਰਾਜਾ ਠੀਕ ਹੈ, ਅਸੀਂ ਅਰਥ ਤੁਹਾਨੂੰ ਦੱਸਾਂਗੇ, ਲੇਕਿਨ ਸੁਪਨਾ ਬੋਲੋ। ਹੁਣ ਜੋ ਰਾਜਾ ਸੀਗਾ, ਰਾਜੇ ਨੇ ਕੀ ਕਿਹਾ ਕਿ ਜੋ ਸੁਪਨਾ ਮੈਂ ਦੇਖਿਆਗਾ, ਉਹ ਸੁਪਨਾ ਤਾਂ ਮੇਰੇ ਖਿਆਲ ਚੋਂ ਚਲਾ ਗਿਆ, ਮੇਰੇ ਦਿਮਾਗ ਚੋਂ ਚਲਾ ਗਿਆ, ਮੈਨੂੰ ਸੁਪਨਾ ਹੀ ਯਾਦ ਨਹੀਂ ਹੈ। ਹੁਣ ਸਹੀ ਦੇ ਵਿੱਚ ਅਕਸਰ ਕਈ ਵਾਰ ਹੁੰਦਾਗਾ ਕਿ ਜਦ ਇਨਸਾਨ ਰਾਤ ਨੂੰ ਸੌਂਦਾਗਾ ਜਾਂ ਕੁਝ ਲੋਕਾਂ ਨੂੰ ਸੁਪਨਾ ਆ ਜਾਏ, ਤਾਂ ਉਸ ਤੋਂ ਬਾਅਦ ਜਦ ਇਨਸਾਨ ਸਵੇਰੇ ਉੱਠਦਾਗਾ, ਅਗਰ ਉਹ ਸੁਪਨਾ ਦੇਖਿਆ ਹੋਵੇ, ਅਗਰ ਉਸਨੂੰ ਭੁੱਲ ਜਾਏ, ਤਾਂ ਉਹ ਕੀ ਕਹਿੰਦਾਗਾ, ਇੱਕ ਵਾਰ ਕਹਿੰਦਾ ਕਿਸੇ ਨੂੰ ਵੀ ਰਾਤ ਨੂੰ ਸੁਪਨਾ ਆਇਆ ਸੀ, ਮੈਂ ਭੁੱਲ ਗਿਆ। ਲੇਕਿਨ ਕਦੇ ਦੇਖਿਆ ਉਹ ਚਿੰਤਾ ਕਰਦੇ ਨੇ ਸੁਪਨੇ ਦੇ ਲਈ, ਹਾਏ ਮੈਨੂੰ ਸੁਪਨਾ ਭੁੱਲ ਗਿਆ, ਹਾਏ ਮੈਂ ਸੁਪਨਾ ਭੁੱਲ ਗਿਆ, ਹਨਾ। ਲੇਕਿਨ ਸਹੀ ਦੇ ਵਿੱਚ ਰਾਜਾ ਉਹ ਇਹ ਚੀਜ਼ ਬਾਰ-ਬਾਰ ਬੋਲ ਰਿਹਾਗਾ ਕਿ ਮੈਨੂੰ ਸੁਪਨਾ ਯਾਦ ਨਹੀਂ ਹੈ, ਮੈਨੂੰ ਸੁਪਨਾ ਯਾਦ ਨਹੀਂ ਹੈ। ਉਹਦਾ ਮਤਲਬ ਸੀਗਾ ਸੁਪਨਾ ਉਹਨੂੰ ਯਾਦ ਸੀਗਾ ਚੰਗੀ ਤਰ੍ਹਾਂ, ਉਹਨੂੰ ਸੁਪਨਾ ਬਿਲਕੁਲ ਯਾਦ ਸੀਗਾ। ਲੇਕਿਨ ਉਹ ਆਪਣੇ ਜੋ ਰਾਜ ਦੇ ਵਿੱਚ ਲੋਕ ਸੀਗੇ ਉਹਦੇ, ਉਹਨਾਂ ਨੂੰ ਜਾਣਨਾ ਚਾਹੁੰਦਾ ਸੀਗਾ ਵੀ ਅਗਰ ਇਹ ਮੇਰਾ ਸੁਪਨਾ ਮੈਨੂੰ ਦੱਸ ਦੇਣਗੇ ਤੇ ਉਹਦਾ ਅਰਥ ਮੈਨੂੰ ਇਹ ਸਹੀ ਦੱਸਣਗੇ, ਲੇਕਿਨ ਅਗਰ ਮੈਨੂੰ ਇਹਨਾਂ ਨੇ ਸੁਪਨਾ ਨਾ ਦੱਸਿਆ ਤਾਂ ਉਹਦਾ ਇਹ ਅਰਥ ਵੀ ਨਹੀਂ ਦੱਸ ਸਕਦੇ। ਇਸ ਕਰਕੇ ਰਾਜਾ ਉਹਨਾਂ ਨੂੰ ਬਾਰ-ਬਾਰ ਕਹਿੰਦਾ ਸੀਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਂ ਇਹ ਸੁਪਨਾ ਮੈਨੂੰ ਦੱਸਣਗੇ ਤਾਂ ਉਹਦਾ ਮੈਨੂੰ ਅਰਥ ਦੱਸਣਗੇ। ਅਗਰ ਮੈਂ ਇਹਨਾਂ ਨੂੰ ਸੁਪਨਾ ਦੱਸਿਆ ਤਾਂ ਇਹ ਲੋਕ ਮੈਨੂੰ ਕੋਈ ਵੀ ਅਰਥ ਬਣਾ ਕੇ ਦੇ ਦੇਣਗੇ, ਮੈਨੂੰ ਕੋਈ ਵੀ ਅਰਥ ਬਣਾ ਕੇ ਦੇ ਦੇਣਗੇ। ਜਦ ਇਹ ਗੱਲ ਉਹਨਾਂ ਰਾਜ ਦੇ ਵਿੱਚ ਉਹਦੇ ਲੋਕਾਂ ਨੇ ਸੁਣੀ, ਉਹਨਾਂ ਜੋਤਸ਼ੀਆਂ ਨੇ, ਉਹਨਾਂ ਜਾਦੂਗਰਾਂ ਨੇ, ਜਾਂ ਜੋ ਵੀ ਉੱਥੇ
ਸਮਝਦਾਰ ਲੋਕ ਸੀਗੇ, ਉਹਨਾਂ ਨੇ ਸੁਣੀ ਤਾਂ ਉਹਨਾਂ ਨੇ ਕੀ ਕਿਹਾ ਕਿ ਰਾਜਾ ਇਹ ਗੱਲ ਤਾਂ ਬਹੁਤ ਔਖੀ ਹੈ, ਨਾਲੇ ਤੁਹਾਡਾ ਸੁਪਨਾ ਦੱਸਿਆ ਜਾਵੇ, ਨਾਲੇ ਤੁਹਾਡਾ ਉਹਦਾ ਅਰਥ ਦੱਸਿਆ ਜਾਏ। ਇਹ ਗੱਲ ਨਹੀਂ ਹੋ ਸਕਦੀ। ਹਾਂ, ਇਹ ਹੋ ਸਕਦਾ ਤੁਸੀਂ ਸਾਨੂੰ ਅਗਰ ਸੁਪਨਾ ਦੱਸੋ, ਅਗਰ ਤੁਸੀਂ ਸਾਨੂੰ ਸੁਪਨਾ ਦੱਸੋ ਤਾਂ ਅਸੀਂ ਉਹਦਾ ਅਰਥ ਦੱਸ ਸਕਦੇ ਹਾਂ। ਲੇਕਿਨ ਰਾਜੇ ਨੇ ਕਿਹਾ ਕਿ ਉਹ ਗੱਲ ਤਾਂ ਮੇਰੇ ਯਾਦ ਹੀ ਨਹੀਂ। ਹੁਣ ਦੇਖੋ, ਜਦ ਕੋਈ ਵੀ ਇਨਸਾਨ ਐਸਾ ਨਹੀਂ ਸੀਗਾ ਉੱਥੇ, ਤਾਂ ਰਾਜੇ ਦਾ ਕ੍ਰੋਧ ਭੜਕਿਆ। ਔਰ ਜਦ ਕ੍ਰੋਧ ਭੜਕਿਆ ਤਾਂ ਉਸਨੇ ਕੀ ਕਿਹਾ, ਕਿੱਦਾਂ ਕਰੋ, ਤੁਸੀਂ ਬਾਈਬਲ ਵਿੱਚ ਪੜਾਂਗੇ ਆਪਾਂ, ਦਾਨੀਏਲ ਉਹਦਾ 2 ਅਧਿਆਇ ਉਹਦਾ 5 ਵਚਨ। ਰਾਜੇ ਨੇ ਕਸਦੀਆ ਨੂੰ ਉੱਤਰ ਦਿੱਤਾ ਕਿ ਗੱਲ ਮੇਰੇ ਚੇਤੇ ਵਿੱਚੋਂ ਜਾਂਦੀ ਰਹੀ ਹੈ। ਜੇ ਤੁਸੀਂ ਟੁਕੜਾ ਨਾ ਦੱਸੋ ਅਤੇ ਉਹਦਾ ਅਰਥ ਨਾ ਸੁਣਾਓ ਤਾਂ ਤੁਸੀਂ ਟੁਕੜੇ ਟੁਕੜੇ ਕੀਤੇ ਜਾਓਗੇ ਅਤੇ ਤੁਹਾਡੇ ਘਰ ਕੂੜੇ ਦੀਆਂ ਢੇਰੀਆਂ ਬਣਨਗੇ। ਹੁਣ ਦੇਖੋ ਕਿੱਡੀ ਵੱਡੀ ਗੱਲ ਹੈ। ਰਾਜਾ ਸੀਗਾ ਉਹ ਸਮੇਂ ਦੇ ਵਿੱਚ, ਰਾਜੇ ਨੇ ਕੀ ਕਿਹਾ, ਦੇਖੋ ਉਹ ਗੱਲ ਮੇਰੇ ਦਿਮਾਗ 'ਚ ਚਲੀ ਗਈ ਹੈ, ਲੇਕਿਨ ਜੇ ਤੁਸੀਂ ਮੈਨੂੰ ਅਰਥ ਨਾ ਦੱਸੋ ਔਰ ਅਰਥ ਦੇ ਨਾਲ ਜੇ ਤੁਸੀਂ ਮੈਨੂੰ ਉਹਦਾ ਸੁਪਨਾ ਨਾ ਦੱਸੋ ਔਰ ਸੁਪਨੇ ਨਾਲ ਮੈਨੂੰ ਉਹਦਾ ਅਰਥ ਨਾ ਦੱਸੋ ਤਾਂ ਮੈਂ ਕੀ ਕਰਾਂਗਾ, ਤੁਹਾਡੇ ਟੁਕੜੇ ਟੁਕੜੇ ਕਰ ਦਿਆਂਗਾ। ਔਰ ਜੋ ਤੁਹਾਡੇ ਘਰ ਨੇ ਮਤਲਬ ਉਹ ਵੀ ਕੀ ਕੀਤੇ ਜਾਣਗੇ, ਕੂੜੇ, ਮਤਲਬ ਤੁਹਾਡੇ ਘਰ ਦੇ ਵਿੱਚ ਜੋ ਪਰਿਵਾਰ ਦੇ ਲੋਕ ਨੇ ਉਹਨਾਂ ਨੂੰ ਵੀ ਖਤਮ ਕੀਤਾ ਜਾਊਗਾ। ਹੁਣ ਤੁਸੀਂ ਦੱਸੋ ਮੈਨੂੰ ਕਿ ਤੁਹਾਡਾ ਕੀ ਬਣਨਾ ਚਾਹੀਦਾ ਗਾ। ਹੁਣ ਇਹ ਗੱਲ ਤਾਂ ਬਹੁਤ ਔਖੀ ਹੈ ਕਿਸੇ ਵਾਸਤੇ। ਹੁਣ ਕੋਈ ਰਾਤ ਨੂੰ ਇਨਸਾਨ ਸੌਂ ਕੇ ਉੱਠਿਆ ਹੋਵੇ, ਉਹ ਕਹੇ ਕਿ ਮੈਨੂੰ ਸੁਪਨਾ ਆਇਆ ਗਾ, ਹਨਾ, ਮੈਨੂੰ ਸੁਪਨਾ ਆਏਗਾ, ਉਹਦਾ ਅਰਥ ਦੱਸੋ। ਕੋਈ ਹੈ? ਜੇ ਮੈਂ ਕਿਹੜਾ ਸੁਪਨਾ ਦੱਸਿਆਗਾ ਮੈਨੂੰ ਦੱਸੋ ਵੀ ਉਹ ਸੁਪਨਾ ਮੈਂ ਕਿਹੜਾ ਦੇਖਿਆਗਾ। ਸਾਡੇ ਵਿੱਚ ਕੋਈ ਵੀ ਨਹੀਂ ਹੈ ਕਿ ਰਾਤ ਇਨਸਾਨ ਨੇ ਕੀ ਦੇਖਿਆਗਾ, ਰਾਤ ਇਨਸਾਨ ਨੇ ਕੀ ਸੁਪਨਾ ਦੇਖਿਆਗਾ, ਉਸਨੇ ਸੁਪਨਾ ਦੇਖਿਆ ਹੋਵੇ ਜਾਂ ਨਹੀਂ ਵੀ ਦੇਖਿਆ, ਇਨਸਾਨ ਨਹੀਂ ਜਾਣਦਾ। ਲੇਕਿਨ ਦੇਖੋ ਹੁਣ ਜਦ ਇਹ ਗੱਲ, ਉਹ ਤਾਂ ਰਾਜਾ ਸੀਗਾ, ਔਰ ਰਾਜਾ ਵੀ ਐਸਾ ਕਿ ਪੂਰੀ ਦੁਨੀਆ ਦੇ ਉੱਪਰ ਰਾਜ ਕਰ ਰਿਹਾ ਗਾ, ਪੂਰੀ ਦੁਨੀਆ ਦੇ ਉੱਪਰ ਉਹ ਰਾਜ ਕਰ ਰਿਹਾ ਗਾ। ਜਦ ਉਸ ਨੂੰ ਕੋਈ ਉੱਤਰ ਨਹੀਂ ਮਿਲਿਆ ਤਾਂ ਫਿਰ ਉਸਨੇ ਕੀ ਕਿਹਾ ਕਿ ਤੁਹਾਡਾ ਨਾਸ਼ ਕਰ ਦਾਂਗਾ ਮੈਂ, ਜਦ ਨਾਸ਼ ਕਰ ਦਾਂਗਾ। ਉਸ ਤੋਂ ਬਾਅਦ ਕੀ ਹੋਇਆ, ਜਦ ਉਹਨਾਂ ਲੋਕਾਂ ਨੇ ਕਿਹਾ ਵੀ ਰਾਜਾ ਐਸਾ ਇਨਸਾਨ ਧਰਤੀ ਉੱਪਰ ਹੈ ਹੀ ਨਹੀਂ ਕੋਈ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਮਤਲਬ ਜਿਹੋ ਜਿਹਾ ਤੁਸੀਂ ਸਵਾਲ ਕੀਤਾ ਸਾਨੂੰ, ਇਸ ਧਰਤੀ ਉੱਪਰ ਤਾਂ ਕੋਈ ਐਸਾ ਇਨਸਾਨ ਹੈ ਹੀ ਨਹੀਂ ਕਿ ਜੋ ਤੁਹਾਡੇ ਸਵਾਲ ਦਾ ਉੱਤਰ ਦੇ ਸਕੇ, ਨਾਲੇ ਤਾਂ ਉਹ ਤੁਹਾਨੂੰ ਸੁਪਨਾ ਦੱਸੇ, ਨਾਲੇ ਉਹਦਾ ਕੋਈ ਉੱਤਰ ਦੇਵੇ, ਮਤਲਬ ਐਸਾ ਕੋਈ ਇਨਸਾਨ ਹੈ ਹੀ ਨਹੀਂ। ਔਰ ਪੜ੍ਹੋ ਇਹਦਾ 2:11। ਹਾਂ, ਜਿਹੜੀ ਗੱਲ ਰਾਜਾ ਪੁੱਛਦਾ ਹੈ ਬਹੁਤ ਅਨੋਖੀ। ਦੇਖੋ ਰਾਜਾ ਜੀ, ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਬਹੁਤ ਹੀ ਅਨੋਖੀ ਹੈ, ਬਹੁਤ ਹੀ ਅਨੋਖੀ। ਹਾਂ, ਅਤੇ ਦੇਵਤਿਆਂ ਬਿਨਾਂ ਜੋ ਦੇਹਧਾਰੀਆਂ ਨਾਲ ਨਹੀਂ ਵਸਦੇ। ਦੇਖੋ ਦੇਵਤਿਆਂ ਬਿਨਾਂ ਮਤਲਬ ਦੇਵਤੇ ਉਹ ਦੇਹਧਾਰੀਆਂ ਨਾਲ, ਇਨਸਾਨ ਦੇ ਨਾਲ ਨਹੀਂ ਵਸਦੇ ਉਹ। ਹਾਂ, ਪਰਮੇਸ਼ਰ ਹੁੰਦਾ, ਕੋਈ ਦੇਵਤਾ ਹੁੰਦਾ, ਉਹ ਤੇ ਕੰਮ ਕਰਦਾ ਸਕਦਾ ਸੀਗਾ। ਫਿਰ ਕੋਈ ਰਾਜੇ ਦੇ ਦਰਬਾਰ ਉਹਨੂੰ ਦੱਸ ਨਹੀਂ ਸਕਦਾ। ਮਤਲਬ ਅਗਰ ਕੋਈ ਦੱਸ ਸਕਦਾ ਗਾ ਉਹ ਤਾਂ ਸਿਰਫ ਪਰਮੇਸ਼ਵਰ ਹੀ ਹੈ, ਉਹ ਤਾਂ ਕੋਈ ਐਸਾ ਪਰਮਾਤਮਾ ਗਾ ਜੋ ਤੁਹਾਡੇ ਇਹ ਸਵਾਲ ਦਾ ਉੱਤਰ ਦੇ ਸਕੇ। ਲੇਕਿਨ ਦੇਵਤਾ ਇਸ ਧਰਤੀ ਉੱਪਰ ਤਾਂ ਹੈ ਹੀ ਨਹੀਂ, ਉਹ ਪਰਮਾਤਮਾ ਇਸ ਧਰਤੀ ਉੱਪਰ ਤਾਂ ਹੈ ਹੀ ਨਹੀਂ। ਮਤਲਬ ਮਨੁੱਖਾਂ ਵਾਸਤੇ ਇਹ ਕੰਮ ਤਾਂ ਬਹੁਤ ਹੀ ਔਖਾ ਗਾ। ਉਸ ਤੋਂ ਬਾਅਦ ਕੀ ਹੋਇਆ, 12 ਪੜ੍ਹੋ। ਇਸ ਕਾਰਨ ਰਾਜਾ ਕ੍ਰੋਧਵਾਨ ਹੋ ਕੇ ਅਤ ਗਰਮ ਹੋਇਆ ਅਤੇ ਉਹਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਗਿਆਨੀਆਂ ਨੂੰ ਨਾਸ਼ ਕਰੋ। ਸਾਰੇ ਬੋਲੋ ਹਾਲੇਲੂਇਆ। ਹੁਣ ਦੇਖੋ ਜਦ ਇਹ ਗੱਲ ਸੁਣੀ ਰਾਜ ਨੇ ਤਾਂ ਉਹਦਾ ਕ੍ਰੋਧ ਇੰਨਾ ਭੜਕ ਗਿਆ, ਕ੍ਰੋਧ ਇੰਨਾ ਭੜਕ ਗਿਆ ਕਿ ਉਹ ਤਾਂ ਬਹੁਤ ਗਰਮ ਹੋ ਗਿਆ। ਹੈ ਜੋ ਮੈਂ ਕਹਿੰਦਾ ਪਿਆ, ਤੁਸੀਂ ਮੇਰੇ ਸਵਾਲ ਦਾ ਉੱਤਰ ਨਹੀਂ ਦੇ ਸਕਦੇ, ਜਿਹੜਾ ਮੈਂ ਸੁਪਨਾ ਦੇਖਿਆਗਾ ਤੁਸੀਂ ਉਹ ਸੁਪਨਾ ਮੈਨੂੰ ਦੱਸ ਨਹੀਂ ਸਕਦੇ, ਜਿਹੜਾ ਅਰਥ ਮੈਂ ਮੰਗਿਆਗਾ ਕਿ ਤੁਸੀਂ ਮੈਨੂੰ ਅਰਥ ਨਹੀਂ ਦੇ ਸਕਦੇ। ਹੁਣ ਦੇਖੋ ਰਾਜਾ ਕਿੰਨਾ ਕ੍ਰੋਧਵਾਨ ਹੋਇਆ ਕਿ ਸਹੀ ਦੇ ਵਿੱਚ ਹੁਣ ਉਹਨੇ ਕੀ ਕਹਤਾ ਵੀ ਜਿੰਨੇ ਵੀ ਇਸ ਬਾਬਲ ਦੇ ਵਿੱਚ ਕੀ ਨੇ, ਗਿਆਨੀ ਨੇ, ਜਿੰਨੇ ਵਿਦਵਾਨ ਨੇ, ਜਿੰਨੇ ਸਮਝਦਾਰ ਲੋਕ ਨੇ, ਸਾਰਿਆਂ ਨੂੰ ਕੀ ਕਰ ਦਿਓ, ਖਤਮ ਕਰ ਦਿਓ। ਮੈਨੂੰ ਐਸੇ ਲੋਕ ਚਾਹੀਦੇ ਨਹੀਂ ਜੋ ਮਤਲਬ ਮੈਨੂੰ ਨਾ ਸੁਪਨਾ ਦੱਸਣ ਨਾ ਉਹਦਾ ਅਰਥ ਦੱਸਣ। ਹੁਣ ਦੇਖੋ ਇਹ ਗੱਲ ਪੂਰੇ ਰਾਜ ਵਿੱਚ ਫੈਲ ਚੁੱਕੀ ਸੀ। ਜਦ ਰਾਜ ਵਿੱਚ ਫੈਲ ਚੁੱਕੀ ਸੀ, ਹੁਣ ਦੇਖੋ ਜੋ ਉੱਥੇ ਲੋਕ ਸੀਗੇ ਉਹ ਜਿਨ੍ਹਾਂ ਨੂੰ ਇਹ ਹੁਕਮ ਮਿਲਿਆ ਸੀਗਾ ਕਿ ਤੁਸੀਂ ਜਾ ਕੇ ਉਹਨਾਂ ਨੂੰ ਮਾਰ ਦਿਓ, ਜਦ ਮਾਰ ਦਿਓ ਤਾਂ ਜੋ ਉੱਥੇ ਦਾ ਸਰਦਾਰ ਸੀਗਾ, ਹਾਂ, ਉਹ ਗਿਆਨੀਆਂ ਨੂੰ ਮਾਰਨ ਦੇ ਲਈ ਜਦ ਨਿਕਲਿਆ ਤਾਂ ਉੱਥੇ ਕੀ ਹੋਇਆ ਕਿ ਸਭ ਤੋਂ ਪਹਿਲਾਂ ਉਹ ਕਿਹਦੇ ਲਈ ਗਏ, ਦਾਨੀਏਲ ਦੇ ਕੋਲ ਗਏ। ਹੁਣ ਦੇਖੋ ਦਾਨੀਏਲ ਨਾਂ ਦਾ ਜੋ ਇਨਸਾਨ ਸੀਗਾ ਉਹ ਤਾਂ ਪਰਮੇਸ਼ਵਰ ਦਾ ਭਗਤ ਜਨ ਸੀਗਾ, ਉਹ ਤਾਂ ਪਰਮੇਸ਼ਵਰ ਦਾ ਬੰਦਾ ਸੀਗਾ, ਲੇਕਿਨ ਉਸਨੂੰ ਇਸ ਗੱਲ ਦਾ ਪਤਾ ਹੀ ਨਹੀਂ। ਹੁਣ ਜਦ ਉਹ ਮਾਰਨ ਦੇ ਲਈ ਉਸਨੂੰ ਗਏ, ਕਿਹਨੂੰ, ਜਦ ਉਹਨੂੰ ਮਾਰਨ ਦੇ ਲਈ ਗਏ ਦਾਨੀਏਲ ਨੂੰ, ਤਾਂ ਦਾਨੀਏਲ ਨੇ ਪੁੱਛਿਆ, ਹਾਂ ਵੀ ਤੁਸੀਂ ਮਾਰਨ ਦੇ ਲਈ ਆਏ ਭਾਈ, ਕਾਰਨ ਕੀ ਹੈ, ਦੱਸੋ ਤਾਂ ਸੀ ਕੋਈ ਗੱਲਬਾਤ। ਤਾਂ ਦਾਨੀਏਲ ਨੇ ਕੀ ਕਿਹਾ, ਦਾਨੀਏਲ ਨੂੰ ਦੱਸਿਆ ਗਿਆ ਕਿ ਦੇਖ ਰਾਜੇ ਨੂੰ ਸੁਪਨਾ ਆਇਆਗਾ, ਇੱਕ ਐਸਾ ਸੁਪਨਾ ਆਇਆਗਾ, ਲੇਕਿਨ ਸੁਪਨਾ ਰਾਜੇ ਦੇ ਦਿਮਾਗ ਵਿੱਚ ਹੈ ਨਹੀਂ। ਹੁਣ ਰਾਜੇ ਨੇ ਇਹ ਸਵਾਲ ਕੀਤਾਗਾ ਮੇਰਾ ਸੁਪਨਾ ਵੀ ਦੱਸੋ, ਨਾਲੇ ਮੈਨੂੰ ਉਹਦਾ ਅਰਥ ਵੀ ਦੱਸੋ। ਹੁਣ ਜੋ ਰਾਜਾ ਸੀ ਦਾਨੀਏਲ ਸੀਗਾ, ਦਾਨੀਏਲ ਤਾਂ ਪਰਮੇਸ਼ਵਰ ਦਾ ਜਨ ਸੀਗਾ। ਹੁਣ ਦੇਖੋ ਉਹਦੇ ਮਨ ਦੇ ਵਿੱਚ ਪਰਮੇਸ਼ਵਰ ਦੇ ਪ੍ਰਤੀ ਪਿਆਰ ਹੈ, ਉਹਦੇ ਮਨ ਦੇ ਵਿੱਚ ਪਰਮੇਸ਼ਵਰ ਦੇ ਨਾਲ ਜੋ ਵਫਾਦਾਰੀ ਹੈ। ਉਹਨੇ ਕੀ ਕਿਹਾ
ਵੀ ਤੁਸੀਂ ਮਾਰਨਾ ਤਾਂ ਹੈਗਾ ਹੀ, ਠੀਕ ਆ ਮਾਰ ਦਿਓ ਕੋਈ ਗੱਲ ਨਹੀਂ, ਲੇਕਿਨ ਮੈਂ ਇੱਕ ਵਾਰ ਰਾਜੇ ਨੂੰ ਮਿਲਣਾ ਚਾਹੁੰਦਾਗਾ, ਕਿ ਤੁਸੀਂ ਮਿਲਾ ਸਕਦੇ ਹੋ? ਹੁਣ ਉਹਨਾਂ ਨੇ ਕੀ ਕਿਹਾ ਵੀ ਚੱਲ ਦੇਖ ਲੈਂਦੇ, ਤੈਨੂੰ ਮਿਲਾ ਕੇ ਦੇਖ ਲੈਂਦੇ ਰਾਜੇ ਨਾਲ। ਹੁਣ ਰਾਜਾ ਦੇਖੋ ਪਹਿਲਾਂ ਕ੍ਰੋਧਵਾਨ ਹੈ, ਰਾਜਾ ਕੀ ਹੈ ਬਹੁਤ ਗੁੱਸੇ ਨਾਲ ਭਰਿਆ ਹੋਇਆਗਾ। ਹੁਣ ਐਸੀ ਦਸ਼ਾ ਦੇ ਵਿੱਚ ਇੱਕ ਰਾਜੇ ਦੇ ਸਾਹਮਣੇ ਜਾਣਾ, ਰਾਜੇ ਦੇ ਸਾਹਮਣੇ ਜਾਣਾ ਉਹ ਤਾਂ ਬਹੁਤ ਵੱਡੀ ਗੱਲ ਹੈ। ਫਿਰ ਵੀ ਰਾਜਾ ਦੇ ਸਾਹਮਣੇ ਦਾਨੀਏਲ ਗਿਆ ਔਰ ਪੂਰੇ ਹੌਸਲੇ ਨਾਲ ਪੂਰੇ ਵਿਸ਼ਵਾਸ ਨਾਲ ਗੱਲ ਕਰ ਰਿਹਾਗਾ। ਫਿਰ ਰਾਜਾ ਤੇਰਾ ਜੋ ਸੁਪਨਾ ਹੈਗਾ ਉਹ ਸੁਪਨਾ ਮੈਂ ਤੈਨੂੰ ਦੱਸ ਸਕਦਾਗਾ, ਔਰ ਤੇਰਾ ਜੋ ਸੁਪਨੇ ਦਾ ਅਰਥ ਹੈ ਉਹ ਵੀ ਮੈਂ ਦੱਸ ਸਕਦਾ ਤੈਨੂੰ। ਤੇ ਦਾਨੀਏਲ ਨੇ ਕੀ ਕਿਹਾ ਵੀ ਇਦਾਂ ਕਰੋ, ਮੈਨੂੰ ਇੱਕ ਰਾਤ ਦਾ ਸਮਾਂ ਦੇ ਦਿਓ। ਕੀ ਹੈ, ਮੈਨੂੰ ਥੋੜਾ ਸਮਾਂ ਦਿਓ ਤਾਂ ਕਿ ਮੈਂ ਕੀ ਕਰਾਂ ਤੁਹਾਨੂੰ ਆ ਕੇ ਉਹਦਾ ਅਰਥ ਦੱਸ ਸਕਾਂ। ਪੜੋ ਇਹਦਾ 2:16। ਅਤੇ ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਅਰਦਾਸ ਕੀਤੀ, ਭਾਈ ਮੈਨੂੰ ਵਕਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ। ਦੇਖੋ ਮੈਨੂੰ ਵਕਤ ਦਿਓ, ਮੈਨੂੰ ਥੋੜਾ ਸਮਾਂ ਦਿਓ। ਕਿਉਂ? ਕਿਉਂ ਮੈਂ ਜਾ ਕੇ ਪਰਮੇਸ਼ਵਰ ਦੇ ਕੋਲ ਬੈਠਾਂ, ਪਰਮੇਸ਼ਵਰ ਨਾਲ ਗੱਲਬਾਤ ਕਰਾਂ, ਔਰ ਪਰਮੇਸ਼ਵਰ ਨੂੰ ਜਾ ਕੇ ਕਹਾਂ ਕਿ ਪਰਮੇਸ਼ਵਰ ਇਹ ਜੋ ਸੁਪਨਾ ਆਏਗਾ ਮੈਨੂੰ ਸੁਪਨਾ ਵੀ ਚਾਹੀਦਾ ਹੈ, ਮੈਨੂੰ ਉਹਦਾ ਅਰਥ ਵੀ ਚਾਹੀਦਾ। ਫਿਰ ਪੜੋਗੇ 17। ਤਾਂ ਦਾਨੀਏਲ ਨੇ ਘਰ ਜਾ ਕੇ ਹਨਨਿਆ, ਮਿਸ਼ਾਇਲ ਤੇ ਅਜ਼ਰਿਆ ਆਪਣੇ ਸਾਥੀਆਂ ਨੂੰ ਪਤਾ ਦਿੱਤਾ। ਦੇਖੋ ਦਾਨੀਏਲ ਨੇ ਕੁਝ ਨਹੀਂ ਕੀਤਾ। ਦਾਨੀਏਲ ਕਿਹਦੇ ਨਾਲ ਗਿਆ? ਆਪਣੇ ਸਾਥੀਆਂ ਨਾਲ ਗਿਆ। ਜੋ ਤਿੰਨ ਸਾਥੀ ਸੀਗੇ, ਕੌਣ? ਸਦਰਕ, ਮੇਸ਼ਕ ਤੇ ਅਬੇਦਨਗੋ। ਮਤਲਬ ਇੱਥੇ ਲਿਖਿਆ ਹੈਗਾ ਹਨਨਿਆ, ਮਿਸ਼ਾਇਲ ਤੇ ਅਜ਼ਰਿਆ। ਉਹਨਾਂ ਨੂੰ ਜਾ ਕੇ ਮਿਲਿਆ ਔਰ ਉਹਨਾਂ ਨੇ ਸਾਰੀ ਗੱਲ ਜਾ ਕੇ ਦੱਸਤੀ ਵੀ ਦੇਖੋ ਇਸ ਤਰ੍ਹਾਂ ਦੀ ਗੱਲਬਾਤ ਹੈ। ਔਰ ਫਿਰ ਤਾਂ ਜੋ ਉਹ ਇਸ ਭੇਤ ਦੇ ਵਿਖੇ ਆਕਾਸ਼ ਦੇ ਪਰਮੇਸ਼ਵਰ ਤੋਂ ਦਇਆ ਮੰਗਣ ਕਿ ਦਾਨੀਏਲ ਤੇ ਉਹਦੇ ਸਾਥੀ ਬਾਬਲ ਦੇ ਦੂਜੇ ਗਿਆਨੀਆਂ ਦੇ ਨਾਲ ਨਾਸ ਨਾ ਹੋਣ। ਪਰ ਰਾਤ ਨੂੰ ਦਰਸ਼ਨ ਵਿੱਚ ਦਾਨੀਏਲ ਉੱਤੇ ਉਹ ਭੇਤ ਖੁੱਲ ਗਿਆ ਅਤੇ ਦਾਨੀਏਲ ਨੇ ਆਕਾਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕੀਤਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦਾਨੀਏਲ ਕੀ ਸੀਗਾ? ਆਪਣੇ ਸਾਥੀਆਂ ਕੋਲ ਗਿਆ, ਜਾ ਕੇ ਸਾਰੀ ਗੱਲ ਦੱਸੀ। ਦੇਖੋ ਇਸ ਤਰ੍ਹਾਂ ਦੀ ਗੱਲਬਾਤ ਹੈ ਯਾਰ। ਰਾਜਾ ਹੁਣ ਇਹ ਕਹਿੰਦਾ ਪਿਆ ਵੀ ਦੇਖੋ ਜੀ ਮੇਰਾ ਸੁਪਨਾ ਵੀ ਦੱਸੋ, ਉਹਦਾ ਅਰਥ ਵੀ ਦੱਸੋ। ਅਗਰ ਨਹੀਂ ਦੱਸਿਆ ਤਾਂ ਸਾਰੇ ਲੋਕ ਮਾਰੇ ਜਾਣਗੇ, ਆਪਾਂ ਵੀ ਮਾਰੇ ਜਾਵਾਂਗੇ, ਲੇਕਿਨ ਜਿਹੜੇ ਬਾਬਲ ਦੇ ਹੋਰ ਲੋਕ ਨੇ ਉਹ ਵੀ ਮਾਰੇ ਜਾਣਗੇ। ਹੁਣ ਆਪਾਂ ਕੀ ਕਰੀਏ? ਹੁਣ ਆਪਾਂ ਇਦਾਂ ਕਰਦੇ ਹਾਂ ਕਿ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਅੱਗੇ। ਹੁਣ ਦੇਖੋ 4 ਲੋਕ ਨੇ, ਚਾਰੇ ਲੋਕ ਕੀ ਹੋ ਗਏ? ਇੱਕ ਮਨ ਹੋ ਗਏ, ਇੱਕ ਚਿੱਤ ਹੋ ਗਏ। ਚਾਰੇ ਲੋਕ, ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਚਾਰੇ ਲੋਕ ਕੌਣ? ਸਦਰਕ, ਮੇਸ਼ਕ, ਅਬੇਦਨਗੋ ਤੇ ਦਾਨੀਏਲ। ਇਹਨਾਂ ਚਾਰੇ ਲੋਕਾਂ ਨੇ ਗੱਲਬਾਤ ਕੀਤੀ ਔਰ ਚਾਰੇ ਲੋਕ ਕੀ ਹੋ ਗਏ? ਪ੍ਰਾਰਥਨਾ ਵਿੱਚ ਬੈਠੇ। ਪ੍ਰਾਰਥਨਾ ਵਿੱਚ ਬੈਠੇ ਤਾਂ ਹੋਇਆ ਕਿ ਇੱਕ ਮਨ ਸੀਗੇ, ਇੱਕ ਚਿੱਤ ਸੀਗੇ ਔਰ ਇੱਕ ਜ਼ੁਬਾਨ ਸੀਗੇ। ਜਦ ਇਹਨਾਂ ਨੇ ਪ੍ਰਾਰਥਨਾ ਕਰੀ ਤਾਂ ਇਹਨਾਂ ਦੀ ਪ੍ਰਾਰਥਨਾ ਦਾ ਉੱਤਰ ਜੋ ਮਿਲਣਾ ਸੀਗਾ ਉਹ ਪਰਮੇਸ਼ਵਰ ਨੇ ਦਿੱਤਾ। ਸਹੀ ਦੇ ਵਿੱਚ ਦੇਖੋ ਹੁਣ ਇਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਵੀ ਗੁੱਸਾ ਨਹੀਂ, ਇਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਨਹੀਂ, ਕੋਈ ਈਰਖਾ ਨਹੀਂ। ਇਹ ਨਹੀਂ ਸੋਚਦੇ ਕਿ ਦੂਜੇ ਲੋਕ ਮਰ ਰਹੇ ਨੇ, ਲੇਕਿਨ ਦੂਜੇ ਲੋਕਾਂ ਨੂੰ ਕੀ ਸੀਗਾ? ਇਹ ਬਚਾਉਣਾ ਚਾਹੁੰਦੇ ਸੀਗੇ। ਇਹ ਦਾਨੀਏਲ ਚਾਹੁੰਦੇ ਸੀ ਸਾਰੇ ਲੋਕ ਬਚਾਏ ਜਾਣ, ਚਾਹੇ ਉਹ ਲੋਕ ਪਰਮੇਸ਼ਵਰ ਨੂੰ ਨਹੀਂ ਮੰਨਦੇ, ਲੇਕਿਨ ਪਰਮੇਸ਼ਵਰ ਉਹ ਲੋਕ ਬਚਾਏ ਜਾਣ। ਦੇਖੋ ਹੁਣ ਇਹ ਚਾਰੇ ਲੋਕਾਂ ਨੇ ਇਹੀ ਸੋਚਿਆ ਵੀ ਆਪਾਂ ਸਾਰੇ ਲੋਕਾਂ ਨੂੰ ਬਚਾਉਣਾ ਹੈਗਾ, ਜਿਹੜੇ ਇਸ ਮਤਲਬ ਰਾਜ ਦੇ ਵਿੱਚ, ਰਾਜੇ ਦੇ ਦਰਬਾਰ ਦੇ ਵਿੱਚ ਨੇ, ਚਾਹੇ ਉਹ ਜਾਦੂਗਰ ਨੇ, ਚਾਹੇ ਉਹ ਗਿਆਨੀ ਨੇ, ਚਾਹੇ ਜੈਸੇ ਵੀ ਲੋਕ ਨੇ ਉਹ, ਲੇਕਿਨ ਉਹਨਾਂ ਨੂੰ ਕੀ? ਉਹਨਾਂ ਨੂੰ ਬਚਾਉਣਾ ਹੈਗਾ। ਇਸ ਲਈ ਉਹ ਲੋਕ ਸਾਰੇ ਕੀ ਹੋ ਗਏ? ਇੱਕ ਮਨ, ਇੱਕ ਚਿੱਤ ਤੇ ਇੱਕ ਜ਼ੁਬਾਨ ਹੋ ਕੇ ਉਹਨਾਂ ਨੇ ਕੀ ਕੀਤੀ? ਪ੍ਰਾਰਥਨਾ ਕਰੀ ਪਰਮੇਸ਼ਵਰ ਅੱਗੇ। ਔਰ ਕੀ ਹੋਇਆ ਕਿ ਰਾਤ ਨੂੰ ਉਹ ਸੁਪਨੇ ਦਾ ਜੋ ਅਰਥ ਸੀਗਾ ਉਹ ਪਰਮੇਸ਼ਵਰ ਨੇ ਦਾਨੀਏਲ ਦੇ ਉੱਪਰ ਪ੍ਰਗਟ ਕੀਤਾ ਔਰ ਨਾਲ ਹੀ ਸੁਪਨਾ ਵੀ ਉਸ ਦੇ ਉੱਪਰ ਪ੍ਰਗਟ ਕੀਤਾ। ਉਸ ਤੋਂ ਬਾਅਦ ਦੇਖੋ ਕਿ ਜਦ ਜਾ ਕੇ ਰਾਜੇ ਨੇ ਮਤਲਬ ਉਹ ਸੁਪਨਾ ਸੁਣਿਆ, ਸੁਪਨੇ ਦਾ ਅਰਥ ਸੁਣਿਆ, ਤਾਂ ਸਹੀ ਦੇ ਵਿੱਚ ਉਸਨੇ ਦਾਨੀਏਲ ਦਾ ਕੀ ਕੀਤਾ? ਮਾਨ ਸਨਮਾਨ ਕੀਤਾ, ਮਾਨ ਸਨਮਾਨ ਕੀਤਾ। ਲੇਕਿਨ ਦੇਖੋ ਸਭ ਤੋਂ ਵੱਡੀ ਗੱਲ ਕੀ? ਕਿ ਪ੍ਰਾਰਥਨਾ ਸੁਣੀ ਗਈ। ਪ੍ਰਾਰਥਨਾ ਸੁਣੀ ਗਈ ਕਦੋਂ ਸੁਣੀ ਗਈ? ਕਿ ਜਦ ਸਹੀ ਦੇ ਵਿੱਚ ਉਹ ਤਲਵਾਰ ਜੋ ਧਰਤੀ ਉੱਪਰ ਰਾਜ ਕਰ ਰਿਹਾ ਸੀ, ਇੱਕੋ ਹੀ ਰਾਜਾ ਸਾਰੀ ਧਰਤੀ ਉੱਪਰ ਰਾਜ, ਉਹਦੀ ਤਲਵਾਰ ਜਦ ਲੋਕਾਂ ਦੇ ਉੱਪਰ ਲਟਕ ਰਹੀ ਸੀ, ਕਾਹਦੇ ਲਈ? ਕਿ ਉਹਨਾਂ ਨੂੰ ਨਾਸ਼ ਕਰ ਦੇਵੇ, ਉਹਨਾਂ ਨੂੰ ਖਤਮ ਕਰ ਦੇਵੇ। ਜਦ ਉਹ ਤਲਵਾਰ ਸਾਰੇ ਪਾਸੇ ਘੁੰਮ ਰਹੀ ਸੀ ਵੀ ਜਿੰਨੇ ਵੀ ਗਿਆਨੀ ਨੇ, ਜਿੰਨੇ ਵਿਦਵਾਨ ਨੇ, ਜਿੰਨੇ ਸਮਝਦਾਰ ਨੇ, ਜਾਂ ਜਿੰਨੇ ਵੀ ਐਸੇ ਲੋਕ ਨੇ ਜੋ ਇਹ ਕੰਮ ਨੂੰ ਜਾਣਦੇ ਨੇ ਜਾਂ ਕਰਦੇ ਨੇ, ਉਹ ਸਾਰੇ ਲੋਕ ਨਾਸ਼ ਹੋ ਜਾਣ। ਲੇਕਿਨ ਉੱਥੇ ਕੁਝ ਲੋਕ ਸੀਗੇ, ਲੋਕ ਤਾਂ ਬਹੁਤ ਹੋਣਗੇ ਉੱਥੇ ਪਰਮੇਸ਼ਵਰ ਦੇ ਉੱਪਰ ਵਿਸ਼ਵਾਸ ਕਰਨ ਵਾਲੇ, ਕਿਉਂਕਿ ਉਹ ਸਮੇਂ ਦੇ ਵਿੱਚ ਉਹ ਰਾਜੇ ਨੇ ਜਰੂਸਲਮ ਦੇ ਲੋਕਾਂ ਨੂੰ ਵੀ ਗੁਲਾਮ ਬਣਾਇਆ ਹੋਇਆ ਸੀਗਾ। ਲੇਕਿਨ ਦਾਨੀਏਲ ਨੇ ਕਿਹਨੂੰ ਬੁਲਾਇਆ? ਇੱਕ ਤਾਂ ਹਨਨਿਆ ਨੂੰ, ਇੱਕ ਮਿਸ਼ਾਇਲ ਨੂੰ, ਇੱਕ ਅਜ਼ਰਿਆ ਨੂੰ। ਮਤਲਬ ਇਹਨਾਂ ਨੂੰ ਬੁਲਾਇਆ। ਇਹਨਾਂ ਨਾਲ ਕੀ ਸੀਗਾ? ਇੱਕ ਮਨ, ਇੱਕ ਚਿੱਤ ਹੋ ਕੇ ਪ੍ਰਾਰਥਨਾ ਕੀਤੀ, ਇੱਕ ਜ਼ੁਬਾਨ ਹੋ ਕੇ ਪ੍ਰਾਰਥਨਾ ਕੀਤੀ। ਤੇ ਕਦ ਕੀ ਹੋਇਆ ਕਿ ਜੋ ਸਮਾਂ ਸੀਗਾ, ਜੋ ਵੇਲਾ ਸੀਗਾ, ਉਹ ਪਰਮੇਸ਼ਵਰ ਨੇ ਬਦਲ ਵੀ ਦਿੱਤਾ। ਕਿਉਂਕਿ ਲਿਖਿਆ ਬਾਈਬਲ ਦੇ ਵਿੱਚ, ਪੜੋ ਵੀ, ਕਿਉਂਕਿ ਹਾਂ ਜਦ ਸੁਪਨੇ ਦਾ ਅਰਥ ਮਿਲਿਆ ਤਾਂ ਉਸ ਤੋਂ ਬਾਅਦ ਪਰਮੇਸ਼ਵਰ ਦਾ ਧੰਨਵਾਦ ਕੀਤਾ। ਔਰ ਫਿਰ ਕੀ ਹੋਇਆ? ਦਾਨੀਏਲ ਨੇ ਉੱਤਰ ਦੇ ਕੇ ਆਖਿਆ,
ਪਰਮੇਸ਼ਵਰ ਦਾ ਨਾਮ ਸਦਾ ਤਾਈਂ ਮੁਬਾਰਕ ਹੋਵੇ, ਹੂੰ ਕਿਉਂ ਜੋ ਬੁੱਧ ਤੇ ਸ਼ਕਤੀ ਉਸ ਦੀ ਹੈ। ਦੇਖੋ ਪਰਮੇਸ਼ਰ ਦਾ ਨਾਮ ਕੀ ਹੋਵੇ? ਸਦਾ ਮੁਬਾਰਕ ਹੋਵੇ। ਕਿਉਂ ਕਿਉਂ ਨਾਮ ਸਦਾ ਮੁਬਾਰਕ ਹੋਵੇ? ਅੱਗੇ ਪੜ੍ਹੋ 21 ਨੂੰ। ਉਹੀ ਸਮਿਆਂ ਦੇ ਵੇੜੇ ਨੂੰ ਬਦਲਦਾ ਹੈ। ਦੇਖੋ ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ। ਮਤਲਬ ਦੇਖੋ ਇੱਕ ਵੇਲੇ ਐਸਾ ਸੀਗਾ ਕਿ ਜਿੰਨੇ ਵੀ ਲੋਕ ਸੀਗੇ, ਵਿਦਵਾਨ ਲੋਕ, ਜਿੰਨੇ ਗਿਆਨੀ ਲੋਕ ਸੀਗੇ, ਉਹ ਕੀ ਸੀਗੇ? ਉਹ ਸਾਰੇ ਲੋਕ ਖਤਮ ਹੋਣ ਵਾਲੇ ਸੀਗੇ। ਲੇਕਿਨ ਸਹੀ ਦੇ ਵਿੱਚ ਉੱਥੇ ਦਾਨੀਏਲ ਨੂੰ ਪਤਾ ਲੱਗਿਆ ਕਿ ਇਹ ਲੋਕ ਮਾਰੇ ਜਾਣਗੇ, ਅਸੀਂ ਵੀ ਮਾਰੇ ਜਾਵਾਂਗੇ, ਲੇਕਿਨ ਸਾਡੀ ਤਾਂ ਗਲਤੀ ਕੋਈ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ। ਲੇਕਿਨ ਦਾਨੀਏਲ ਨੇ ਕੀ ਕਿਹਾ? ਇਹਨੂੰ ਸਮਾਂ ਦੇ ਦਿਓ। ਹੁਣ ਇੱਕ ਰਾਜੇ ਦੇ ਸਾਹਮਣੇ ਜਿਹੜਾ ਪੂਰਾ ਗੁੱਸੇ ਨਾਲ ਭਰਿਆ ਹੋਇਆਗਾ, ਜਿਹੜਾ ਪੂਰੇ ਕ੍ਰੋਧ ਨਾਲ ਭਰਿਆ ਹੋਇਆਗਾ, ਜਦ ਉਹਦੇ ਸਾਹਮਣੇ ਖੜਾ ਹੋਇਆ ਤਾਂ ਦਾਨੀਏਲ ਨੇ ਕਿਵੇਂ ਗੱਲ ਕਰੀ ਹੋਊਗੀ? ਲੇਕਿਨ ਫਿਰ ਵੀ ਰਾਜੇ ਨਾਲ ਗੱਲ ਕੀਤੀ ਕਿ ਰਾਜਾ ਮੈਨੂੰ ਕੁਝ ਸਮਾਂ ਦਿਓ, ਮੈਨੂੰ ਸਮਾਂ ਦਿਓ, ਔਰ ਮੈਂ ਪਰਮੇਸ਼ਵਰ ਦੇ ਕੋਲ ਜਾਵਾਂਗਾ, ਮੈਂ ਪ੍ਰਾਰਥਨਾ ਕਰ ਦਾਂਗਾ। ਦੇਖੋ ਜਦੋਂ ਉਹਨਾਂ ਨੇ ਇੱਕ ਮਨ ਹੋ ਗਏ, ਇੱਕ ਚਿੱਤ ਹੋ ਗਏ, ਔਰ ਇੱਕ ਜ਼ੁਬਾਨ ਹੋ ਕੇ ਪ੍ਰਾਰਥਨਾ ਕਰੀ, ਤਾਂ ਪਰਮੇਸ਼ਵਰ ਨੇ ਕੀ ਕੀਤੀ? ਉਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ, ਔਰ ਉਹੀ ਭੇਤ, ਉਹੀ ਸੁਪਨਾ ਦਾਨੀਏਲ ਦੇ ਉੱਪਰ ਪ੍ਰਗਟ ਹੋ ਗਿਆ। ਔਰ ਦਾਨੀਏਲ ਕੀ ਕਹਿੰਦਾ ਕਿ ਉਹ ਪਰਮੇਸ਼ਵਰ ਕੀ ਹੈ? ਮੁਬਾਰਕ ਹੈ। ਉਹ ਕੀ ਹੈ? ਵੇਲਿਆਂ ਤੇ ਸਮਿਆਂ ਨੂੰ ਬਦਲਣ ਵਾਲਾ ਪਰਮੇਸ਼ਵਰ ਹੈ। ਦੇਖੋ ਅੱਜ ਵੀ ਕਿਸੇ ਦਾ ਕੋਈ ਵੀ ਕੰਮ ਹੈ, ਕਿਸੇ ਦੀ ਕੋਈ ਵੀ ਸਮੱਸਿਆ ਗਈ, ਤਾਂ ਸਹੀ ਦੇ ਵਿੱਚ ਉਹ ਪਰਮੇਸ਼ਵਰ ਕੀ ਹੈ? ਉਹ ਵੇਲਿਆਂ ਨੂੰ ਬਦਲ ਦਿੰਦੇ ਨੇ। ਉਹ ਪਰਮੇਸ਼ਵਰ ਕੀ ਨੇ? ਉਹ ਸਭ ਕੁਝ ਕਰ ਸਕਦੇ ਨੇ। ਅੱਜ ਦੇਖੋ ਪੂਰੀ ਵਰਲਡ ਦੇ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਚੱਲ ਰਹੀ ਹੈ। ਕਰੋਨਾ ਵਾਇਰਸ ਦਾ ਜੋ ਮਤਲਬ ਮਰੀ ਦੀ ਆਤਮਾ ਗਈ, ਉਹ ਕੰਮ ਕਰ ਰਹੀ ਹੈ। ਕਿੰਨੇ ਲੋਕ ਨਾਸ ਹੋ ਰਹੇ ਨੇ, ਕਿੰਨੇ ਲੋਕ ਅੱਜ ਉਸ ਬਿਮਾਰੀ ਨਾਲ ਖਤਮ ਹੋ ਰਹੇ ਨੇ। ਲੇਕਿਨ ਸਹੀ ਦੇ ਵਿੱਚ ਕੀ ਲੋਕ ਪ੍ਰਾਰਥਨਾ ਨਹੀਂ ਕਰਦੇ ਹੋਣੇ? ਪ੍ਰਾਰਥਨਾ ਤਾਂ ਕਰਦੇ ਹੀ ਹੋਣਗੇ ਇਸ ਵਾਇਰਸ ਦੇ ਲਈ। ਲੇਕਿਨ ਸਹੀ ਦੇ ਵਿੱਚ ਪਰਮੇਸ਼ਵਰ ਕੀ ਕਹਿੰਦੇ ਨੇ? ਅਗਰ ਤੁਹਾਡਾ ਕਿਸੇ ਨਾਲ ਵੈਰ ਹੈ, ਅਗਰ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਈਰਖਾ ਗਈ, ਅਗਰ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਹੈ, ਤਾਂ ਉਸ ਨੂੰ ਕੀ ਕੱਢੋ? ਉਸ ਨੂੰ ਪਹਿਲਾਂ ਬਾਹਰ ਕੱਢੋ, ਫਿਰ ਮੇਰੇ ਅੱਗੇ ਪ੍ਰਾਰਥਨਾ ਕਰੋ, ਫਿਰ ਮੈਂ ਤੁਹਾਡੀ ਪ੍ਰਾਰਥਨਾ ਸੁਣਾਂਗਾ। ਪਰਮੇਸ਼ਵਰ ਕਹਿੰਦੇ ਨੇ ਕਿ ਮੇਰੇ ਅੱਗੇ ਪ੍ਰਾਰਥਨਾ ਕਰ, ਮੈਂ ਤੇਰੇ ਦੇਸ਼ ਨੂੰ ਖੁਸ਼ਹਾਲ ਕਰ ਦਿਆਂਗਾ, ਮੈਂ ਤੇਰੇ ਲੋਕਾਂ ਨੂੰ ਖੁਸ਼ਹਾਲ ਕਰ ਦਿਆਂਗਾ, ਮੈਂ ਤੈਨੂੰ ਖੁਸ਼ਹਾਲ ਕਰ ਦਿਆਂਗਾ। ਲੇਕਿਨ ਕਿੰਨੇ ਲੋਕ ਜੋ ਪ੍ਰਾਰਥਨਾ ਕਰਦੇ ਹੋਣਗੇ, ਲੇਕਿਨ ਉਹਨਾਂ ਦੀ ਪ੍ਰਾਰਥਨਾ ਦਾ ਜੋ ਉੱਤਰ ਹੈ, ਉਹ ਉੱਤਰ ਨਹੀਂ ਮਿਲ ਰਿਹਾ। ਇਹਦਾ ਇਹ ਮਤਲਬ ਨਹੀਂ ਕਿ ਪਰਮੇਸ਼ਵਰ ਕੰਮ ਨਹੀਂ ਕਰ ਸਕਦੇ, ਇਹਦਾ ਇਹ ਮਤਲਬ ਨਹੀਂ ਕਿ ਪਰਮੇਸ਼ਵਰ ਕਮਜ਼ੋਰ ਪੈ ਚੁੱਕੇ ਨੇ। ਲੇਕਿਨ ਪਰਮੇਸ਼ਵਰ ਤਾਂ ਇਹ ਕਹਿਣਾ ਚਾਹੁੰਦੇ ਨੇ ਕਿ ਤੁਸੀਂ ਕੀ ਹੋਵੋ? ਇੱਕ ਮਨ ਹੋਵੋ, ਇੱਕ ਚਿੱਤ ਹੋਵੋ, ਔਰ ਇੱਕ ਜ਼ੁਬਾਨ ਹੋਵੋ। ਜਦ ਇੱਕ ਮਨ, ਇੱਕ ਚਿੱਤ, ਇੱਕ ਜ਼ੁਬਾਨ ਹੋ ਕੇ ਪ੍ਰਾਰਥਨਾ ਕਰੋਗੇ, ਤਾਂ ਮੈਂ ਕੀ ਕਰਾਂਗਾ? ਮੈਂ ਤੁਹਾਡੇ ਜੀਵਨ ਦੇ ਵਿੱਚ ਮਤਲਬ ਉਹ ਖੁਸ਼ਹਾਲੀ ਲੈ ਕੇ ਆਵਾਂਗਾ, ਉਹ ਆਨੰਦ ਲੈ ਕੇ ਆਵਾਂਗਾ, ਔਰ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣਾਂਗਾ। ਦੇਖੋ ਪਤਰਸ ਲਈ ਪ੍ਰਾਰਥਨਾ ਕਰੀ ਕਲੀਸਿਆ ਨੇ, ਤਾਂ ਕੀ ਹੋਇਆ? ਪਤਰਸ ਨੂੰ ਜੇਲ੍ਹ ਦੇ ਵਿੱਚੋਂ, ਕੈਦਖਾਨੇ ਵਿੱਚੋਂ ਰਿਹਾਈ ਮਿਲ ਗਈ। ਪੌਲਸ ਤੇ ਸਿਲਾਸ ਕਾਠ ਨਾਲ ਬੰਨੇ ਹੋਏ ਨੇ, ਉਹਨਾਂ ਦੇ ਜੀਵਨ ਦੇ ਵਿੱਚ ਦੇਖੋ ਕਿੰਨਾ ਵੱਡਾ ਕੰਮ ਹੋਇਆ ਪ੍ਰਾਰਥਨਾ ਦੇ ਦੌਰਾਨ। ਮਤਲਬ ਪਰਮੇਸ਼ਵਰ ਨੇ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਨੇ। ਅਗਰ ਇਸ ਤੋਂ ਆਪਾਂ ਗੱਲ ਦੇਖੀਏ, ਬਾਈਬਲ ਦੇ ਵਿੱਚ ਬਹੁਤ ਜਗ੍ਹਾ ਤੇ ਲਿਖਿਆ ਹੋਇਆਗਾ ਪ੍ਰਾਰਥਨਾ ਬਾਰੇ। ਪ੍ਰਾਰਥਨਾ ਬਾਰੇ ਬਹੁਤ ਜਗ੍ਹਾ ਪਰ ਲਿਖਿਆ ਹੋਇਆਗਾ ਕਿ ਪਰਮੇਸ਼ਵਰ ਕਿਸ ਤਰ੍ਹਾਂ ਪ੍ਰਾਰਥਨਾ ਸੁਣਦੇ ਨੇ। ਲੇਕਿਨ ਸਭ ਤੋਂ ਵੱਡੀ ਗੱਲ ਇਹੀ ਗੱਲ ਹੈ ਕਿ ਜੈਸਾ ਸਮਾਂ ਚੱਲ ਰਿਹਾ ਹੈਗਾ, ਮਰੀ ਦਾ ਸਮਾਂ ਚੱਲ ਰਿਹਾ ਹੈਗਾ, ਕਰੋਨਾ ਵਾਇਰਸ ਦਾ ਸਮਾਂ ਚੱਲ ਰਿਹਾ ਹੈਗਾ, ਦੇਖੋ ਇਹ ਬਿਮਾਰੀ ਕਿਸੇ ਨੂੰ ਪੁੱਛ ਕੇ ਨਹੀਂ ਆ ਰਹੀ। ਉਹ ਕਿਸੇ ਵੀ ਧਰਮ ਦਾ ਗਾ, ਕਿਸੇ ਵੀ ਜਾਤ ਦਾ ਗਾ, ਕਿਸੇ ਵੀ ਦੇਸ਼ ਦਾ ਗਾ, ਗਰੀਬ ਹੈ, ਅਮੀਰ ਹੈ, ਪੜ੍ਹਿਆ ਲਿਖਿਆ ਹੈਗਾ, ਅਨਪੜ੍ਹ ਹੈ, ਜੈਸਾ ਵੀ ਹੈ, ਚਾਹੇ ਗੋਰਾ ਕਾਲਾ ਜੋ ਵੀ ਹੈ, ਲੇਕਿਨ ਉਹ ਕਿਸੇ ਨੂੰ ਪੁੱਛ ਕੇ ਨਹੀਂ ਆ ਰਹੀ। ਲੇਕਿਨ ਕੱਲ੍ਹ ਯਾਦ ਰੱਖੋ, ਇਸ ਮਰੀ ਤੋਂ ਅਗਰ ਕੋਈ ਬਚਾ ਸਕਦਾ ਗਾ, ਇਸ ਸਮੱਸਿਆ ਵਿੱਚੋਂ ਅਗਰ ਕੋਈ ਬਾਹਰ ਕੱਢ ਸਕਦਾ ਗਾ, ਉਹ ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਨੇ। ਉਹ ਪ੍ਰਭੂ ਯਿਸੂ ਮਸੀਹ ਨੇ। ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਬਚਾਏ ਜਾਈਏ, ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਦੇਸ਼ ਬਚਾਇਆ ਜਾਏ, ਅਗਰ ਚਾਹੁੰਦੇ ਹੋ ਕਿ ਪੂਰਾ ਵਰਲਡ ਬਚਾਇਆ ਜਾਏ, ਤਾਂ ਸਭ ਤੋਂ ਪਹਿਲਾਂ ਕੀ ਹੈ ਕਿ ਆਪਣੇ ਮਨ ਨੂੰ ਜਾਂਚੋ, ਆਪਣੇ ਮਨ ਨੂੰ ਜਾਂਚੋ, ਔਰ ਇੱਕ ਮਨ ਹੋ ਜਾਓ। ਇੱਕ ਮਨ ਹੋ ਜਾਓ ਕਿਹਦੇ ਨਾਲ? ਪਰਮੇਸ਼ਵਰ ਨਾਲ ਹੋ ਜਾਓ, ਸੰਗਤ ਨਾਲ ਹੋ ਜਾਓ, ਪਰਿਵਾਰ ਨਾਲ ਹੋ ਜਾਓ, ਆਪਣੇ ਸੇਵਕ ਨਾਲ ਇੱਕ ਮਨ ਹੋ ਜਾਓ, ਇੱਕ ਚਿੱਤ ਹੋ ਜਾਓ, ਇੱਕ ਜ਼ੁਬਾਨ ਹੋ ਜਾਓ। ਮਤਲਬ ਜੋ ਵੀ ਪਰਮੇਸ਼ਵਰ ਤੁਹਾਨੂੰ ਕਹਿੰਦੇ ਨੇ, ਹਾਂ ਪਰਮੇਸ਼ਵਰ ਕਹਿੰਦੇ ਨੇ ਉਸ ਤਰ੍ਹਾਂ ਕਰੋ। ਜਦ ਉਸ ਤਰ੍ਹਾਂ ਕਰੋਗੇ ਤਾਂ ਕੀ ਹੋ ਜਾਏਗਾ ਕਿ ਤੁਹਾਡੇ ਜੀਵਨ ਨੂੰ ਕੀ ਕਰਨਗੇ? ਪਰਮੇਸ਼ਵਰ ਖੁਸ਼ਹਾਲ ਬਣਾ ਦੇਣਗੇ। ਦੇਖੋ ਇੱਕ ਸਮਾਂ ਸੀਗਾ ਦਾਨੀਏਲ ਦੇ ਉੱਪਰ, ਦਾਨੀਏਲ ਦੇ ਸਾਥੀਆਂ ਉੱਪਰ, ਔਰ ਦੂਜੇ ਜੋ ਲੋਕ ਸੀਗੇ ਉਹਨਾਂ ਦੇ ਉੱਪਰ ਇੱਕ ਸਮਾਂ ਸੀਗਾ, ਕਿਹੜਾ? ਮੌਤ ਦਾ ਸਮਾਂ ਸੀਗਾ। ਲੇਕਿਨ ਸਹੀ ਦੇ ਵਿੱਚ ਜਦ ਉਹਨਾਂ ਦਾਨੀਏਲ ਨੇ ਤੇ ਉਹਦੇ ਸਾਥੀ ਲੋਕਾਂ ਨੇ ਮਿਲ ਕੇ ਪ੍ਰਾਰਥਨਾ ਕਰੀ, ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਪ੍ਰਾਰਥਨਾ ਕਰੀ, ਇੱਕ ਜ਼ੁਬਾਨ ਹੋ ਕੇ ਪ੍ਰਾਰਥਨਾ ਕਰੀ, ਤਾਂ ਕਿੱਡਾ ਵੱਡਾ ਕੰਮ ਕੀਤਾ ਪਰਮੇਸ਼ਵਰ ਨੇ। ਦੇਖੋ ਇਹ ਕਦੋਂ ਹੋਇਆ ਕਿ ਜਦ ਦਾਨੀਏਲ ਦੇ ਅੰਦਰ ਦੂਜੇ ਲੋਕਾਂ ਦੇ ਲਈ ਪਿਆਰ ਸੀਗਾ, ਜਦ ਦਾਨੀਏਲ ਦੇ ਅੰਦਰ ਉਹਦੇ ਸਾਥੀ ਦੇ ਲੋਕਾਂ ਦੇ ਅੰਦਰ ਇੱਕ ਦੂਜੇ ਦੇ ਲਈ ਪਿਆਰ ਸੀਗਾ, ਜਦ ਇੱਕ ਦੂਜੇ ਦੇ ਅੰਦਰ ਮਤਲਬ ਕੀ ਸੀ? ਨਮਰਤਾ ਸੀ, ਇੱਕ ਦੂਜੇ ਦੇ ਅੰਦਰ ਦਇਆ ਸੀ, ਤਾਂ ਇਹ ਤਾਂ ਉਹਨਾਂ ਨੇ ਪ੍ਰਾਰਥਨਾ ਕਰੀ। ਅਗਰ ਉਹਨਾਂ ਨੇ ਪ੍ਰਾਰਥਨਾ ਕਰੀ, ਅਗਰ ਉਹਨਾਂ ਦੀ ਪ੍ਰਾਰਥਨਾ ਪਰਮੇਸ਼ਵਰ ਨੇ ਸੁਣ ਕੇ ਉੱਤਰ ਦਿੱਤਾਗਾ, ਤਾਂ ਉਹ ਪਰਮੇਸ਼ਵਰ ਸਾਡੀ ਪ੍ਰਾਰਥਨਾ ਸੁਣ ਕੇ ਵੀ ਉਹਦਾ ਉੱਤਰ ਦੇਣਗੇ। ਇਹ ਨਾ ਸੋਚੋ ਕਿ ਜਿੱਥੇ 2 ਜਾਂ 3 ਇਕੱਠੇ ਹੁੰਦੇ ਨੇ, ਇਹ ਨਾ ਸੋਚੋ, ਲੇਕਿਨ ਸੋਚੋ ਕਿ ਅਗਰ ਅਸੀਂ 2 ਵੀ ਹਾਂ, ਅਗਰ ਅਸੀਂ 3 ਵੀ ਹਾਂ, ਅਗਰ ਅਸੀਂ ਇੱਕ ਮਨ, ਇੱਕ ਚਿੱਤ ਹਾਂ, ਤਾਂ ਫਿਰ ਪ੍ਰਾਰਥਨਾ ਕਰੋ। 2 ਜਾਂ 3 ਮਤਲਬ ਕਿ ਬਾਈਬਲ ਦੇ ਵਿੱਚ ਲਿਖਿਆ ਸਰੀਰ, ਆਤਮਾ ਤੇ ਪ੍ਰਾਣ। ਅਗਰ ਇਕੱਲਾ ਇਨਸਾਨ ਪ੍ਰਾਰਥਨਾ ਕਰੇ ਪਰਮੇਸ਼ਵਰ ਅੱਗੇ, ਕਿਹੜਾ? ਆਤਮਾ, ਪ੍ਰਾਣ, ਸਰੀਰ,
ਮਤਲਬ 3 ਹੋ ਗਏ। ਅਗਰ ਇਹ ਤਿੰਨੇ ਮਿਲ ਜਾਣ, ਇੱਕ ਹੋ ਜਾਣ, ਤਾਂ ਫਿਰ ਪ੍ਰਾਰਥਨਾ ਕਰੇ, ਪਰਮੇਸ਼ਰ ਫਿਰ ਵੀ ਪ੍ਰਾਰਥਨਾ ਸੁਣਦੇ ਨੇ। ਹਾਂ, ਗਿਣਤੀ ਵਿੱਚ ਲੋਕਾਂ ਦੀ ਗੱਲ ਨਹੀਂ। ਆਤਮਾ, ਪ੍ਰਾਣ, ਸਰੀਰ, ਮਤਲਬ 3 ਹੋ ਗਏ। ਅਗਰ ਇੱਕ ਮਨ ਹੋ ਜਾਣਾ, ਇੱਕ ਚਿੱਤ ਹੋ ਜਾਣਾ, ਇੱਕ ਜ਼ੁਬਾਨ ਹੋ ਜਾਣਾ, ਤਾਂ ਪਰਮੇਸ਼ਰ ਪ੍ਰਾਰਥਨਾ ਸੁਣਦੇ ਨੇ। ਮਤਲਬ ਜੋ ਪ੍ਰਾਰਥਨਾ ਕੀ, ਪ੍ਰਾਰਥਨਾ ਸੁਣ ਕੇ ਪਰਮੇਸ਼ਰ ਕੀ ਕਰਦੇ ਨੇ? ਉੱਤਰ ਦਿੰਦੇ ਨੇ। ਲੇਕਿਨ ਪ੍ਰਾਰਥਨਾ ਕਿਵੇਂ ਕਰਨੀ ਹੈ? ਪਿਆਰ ਦੇ ਨਾਲ। ਅਗਰ ਪਿਆਰ ਨਾਲ ਪ੍ਰਾਰਥਨਾ ਕਰਾਂਗੇ ਤਾਂ ਪਰਮੇਸ਼ਰ ਪੱਕਾ ਉਹਦਾ ਉੱਤਰ ਦੇਣਗੇ। ਤੇ ਅਗਰ ਪ੍ਰਾਰਥਨਾ ਇਸ ਤਰ੍ਹਾਂ ਨਹੀਂ ਕਰ ਪਾ ਰਹੇ ਤਾਂ ਹੁਣ ਜ਼ਰੂਰਤ ਹੈ ਕਿ ਅਸੀਂ ਸਾਰੇ ਇਸ ਵਚਨ ਦੇ ਅਨੁਸਾਰ ਪ੍ਰਾਰਥਨਾ ਕਰੀਏ। ਅਗਰ ਕੁਝ ਵੀ ਮਨ ਦੇ ਵਿੱਚ ਐਸੀ ਗੱਲ ਹੈ ਕਿਸ ਦੇ ਪ੍ਰਤੀ ਵੀ, ਚਾਹੇ ਪਤਨੀ ਦੇ ਪ੍ਰਤੀ, ਚਾਹੇ ਪਤੀ ਦੇ ਪ੍ਰਤੀ, ਚਾਹੇ ਕਿਸੇ ਦੇ ਆਂਢ ਗੁਆਂਢ ਦੇ ਪ੍ਰਤੀ, ਕੁਝ ਵੀ ਹੈ, ਤਾਂ ਉਸਨੂੰ ਅੱਜ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢੋ। ਅਗਰ ਈਰਖਾ ਗੀ, ਅਗਰ ਨਫ਼ਰਤ ਹੈ, ਅਗਰ ਕ੍ਰੋਧ ਹੈ, ਅਗਰ ਗੁੱਸਾ ਗਾ, ਕੁਝ ਵੀ ਹੈ, ਤਾਂ ਕੀ ਕਰੋ? ਅੱਜ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢੋ। ਔਰ ਇੱਕ ਮਨ ਹੋਵੋ, ਇੱਕ ਚਿੱਤ ਹੋਵੋ, ਇੱਕ ਜ਼ੁਬਾਨ ਹੋਵੋ। ਜਦੋਂ ਇੱਕ ਮਨ, ਇੱਕ ਚਿੱਤ ਹੋ ਕੇ ਪ੍ਰਾਰਥਨਾ ਕਰੋਗੇ, ਇੱਕ ਜ਼ੁਬਾਨ ਹੋ ਕੇ ਪ੍ਰਾਰਥਨਾ ਕਰੋਗੇ, ਤਾਂ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਜ਼ਰੂਰ ਸੁਣੇਗਾ। ਔਰ ਜਦ ਤੁਹਾਡੀ ਪ੍ਰਾਰਥਨਾ ਸੁਣੀ ਜਾਏਗੀ ਤਾਂ ਤੁਹਾਨੂੰ ਪਰਮੇਸ਼ਰ ਉਹਦਾ ਪੱਕਾ ਉੱਤਰ ਦੇਵੇਗਾ। ਆਓ ਸਾਰੇ ਆਪਣੀਆਂ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ।